हेलो हेलो सत श्री अकाल। मैं सर सत श्री अकाल आवाज घट आती ਤੁਹਾਡੀ आवाज तो सर एक हेलो सत श्री अकाल सर आवाज ठीक है सर ਹੁਣ देखियो सत श्री अकाल सर कितना हाल चाल जी सर ठीक है फर्स्ट क्लास ਤੁਸੀਂ ਸੁਣਾਓ बस ਵਧੀਆ ਵਧੀਆ बैठे हैं लाइन से मैं स्क्रीन शेयर कर लेना लीडर लेट टू चेक ठीक है सर तुम शेयर करो एक मिनट हाँ मैं वही देख सर देखो ठीक है नहीं हाले शेयर नहीं हुई सिर्फ जूम वाला लोगो शेयर हो गया नहीं शेयर हुई नहीं सर वो देखियो हाँ जी हुण हो रही ठीक है कंप्यूटर नेटवर्क है ना हाँ हाँ जी हुण हो रही ठीक है कर लिया स्टार्ट सर हाँ जी सर करा सर कर लो ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ मैं अपने बारे इंट्रोडक्शन देना सब तो पहला मेरा नाम महकदीप और मैं गवर्नमेंट IT वुमन
ਗੁਰਦਾਸਪੁਰ ਤੋਂ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕ ਮੇਨਟੇਨੈਂਸ ਦਾ ਇੰਸਟ੍ਰਕਟਰ ਹਾਂ। ਔਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਕੰਪਿਊਟਰ ਨੈਟਵਰਕ ਹੈ, ਜਿਹਦੇ ਬਾਰੇ ਆਪਾਂ ਅੱਜ ਸਾਰੀ ਡਿਸਕਸ਼ਨ ਕਰਾਂਗੇ ਕਿ ਕੰਪਿਊਟਰ ਨੈਟਵਰਕ ਕਿਵੇਂ ਪੋਸੀਬਲ ਹੈ, ਕਿਵੇਂ ਇਹ ਬਿਲਡ ਕੀਤਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਮੂਵ ਕਰਦੇ ਅੱਗੇ ਕਿ ਜਿਵੇਂ ਕਿ ਸਾਨੂੰ ਅੱਜ ਕੱਲ੍ਹ ਪਤਾ ਹੈ ਕਿ ਜਿਹੜਾ ਵਾਇਰਸ ਚੱਲ ਰਿਹਾ ਕਰੋਨਾ ਵਾਇਰਸ, ਜੋ ਕਿ ਮਹਾਮਾਰੀ ਪੂਰੇ ਪੰਜਾਬ ਤੋਂ ਲੈ ਕੇ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ। ਔਰ ਸਾਡੇ ਪੰਜਾਬ ਦੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਅਮਰਿੰਦਰ ਜੀ, ਉਹਨਾਂ ਨੇ ਇੱਕ ਮਿਸ਼ਨ ਫਤਿਹ ਦਾ ਅਭਿਆਨ ਸ਼ੁਰੂ ਕੀਤਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਹਾਈਲਾਈਟ ਕੀਤੀ ਹੈ ਕਿ ਜਿਹੜੀ ਮੇਨ ਸਭ ਤੋਂ ਪਹਿਲਾਂ ਜਿਹੜਾ ਕੋਵਾ ਐਪ ਆ ਉਹ ਡਾਊਨਲੋਡ ਕਰਨੀ ਪਊਗੀ। ਸਾਰੇ ਜਾਣਿਆਂ ਨੂੰ ਮੈਂ ਇੱਕੋ ਗੁਜ਼ਾਰਿਸ਼ ਕਰਾਂਗਾ ਕਿ ਸਭ ਤੋਂ ਪਹਿਲਾਂ ਇਹ ਕੋਵਾ ਐਪ ਤੁਸੀਂ ਇਹ ਡਾਊਨਲੋਡ ਕਰ ਲਓ। ਜਿਹਦੇ ਫਾਇਦੇ ਵੀ ਮੈਂ ਤੁਹਾਨੂੰ ਥੋੜੇ ਦੱਸ ਦਿੰਦਾ ਕਿ ਉਹ ਇੱਕ ਮਿਸ਼ਨ ਫਤਿਹ ਦਾ ਅਭਿਆਨ ਚਲਾਇਆ ਉਹਨਾਂ ਨੇ। ਮਿਸ਼ਨ ਫਤਿਹ ਮਤਲਬ ਕਿ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਕਰੋਨਾ ਤੋਂ ਫਤਿਹ ਹੋ ਸਕੇ। ਉਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮਸ ਆ ਰਹੀਆਂ, ਠੀਕ ਹੈ, ਸਟੱਡੀ ਦੇ ਵਿੱਚ ਵੀ ਹੋਰ ਵੀ ਆਵਾਜਾਈ ਦੇ ਵਿੱਚ ਵੀ, ਉਹ ਆਪਾਂ ਮਿਸ਼ਨ ਫਤਿਹ ਕਰਕੇ ਤੇ ਉਹਨੂੰ ਆਪਾਂ ਫਤਿਹ ਕਰ ਸਕੀਏ। ਤੇ ਉਹਦੀ ਇੱਕ ਐਪ ਆ ਜਿਹੜੀ ਮੈਂ ਗੱਲ ਕਰ ਰਿਹਾ ਹਾਂ, COVA ਕੋਵਾ ਐਪ, ਜੋ ਕਿ ਸਾਰੇ ਜਾਣੇ ਤੁਸੀਂ ਡਾਊਨਲੋਡ ਕਰ ਲਓ। ਡਾਊਨਲੋਡ ਕਰਕੇ ਇਹਦਾ ਦਾ ਫਰੰਟ ਪੇਜ ਆਊਗਾ, ਜਿਹੜਾ ਮੇਨ ਪੇਜ ਆ। ਉਹਦੇ ਫਾਇਦੇ ਦੇ ਵਿੱਚ ਤੁਸੀਂ ਮੈਂ ਦੱਸਦਾ ਤੁਹਾਨੂੰ ਕਿ ਸਭ ਤੋਂ ਪਹਿਲਾਂ ਤੇ ਮੇਨ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀਆਂ ਕਿ ਕਿਵੇਂ ਆਪਾਂ ਵਾਇਰਸ ਤੋਂ ਬਚਾਅ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੈ ਕਿ ਹੈਂਡ ਵਾਸ਼ ਕਰਨਾ ਚਾਹੀਦਾ ਸਾਨੂੰ। ਮਤਲਬ ਇਹ ਨਹੀਂ ਕਿ ਅਸੀਂ ਘਰੇ ਬੈਠੇ ਤੇ ਹੈਂਡ ਵਾਸ਼ ਕਰਨਾ ਲਾਜ਼ਮੀ ਆ। ਉਦੋਂ ਵੀ ਲਾਜ਼ਮੀ ਹੈ ਜਦੋਂ ਆਪਾਂ ਬਾਹਰ ਜਾਂਦੇ ਹਾਂ, ਜਿਵੇਂ ਕਿ ਅਸੀਂ ਘਰ ਤੋਂ ਬਾਹਰ ਨਿਕਲ ਰਹੇ ਹਾਂ ਕਿਸੇ ਵੀ ਕੰਮ ਲਈ, ਜ਼ਰੂਰੀ ਕੰਮ ਲਈ ਅਸੀਂ ਜਾ ਰਹੇ ਹਾਂ, ਜਦੋਂ ਘਰ ਤੋਂ ਵਾਪਿਸ ਆਉਂਦੇ ਹਾਂ ਤਾਂ ਉਦੋਂ ਵੀ ਘੱਟੋ ਘੱਟ 20 ਸਕਿੰਟ ਲਈ ਜਿਹੜਾ ਸਾਨੂੰ ਡੇਲੀ ਹੈਂਡ ਵਾਸ਼ ਕਰਨਾ ਜ਼ਰੂਰੀ ਹੈ ਵਿਦ ਸੋਪ। ਸੈਕੰਡਲੀ ਕਿ ਸਾਨੂੰ ਅਸੀਂ ਜਦੋਂ ਵੀ ਆਊਟਸਾਈਡ, ਜਦੋਂ ਵੀ ਆਪਾਂ ਘਰ ਦੇ ਬਾਹਰ ਜਾਂਦੇ ਹਾਂ, ਸਾਨੂੰ ਮਾਸਕ ਵੇਅਰ ਕਰਕੇ ਜਾਣਾ ਚਾਹੀਦਾ। ਔਰ ਮਾਸਕ ਦਾ ਤੁਹਾਨੂੰ ਡਾਇਗਰਾਮ ਜਿਹੜਾ ਸ਼ੋ ਹੋ ਰਿਹਾ, ਮਾਸਕ ਜਿਹੜਾ ਪ੍ਰੋਪਰ ਵੇ ਆ ਕਿਵੇਂ ਵੇਅਰ ਕਰਨਾ ਚਾਹੀਦਾ। ਇਹ ਨਹੀਂ ਕਿ ਤੁਸੀਂ ਨੱਕ ਤੋਂ ਥੱਲੇ ਰੱਖ ਲਓ, ਫੇਸ ਕਵਰ ਕਰ ਲਓ, ਠੀਕ ਹੈ, ਲਿਪਸ ਕਵਰ ਕਰ ਲਓ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਪੂਰਾ ਫੇਸ, ਨੱਕ, ਜਿੱਥੋਂ ਆਪਾਂ ਸਾਹ ਵੀ ਲੈਣਾ ਜਿੱਥੋਂ ਸਾਹ ਛੱਡਣਾ, ਦੋਨੋਂ ਚੀਜ਼ਾਂ ਆਪਾਂ ਕਵਰ ਕਰਕੇ ਰੱਖਣੀਆਂ, ਜਿਹਦੇ ਤੋਂ ਕਿ ਆਪਾਂ ਵਾਇਰਸ ਤੋਂ ਆਪਣੇ ਆਪ ਨੂੰ ਬਚਾਅ ਕਰ ਸਕਦੇ ਹਾਂ। ਔਰ ਸੋਸ਼ਲ ਡਿਸਟੈਂਸਿੰਗ ਜੋ ਕਿ ਸਭ ਤੋਂ ਮੇਨ ਹੈ, ਬਿਕੋਜ਼ ਕਈ ਵਿਕਟਿਮਸ ਹੋ ਸਕਦੇ ਆ ਜਿਨ੍ਹਾਂ ਨੂੰ ਇਹ ਸਿੰਪਟਮਸ ਹੋਣ। ਸਿੰਪਟਮਸ ਕਿਸੇ ਵੀ ਤਰ੍ਹਾਂ ਦੇ, ਲਾਈਕ ਫੀਵਰ ਹੋ ਸਕਦਾ, ਠੀਕ ਹੈ, ਖਾਂਸੀ, ਜ਼ੁਕਾਮ, ਨਿੱਛਾਂ ਆਉਂਦੀਆਂ, ਠੀਕ ਹੈ। ਇਹ ਸਿੰਪਟਮਸ ਤੋਂ ਜਿਹੜੇ ਆਪਾਂ ਕਿਸੇ ਨੂੰ ਜਾਣ ਸਕਦੇ ਨਹੀਂ, ਕਿਸੇ ਨੂੰ ਆਪਾਂ ਜਾਣਦੇ ਨਹੀਂ, ਇਸੇ ਕਰਕੇ ਸੋਸ਼ਲ ਡਿਸਟੈਂਸਿੰਗ ਜ਼ਰੂਰ ਮੇਨਟੇਨ ਰੱਖੋ। ਮੰਨ ਲਓ ਆਪਾਂ ਕਿਤੇ ਬਾਹਰ ਜਾ ਰਹੇ ਹਾਂ ਜਾਂ ਕਿਤੇ ਸ਼ੌਪ ਤੇ ਕੁਝ ਖਰੀਦ ਜਾ ਰਹੇ ਹਾਂ, ਤੇ ਉਸ ਜਗ੍ਹਾ ਤੇ ਜਾ ਕੇ ਆਪਾਂ ਜ਼ਰੂਰ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਘੱਟੋ ਘੱਟ 6 ਫੀਟ ਦੀ ਜਾਂ 2 ਮੀਟਰ ਦੀ ਜਿਹੜੀ ਡਿਸਟੈਂਸਿੰਗ ਸਾਨੂੰ ਲਾਜ਼ਮੀ ਹੈ। ਔਰ ਉਹਦੇ ਨਾਲ ਹੀ ਆਪਾਂ ਜਿਹੜੇ ਵਾਇਰਸ ਤੋਂ ਆਪਾਂ ਜਿਹੜੇ ਸਿੰਪਟਮਸ ਲੋਕਾਂ ਦੇ ਹੁੰਦੇ ਆ ਜਾਂ ਕਿਸੇ ਤੋਂ ਵੀ ਹੁੰਦੇ ਆ, ਉਹ ਤੋਂ ਆਪਾਂ ਬਚਾਅ ਕਰ ਸਕਦੇ ਹਾਂ। ਔਰ ਕੋਵਾ ਐਪ ਜ਼ਰੂਰ ਡਾਊਨਲੋਡ ਕਰੋ। ਉਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਮਿਲੇਗੀ, ਲਾਈਕ COVID-19 ਦੇ ਵਿੱਚ ਕੀ ਕੀ ਚੱਲ ਰਿਹਾ, ਮਤਲਬ ਪੂਰੇ ਆਪਣੇ ਪੰਜਾਬ ਦੇ ਵਿੱਚ ਕਿਵੇਂ ਕਿੰਨੇ ਮਰੀਜ਼ ਵੱਧ ਰਹੇ ਆ, ਘੱਟ ਰਹੇ ਆ, ਕੀ ਕਿੰਨਾ ਦਾ ਡੇ ਆਫ ਚੱਲ ਰਿਹਾ ਵਾ। ਸੋ ਉਸ ਐਪ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਮਿਲੇਗੀ। ਤੁਹਾਨੂੰ ਮੇਨ ਉਹਦੇ ਵਿੱਚ ਇਹ ਵੀ ਫਾਇਦਾ ਮਿਲੇਗਾ ਕਿ ਜੇ ਕਿਸੇ ਨੇ ਵੀ ਕਿਤੇ ਆਊਟ ਆਫ ਸਟੇਸ਼ਨ ਜਾਣਾ ਹੋਵੇ ਜਾਂ ਆਊਟ ਆਫ ਸਿਟੀ ਜਾਣਾ ਹੋਵੇ, ਸਾਨੂੰ ਉਹਦੇ ਲਈ ਤੁਹਾਨੂੰ ਪਤਾ ਸਾਰਿਆਂ ਨੂੰ ਈ ਪਾਸ ਦੀ ਜ਼ਰੂਰਤ ਪੈਂਦੀ ਹੈ। ਲਾਈਕ ਕਈ ਵਾਰ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਡੇ ਸੰਡੇ 'ਚ ਸਾਨੂੰ ਲੋਕਡਾਊਨ ਹੁੰਦਾ, ਈਵਨ ਐਮਰਜੈਂਸੀ ਕਿਤੇ ਸੰਡੇ ਕਿਤੇ ਜਾਣਾ ਪੈ ਜਾਏ ਜਾਂ ਕਦੋਂ ਵੀ ਜਾਣਾ ਪੈ ਜਾਏ, ਉਹਦੇ ਲਈ ਸਾਨੂੰ ਈ ਪਾਸ ਦੀ ਜ਼ਰੂਰਤ ਪੈਂਦੀ ਹੈ। तो ई पास ਆਪਾਂ ऐप ਦੇ ਉੱਤੋਂ ਹੀ ਡਾਊਨਲੋਡ ਕਰ ਸਕਦੇ ਹਾਂ। ਬਹੁਤ ਈਜ਼ੀ ਸਿਸਟਮ ਹੈ। ऐप ਆਪਣੀ ਓਪਨ ਕਰਨੀ ਹੈ, ਲਾਈਕ ਜਿਵੇਂ ਆ ਲਾਸਟ ਸਲਾਈਡ ਤੇ ਇਹਦੇ ਉੱਪਰ ਟੌਪ ਤੇ ਨਾ 3 ਡਾਟਸ ਹੁੰਦੀਆਂ, ਉਹ ਡਾਟਸ ਤੇ ਤੁਸੀਂ ਜਾ ਕੇ ਕਲਿੱਕ ਆਊਟ ਕਰਨਾ ਤੇ ਉੱਥੇ ਸੈਲਫ ਜਨਰੇਟਡ ਈ ਪਾਸ ਆਊਗਾ। ਉੱਥੇ ਤੁਸੀਂ ਆਟੋਮੈਟਿਕਲੀ ਆਪਾਂ ਈ ਪਾਸ ਜਨਰੇਟ ਕਰਕੇ ਤੁਸੀਂ ਮੂਵ ਔਨ ਕਰ ਸਕਦੇ ਹੋ। ਈ ਪਾਸ ਲੈ ਕੇ ਕਿਤੇ ਵੀ ਆਊਟ ਆਫ ਸਿਟੀ ਜਾ ਸਕਦੇ ਹੋ। ਉਹਦੇ ਲਈ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ, ਨਾ ਤੁਹਾਨੂੰ ਕੋਈ ਪੁਲਿਸ ਵਾਲਾ ਰੋਕੂਗਾ। ਜੇ ਰੋਕੂਗਾ ਤਾਂ ਤੁਸੀਂ ਉਹ ਈ ਪਾਸ ਦੱਸ ਸਕਦੇ ਹੋ ਕਿ ਤੁਸੀਂ ਪਰਮਿਸ਼ਨ ਲੈ ਕੇ ਹੀ ਟਰੈਵਲ ਕਰ ਰਹੇ ਹੋ। ਤੇ ਅੱਜ ਕੱਲ੍ਹ ਤਾਂ ਵੈਸੇ ਵੀ ਜੋ ਖਬਰ ਆ ਰਹੀ ਹੈ, ਕਹਿੰਦੇ ਕਿ ਨੈਕਸਟ ਵੀਕਐਂਡ ਤੋਂ ਈ ਪਾਸ ਲਾਜ਼ਮੀ ਹੋ ਜਾਣਾ। ਔਰ ਹਰ ਇੱਕ ਫੋਨ ਦੇ ਵਿੱਚ ਜਿੰਨੇ ਵੀ ਆਪਾਂ ਟਰੈਵਲ ਕਰਾਂਗੇ ਜਾਂ ਕੋਈ ਆ ਰਿਹਾ ਕੋਈ ਜਾ ਰਿਹਾ, ਉਹਨਾਂ ਨੂੰ ਕੋਵਾ ਐਪ ਡਾਊਨਲੋਡ ਕੀਤੀ ਹੋਣੀ ਲਾਜ਼ਮੀ ਹੈ। ਜਿਵੇਂ ਅਰੋਗਿਆ ਐਪ ਸੀ ਨਾ ਪੂਰੇ ਇੰਡੀਆ 'ਚ ਚੱਲ ਰਹੀ, ਐਜ਼ ਇਟ ਇਜ਼ ਪੰਜਾਬ ਦੀ ਜਿਹੜੀ ਆ ਉਹ ਕੋਵਾ ਐਪ ਆ।
ਉਹ ਜ਼ਰੂਰੀ ਹੈ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਇੱਥੇ ਪੀਪਲਸ ਹੈਗੇ। ਨੈਕਸਟ ਆਪਾਂ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਜਿਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ ਜਾਂ ਜੋ ਆਪਾਂ ਰੀਡ ਆਊਟ ਕਰਨਾ ਉਹ ਹੈਗਾ ਵਾ ਕੰਪਿਊਟਰ ਨੈਟਵਰਕ। ਉਹਦੀ ਆਪਾਂ ਇੰਟਰੋਡਕਸ਼ਨ ਕਰਦੇ ਹਾਂ। ਇੰਟਰੋਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਆ ਕੰਪਿਊਟਰ ਨੈਟਵਰਕ ਇਜ਼ ਅ ਇੰਟਰਕਨੈਕਸ਼ਨ ਆਫ ਟੂ ਔਰ ਮੋਰ ਕੰਪਿਊਟਰ। ਕੰਪਿਊਟਰ ਨੈਟਵਰਕ ਦਾ ਕੰਮ ਕੀ ਹੈ ਕਿ ਸਾਡੇ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਨੂੰ ਇੱਕ ਦੂਜੇ ਨਾਲ ਜੋੜਨਾ, ਇੰਟਰਕਨੈਕਸ਼ਨ ਦੇਣਾ, ਉਹਨਾਂ ਨੂੰ ਆਪਸ ਵਿੱਚ ਜੋੜ ਕੇ ਇੰਟਰਕਨੈਕਸ਼ਨ ਹੁੰਦਾ ਦੇ ਆਰ ਏਬਲ ਟੂ ਐਕਸਚੇਂਜ ਇਨਫੋਰਮੇਸ਼ਨ, ਜੋ ਕਿ ਆਪਸ ਦੇ ਵਿੱਚ ਇਨਫੋਰਮੇਸ਼ਨ ਐਕਸਚੇਂਜ ਕਰ ਸਕਣ। ਔਰ ਐਕਸਚੇਂਜ ਕਰਨ ਦਾ ਮੀਡੀਅਮ ਕੋਈ ਵੀ ਹੋ ਸਕਦਾ, ਉਸ ਬਾਰੇ ਆਪਾਂ ਫਿਰ ਕਰਦੇ ਹਾਂ। ਦਾ ਕੰਪਿਊਟਰ ਮੇ ਬੀ ਕਨੈਕਟਡ ਵਾਇਆ ਐਨੀ ਡਾਟਾ ਕਮਿਊਨੀਕੇਸ਼ਨ ਲਿੰਕ। ਕਮਿਊਨੀਕੇਸ਼ਨ ਲਿੰਕ ਮਤਲਬ ਕਿਸੇ ਵੀ ਤਰ੍ਹਾਂ ਆਪਾਂ ਡਾਟਾ ਕਮਿਊਨੀਕੇਸ਼ਨ ਲਿੰਕ ਦਾ ਥਰੂ ਕਿੱਦਾਂ ਕਰ ਸਕਦੇ ਹਾਂ, ਗੱਲਬਾਤ ਆਪਾਂ ਕਿਵੇਂ ਪਹੁੰਚਾ ਸਕਦੇ ਹਾਂ ਦੂਸਰੇ ਸਿਸਟਮ ਤੱਕ। ਉਹਦਾ ਵੇ ਕੀ ਹੈ, ਲਾਈਕ ਕੋਪਰ ਵਾਇਰ, ਰੇਡੀਓ ਲਿੰਕ ਐਕਸੈਟਰਾ, ਮਤਲਬ ਕੇਬਲ ਦੇ ਥਰੂ ਜਾਂ ਵੇਵਸ ਦੇ ਥਰੂ ਕਰ ਸਕਦੇ ਆਪਾਂ। ਦੇ ਮੇ ਬੀ ਪਰਸਨਲ ਕੰਪਿਊਟਰ ਔਰ ਲਾਰਜ ਮੇਨ ਫਰੇਮ, ਕਿਸੇ ਵੀ ਤਰ੍ਹਾਂ ਦਾ ਸਿਸਟਮ ਹੋ ਸਕਦਾ, ਕੰਪਿਊਟਰ ਹੋ ਸਕਦਾ, ਲੈਪਟਾਪ ਹੋ ਸਕਦਾ, ਜਿੱਥੇ ਆਪਾਂ ਇੰਟਰਫੇਰੈਂਸ ਕਰ ਸਕਦੇ ਹਾਂ, ਲਾਈਕ ਇੱਕ ਦੂਜੇ ਨਾਲ ਆਪਾਂ ਕਨੈਕਸ਼ਨ ਬਣਾ ਸਕਦੇ ਹਾਂ, ਇੰਟਰਕਨੈਕਸ਼ਨ ਕਰ ਸਕਦੇ ਹਾਂ, ਨੈਟਵਰਕਿੰਗ ਕਰ ਸਕਦੇ ਹਾਂ। The computer network may be located in the room, building, city, country or anywhere in the world. ਜਿਹੜਾ ਕੀ ਹੈ ਕੰਪਿਊਟਰ ਨੈਟਵਰਕ ਦੀ ਗੱਲ ਕਰ ਰਹੇ ਹਾਂ, ਉਹ ਕਹਿੰਦੇ ਕਿਤੇ ਵੀ ਪੋਸੀਬਲ ਹੈਗਾ, ਲਾਈਕ ਸਾਡੇ ਰੂਮ ਦੇ ਵਿੱਚ ਵੀ ਪੋਸੀਬਲ ਹੈ, ਆਪਾਂ ਰੂਮ ਦੇ ਅੰਦਰ ਵੀ ਨੈਟਵਰਕਿੰਗ ਕਰ ਸਕਦੇ ਹਾਂ, ਬਿਲਡਿੰਗ ਦੇ ਨਾਲ ਵੀ ਕਰ ਸਕਦੇ ਹਾਂ, ਕੋਈ ਬਿਲਡਿੰਗ ਇੱਕ ਹੋਵੇ, ਲਾਈਕ ਪੂਰੀ ਸਿਟੀ ਦੇ ਅੰਦਰ, ਐਜ਼ ਸੂਨ ਐਜ਼ ਆਪਾਂ ਕੰਟਰੀ ਔਰ ਐਨੀਵੇਅਰ ਇਨ ਦਾ ਵਰਲਡ ਦੇ ਕਿਤੇ ਵੀ ਹੋਵੇ, ਕਿਸੇ ਵੀ ਸਟੇਟ 'ਚ ਹੋਵੇ, ਕਿਸੇ ਕੰਟਰੀ 'ਚ ਵੀ ਹੋਵੇ, ਆਪਾਂ ਉਹਦੇ ਨਾਲ ਆਪਾਂ ਨੈਟਵਰਕਿੰਗ ਦੇ ਥਰੂ ਆਪਾਂ ਆਪਣਾ ਗੱਲਬਾਤ ਜਿਹੜੀ ਕਮਿਊਨੀਕੇਸ਼ਨ ਪਹੁੰਚਾ ਸਕਦੇ ਹਾਂ। ਕੰਪਿਊਟਰ ਨੈਟਵਰਕ ਹੈਵ ਓਪਨ up an entire frontier in the world of the computing called the client server model. ਕੰਪਿਊਟਰ ਨੈਟਵਰਕ ਇੱਕ ਏਦਾਂ ਓਪਨ ਨੈਟਵਰਕ ਬਣਾਤਾ ਜਿਹਦਾ ਕਿ ਇੱਕ ਪੂਰੇ ਵਰਲਡ ਦੇ ਵਿੱਚ ਆਪਾਂ ਉਹਨੂੰ ਕਲਾਇੰਟ ਸਰਵਰ ਦੇ ਮਾਡਲ ਦੇ ਡਿਪੈਂਡ ਕਰਕੇ ਆਪਾਂ ਇੱਕ ਦੂਜੇ ਨਾਲ ਰਾਬਤਾ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਆਪਾਂ ਗੱਲਬਾਤ ਕਰਨੀ ਹੋਵੇ ਤੇ ਉਹਨੂੰ ਕਲਾਇੰਟ ਸਰਵਰ ਮਾਡਲ ਦੇ ਰੂਪ 'ਚ ਉਹਨਾਂ ਨੇ ਇੱਕ ਨਾਮ ਦੇ ਦਿੱਤਾ ਕਿ ਉਸ ਵੇ ਨਾਲ ਵੀ ਆਪਾਂ ਗੱਲ ਕਰ ਸਕਦੇ। ਕਲਾਇੰਟ ਸਰਵਰ ਮਤਲਬ ਮੈਂ ਕਲਾਇੰਟ ਹਾਂ ਤੇ ਮੈਨੂੰ ਸਰਵਰ ਇੱਕ ਮੇਨ ਹੈਗਾ, ਹੋਸਟ ਜਿਹੜਾ ਸਾਨੂੰ ਕਨੈਕਟੀਵਿਟੀ ਪ੍ਰਦਾਨ ਕਰ ਰਿਹਾ। ਕਲਾਇੰਟ ਸਰਵਰ ਦੇ ਰੂਪ 'ਚ ਵੀ ਇੱਕ ਮਾਡਲ ਦੇ ਥਰੂ ਆਪਾਂ ਕੰਮ ਕਰ ਸਕਦੇ ਹਾਂ। ਹੁਣ ਕਲਾਇੰਟ ਸਰਵਰ ਦੀ ਵੀ ਮੈਂ ਥੋੜੀ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ। ਤੇ ਜਿਵੇਂ ਕਿ ਮੈਂ ਕਲਾਇੰਟ ਹੈ ਤੇ ਇੱਕ ਸਰਵਰ ਹੈ, ਮੈਂ ਇੱਕ ਕਲਾਇੰਟ ਕੋਈ ਕੰਮ ਕਰ ਰਿਹਾ, ਠੀਕ ਹੈ। ਹੁਣ ਆਪਾਂ ਐਗਜ਼ਾਮਪਲ ਤੌਰ ਤੇ ਲੈ ਲਈਏ ਕਿ ਮੈਂ ਸਿਸਟਮ ਤੇ ਬੈਠਾ, ਕਿਸੇ ਵੀ ਤਰ੍ਹਾਂ ਦੀ ਕੋਈ ਵੈਬਸਾਈਟ ਸਰਚ ਕਰ ਰਿਹਾ ਵਾਂ, ਤੇ ਜਦੋਂ ਮੈਂ ਵੈਬਸਾਈਟ ਦਾ ਨਾਮ ਲਿਖਾਂਗਾ ਤੇ ਉਹ ਰਿਸਪੌਂਸ ਰਿਕੁਐਸਟ ਭੇਜੇਗਾ ਸਰਵਰ ਨੂੰ। ਸਰਵਰ ਚੈੱਕ ਕਰੂਗਾ ਕਿ ਇਹਨਾਂ ਨੇ ਕਿਹੜੀ ਵੈਬਸਾਈਟ ਮੰਗੀ ਹੈ, ਉਹ ਵੈਬਸਾਈਟ ਦਾ ਰਿਸਪੌਂਸ ਸਾਨੂੰ ਵਾਪਸ ਦੂਗਾ। ਐਜ਼ ਇਟ ਇਜ਼ ਏਦਾਂ ਹੀ ਕੰਮ ਹੁੰਦਾ, ਲਾਈਕ ਜਿੱਦਾਂ ਵੀ ਜਿਵੇਂ ਕਿ ਆਪਾਂ ਸੋਸ਼ਲ ਨੈਟਵਰਕਿੰਗ ਦਾ ਕੰਮ ਕਰਦੇ ਹਾਂ, ਫਿਰ WhatsApp ਤੇ ਕੰਮ ਕਰ ਰਹੇ ਹਾਂ, ਠੀਕ ਹੈ। ਕਿਸੇ ਵੀ ਮੈਂ ਹੁਣ ਕੋਈ ਮੈਸੇਜ ਤੁਹਾਨੂੰ ਲਿਖ ਕੇ ਭੇਜ ਰਿਹਾ, ਤੁਸੀਂ ਉਹਦਾ ਅੱਗੋਂ ਰਿਪਲਾਈ ਭੇਜ ਰਹੇ ਹੋ, ਉਹ ਕੀ ਹੋ ਗਿਆ, ਕਲਾਇੰਟ ਸਰਵਰ ਦੇ ਥਰੂ ਆਪਾਂ ਕੰਮ ਕਰ ਰਹੇ ਹਾਂ। ਮੈਂ ਕਲਾਇੰਟ ਅਤੇ ਅੱਗੋਂ ਸਰਵਰ ਜਿਹੜਾ ਰਿਸਪੌਂਡ ਕਰ ਰਿਹਾ। ਐਡਵਾਂਟੇਜ ਆਫ ਕੰਪਿਊਟਰ ਨੈਟਵਰਕ। ਨੈਕਸਟ ਐਡਵਾਂਟੇਜ ਕਿਹੜੀ ਹੈ? ਐਡਵਾਂਟੇਜ ਦੇ ਵਿੱਚ ਦੇਖੋ ਬਹੁਤ ਸਾਰੀ ਐਡਵਾਂਟੇਜ ਆਪਾਂ ਦੇਖ ਸਕਦੇ ਹਾਂ। ਸਭ ਤੋਂ ਪਹਿਲੇ ਆਪਾਂ ਸ਼ੇਅਰਿੰਗ ਸੌਫਟਵੇਅਰ, ਆਪਾਂ ਇੱਕ ਦੂਸਰੇ ਜਿਹਦੇ ਮੰਨ ਲਓ ਦੋ ਤੋਂ ਵੱਧ ਸਿਸਟਮ ਜਦੋਂ ਆਪਸ ਵਿੱਚ ਜੋੜਦੇ ਸੌਫਟਵੇਅਰ ਸ਼ੇਅਰ ਕਰ ਸਕਦੇ ਹਾਂ। ਕਿਵੇਂ ਪੋਸੀਬਲ ਹੈ? ਲਾਈਕ ਜਿਵੇਂ ਕਿ ਕੋਈ ਵੀ ਸੌਫਟਵੇਅਰ ਹੈ ਸਾਡੇ ਦੂਸਰੇ ਸਿਸਟਮ 'ਚ ਅਵੇਲੇਬਲ ਹੈ, ਲਾਈਕ ਮੇਰੇ ਸਿਸਟਮ 'ਚ ਅਵੇਲੇਬਲ ਨਹੀਂ ਹੈਗਾ, ਸਾਡੀ ਦੋਵਾਂ ਦੀ ਆਪਸ 'ਚ ਨੈਟਵਰਕਿੰਗ ਹੋਈ ਦੀ ਹੈ। ਉਸ ਨੈਟਵਰਕਿੰਗ ਦੇ ਬੇਸ ਦੇ ਉੱਤੇ ਹੀ ਆਪਾਂ ਡਰਾਈਵ ਦੇ ਅੰਦਰ ਜਾਵਾਂਗੇ ਤੇ ਉਸ ਸਿਸਟਮ ਨੂੰ ਆਪਾਂ ਕੰਟਰੋਲ ਕਰਕੇ ਉਸ ਸਿਸਟਮ ਦਾ ਸੌਫਟਵੇਅਰ ਆਪਣੇ ਸਿਸਟਮ ਦੇ ਵਿੱਚ ਇੰਸਟਾਲ ਕਰ ਸਕਦੇ ਹਾਂ। ਬੜਾ ਈਜ਼ੀਲੀ ਕੰਮ ਹੁੰਦਾ। ਨੈਕਸਟ ਹੈਗਾ ਸ਼ੇਅਰਿੰਗ ਫਾਈਲਸ। ਸ਼ੇਅਰਿੰਗ ਫਾਈਲ ਵੀ ਆਪਾਂ ਈਜ਼ੀਲੀ ਟ੍ਰਾਂਸਫਰ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਡਾਟਾ ਆਪਾਂ ਦੂਸਰੇ ਡਾਟਾ ਸਿਸਟਮ 'ਚ ਆਪਾਂ ਸ਼ੇਅਰ ਕਰ ਸਕਦੇ ਹਾਂ। ਇਨਫੋਰਮੇਸ਼ਨ ਆਪਾਂ ਸ਼ੇਅਰ ਕਰ ਸਕਦੇ ਹਾਂ, ਡਾਟਾ ਸ਼ੇਅਰ ਕਰ ਸਕਦੇ ਹਾਂ। ਸ਼ੇਅਰਿੰਗ ਹਾਰਡਵੇਅਰ, ਸਿਕਿਉਰਿਟੀ ਸਿਸਟਮਸ ਤੇ ਇਨਫੋਰਮੇਸ਼ਨ ਪ੍ਰੀਜ਼ਰਵੇਸ਼ਨ ਐਂਡ ਕਮਿਊਨੀਕੇਸ਼ਨ, ਜੋ ਕਿ ਬਹੁਤ ਮੇਨ ਹੈ। ਕਮਿਊਨੀਕੇਸ਼ਨ ਇੱਕ ਦੂਜੇ ਨਾਲ ਗੱਲਬਾਤ ਜਿੱਦਾਂ ਆਪਾਂ ਈਜ਼ੀਲੀ ਕਰ ਸਕਦੇ ਹਾਂ ਨੈਟਵਰਕਿੰਗ ਦੇ ਬੇਸ ਦੇ ਉੱਤੇ। ਨੈਕਸਟ ਟਾਈਪਸ ਆਫ ਨੈਟਵਰਕ। ਟਾਈਪਸ ਕਿਹੜੀਆਂ ਯੂਜ਼ ਹੁੰਦੀਆਂ ਸਾਡੇ ਕੰਪਿਊਟਰ ਨੈਟਵਰਕ ਦੇ ਵਿੱਚ? ਸਭ ਤੋਂ ਪਹਿਲਾਂ ਸਾਈਜ਼ ਆਫ ਨੈਟਵਰਕ। ਸਾਈਜ਼ ਆਫ ਨੈਟਵਰਕ ਇਹਨੂੰ ਵੀ ਆਪਾਂ ਬਰੀਫਲੀ ਰੀਡ ਆਊਟ ਕਰਾਂਗੇ। ਸਾਈਜ਼ ਆਫ ਨੈਟਵਰਕ ਦੇ ਅੰਦਰ ਰੈਫਰਸ ਟੂ ਦਾ ਏਰੀਆ ਓਵਰ ਵਿਚ ਦਾ ਨੈਟਵਰਕ ਇਜ਼ ਸਪਰੈਡ। ਕਹਿੰਦਾ ਇਹ ਡਿਪੈਂਡ ਕਰਦਾ ਏਰੀਆ ਦੇ ਉੱਤੇ ਕਿ ਏਰੀਆ ਕਿਵੇਂ ਦਾ ਵਾ ਔਰ ਉਸ ਏਰੀਆ ਦੇ ਉੱਤੇ ਨੈਟਵਰਕ ਕਿਹੜਾ ਆਪਾਂ ਸਪਰੈਡ ਕਰਨਾ ਔਰ ਕਿਸ ਨੈਟਵਰਕ ਦੇ ਉੱਤੇ ਆਪਾਂ ਕੰਮ ਕਰਨਾ। ਨੈਕਸਟ ਹੈਗਾ ਕਨੈਕਸ਼ਨ। ਕਨੈਕਸ਼ਨ 'ਚ ਕੀ ਹੈ? ਰੈਫਰ ਟੂ ਦਾ ਟ੍ਰਾਂਸਮਿਸ਼ਨ ਮੀਡੀਆ ਐਂਡ ਪ੍ਰੋਟੋਕੋਲ ਯੂਜ਼ ਫॉर ਦਾ ਕਨੈਕਟੀਵਿਟੀ।
ਲਾਈਕ ਕਨੈਕਸ਼ਨ ਜਿਹੜਾ ਟਰਾਂਸਮਿਸ਼ਨ ਮੀਡੀਆ ਮਤਲਬ ਜਿਵੇਂ ਕਿ ਸਾਡੀ ਆਪਸ 'ਚ ਗੱਲਬਾਤ ਹੋ ਰਹੀ ਹੈ, ਉਹ ਗੱਲਬਾਤ ਮੇਰੀ ਚੀਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਉਹ ਕਿਸ ਮੀਡੀਅਮ ਦੇ ਥਰੂ ਪਹੁੰਚਦੀ ਹੈ। ਕੋਈ ਤਾਰ ਤੇ ਲੱਗੀ ਨਹੀਂ, ਠੀਕ ਹੈ। ਮੈਂ ਐਗਜ਼ਾਮਪਲ ਦੇ ਰਿਹਾ, ਜਿਵੇਂ ਮੈਂ ਲੈਪਟਾਪ ਤੇ ਬੈਠਾ ਐਗਜ਼ਾਮਪਲ, ਤੁਸੀਂ ਆਪਣੇ ਫੋਨ ਤੇ ਬੈਠੇ ਹੋ। ਹੁਣ ਉਹ ਜਿਹੜਾ ਟਰਾਂਸਮਿਸ਼ਨ ਮੀਡੀਆ ਸਾਡੀ ਮੇਰੀ ਤੁਹਾਡੇ ਤੱਕ ਗੱਲ ਪਹੁੰਚ ਰਹੀ ਹੈ, ਉਹ ਕਿਸ ਵੇ ਨਾਲ ਪਹੁੰਚ ਰਹੀ ਹੈ। ਮੀਡੀਆ ਕੀ ਹੈ ਟਰਾਂਸਮਿਸ਼ਨ, ਮਤਲਬ ਟਰਾਂਸਮਿਟ ਸਿਗਨਲ ਜਿਹੜਾ ਜਾ ਰਿਹਾ ਉਹ ਕਿਵੇਂ ਪੋਸੀਬਲ ਹੈ। ਕਿਹੜੀ ਕਿਹੜੀ ਟੈਕਨੋਲੋਜੀਜ਼ ਆਪਾਂ ਯੂਜ਼ ਕਰ ਸਕਦੇ ਹਾਂ ਨੈਟਵਰਕ ਦੀ ਅਰੇਂਜਮੈਂਟ ਵਾਸਤੇ। ਸਭ ਤੋਂ ਪਹਿਲਾਂ ਜਿਹੜੇ ਗੱਲ ਕਰ ਰਹੇ ਸੀ ਟਾਈਪਸ ਆਫ ਨੈਟਵਰਕ ਦੇ ਉੱਤੇ, ਸਭ ਤੋਂ ਪਹਿਲਾਂ ਆਉਂਦਾ ਲੈਨ, ਸਾਈਜ਼ ਦੇ ਉੱਤੇ ਡਿਪੈਂਡ ਕਰਦੇ। ਲੈਨ ਲੋਕਲ ਏਰੀਆ ਨੈਟਵਰਕ, ਲੋਕਲ ਏਰੀਆ ਨੈਟਵਰਕ ਡਿਪੈਂਡਸ upon widely used for the local communication। local communication ਦੇ ਉੱਤੇ ਬਹੁਤ ਜ਼ਿਆਦਾ यूज ਹੁੰਦਾ, ਪਰ ਜ਼ਿਆਦਾਤਰ यूज ही local communication ਹੁੰਦਾ। local communication मतलब LAN connects computer in a small area like building, room, offices or campus spread up a few kilometers। मतलब कि approximate 1 किलोमीटर ਦੇ ਏਰੀਏ ਦੇ ਵਿੱਚ ਹੀ ਇਹਨੂੰ ਆਪਾਂ LAN ਨੂੰ ਬੈਡ ਕਰ ਸਕਦੇ ਹਾਂ। ਉਹਦੇ ਨਾਲ ਕੀ ਹੈ ਕਿ ਜਿਵੇਂ ਕਿ ਸਾਡਾ ਸੰਸਥਾ ਵਾ, ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਂਪਸ ਆ, ਸਾਡਾ ਕੋਈ ਰੂਮ ਹੈ, ਜਿਸ ਆਪਾਂ ਘਰੇ ਬੈਠੇ ਹਾਂ, ਬਿਲਡਿੰਗ 'ਚ ਬੈਠੇ ਹਾਂ, ਉਸ ਬਿਲਡਿੰਗ ਉੱਤੇ ਹੀ ਆਪਾਂ ਲੈਨ ਨੈਟਵਰਕ ਪ੍ਰੋਵਾਈਡ ਕਰ ਸਕਦੇ ਹਾਂ। ਜੋ ਕਿ ਇੱਕ ਉਹਦਾ ਜਿਹੜਾ ਦਾਇਰਾ ਵਾ ਨਾ, ਲਾਈਨ ਏਰੀਆ ਦਾ ਜਿਹੜਾ ਲੋਕਲ ਏਰੀਆ ਨੈਟਵਰਕ ਦਾ ਜਿਹੜਾ ਦਾਇਰਾ ਵਾ, ਉਹ ਕੁਛ ਸੀਮਤ ਤੱਕ ਹੁੰਦਾ, ਫਿਊ ਕਿਲੋਮੀਟਰ ਤੱਕ ਹੀ ਹੁੰਦਾ, ਜ਼ਿਆਦਾ ਕਿਲੋਮੀਟਰ ਤੱਕ ਹੁੰਦਾ। ਜਦੋਂ ਜ਼ਿਆਦਾ ਜਾਂਦੇ ਆ ਫਿਰ ਉਹ ਕੇਬਲ ਦਾ ਖਰਚਾ ਜ਼ਿਆਦਾ ਹੋਣ ਲੱਗ ਪੈਂਦਾ। ਉਹਦੇ ਲਈ ਆਪਾਂ ਅੱਗੇ ਰੀਡ ਆਊਟ ਕਰਾਂਗੇ ਦੇ ਆਰ ਪ੍ਰਾਈਵੇਟਲੀ ਓਨਡ ਨੈਟਵਰਕ ਟੂ ਐਕਸਚੇਂਜ ਇਨਫੋਰਮੇਸ਼ਨ। ਇੱਕ ਪ੍ਰਾਈਵੇਟਲੀ ਆਪਾਂ ਓਨਡ ਨੈਟਵਰਕ ਕਰ ਸਕਦੇ ਹਾਂ, ਜਿਹਦੇ ਕਿ ਆਪਾਂ ਇਨਫੋਰਮੇਸ਼ਨ ਐਕਸਚੇਂਜ ਕਰ ਸਕਦੇ ਹਾਂ। ਇਹ ਪਾਰਟੀਕੂਲਰ ਜਿਵੇਂ ਹੁੰਦਾ ਨਾ, ਆਪਾਂ ਘਰਾਂ ਦੇ ਵਿੱਚ ਬ੍ਰੌਡਬੈਂਡ ਲਗਾਇਆ ਹੁੰਦਾ, ਹਰ ਇੱਕ ਨੇ ਕੋਈ ਵਾਈਫਾਈ ਕਨੈਕਸ਼ਨ ਲਗਾਇਆ ਹੁੰਦਾ। Star, bus, ring topologies are some of the common LAN networking। ਇਸ LAN networking ਦੇ ਵਿੱਚ ਟੋਪੋਲੋਜੀਜ਼ ਜਿਹੜੀਆਂ ਸਟਾਰ, ਬੱਸ ਤੇ ਰਿੰਗ ਮੋਸਟਲੀ ਯੂਜ਼ ਹੁੰਦੀਆਂ। ਔਰ LAN ਇਹ ਵੀ ਮੈਂ ਅੱਗੇ ਰੀਡ ਆਊਟ ਕਰਾਂਗਾ, ਤੁਹਾਨੂੰ ਟੋਪੋਲੋਜੀਜ਼ ਦੇ ਵਿੱਚ ਆਵਾਂਗੇ, ਮੈਂ ਫਰਦਰ ਤੁਹਾਨੂੰ ਸਮਝਾ ਦਾਂਗਾ। LAN runs at the speed of 10 Mbps to 100 Mbps as slow delay। ਮਤਲਬ ਕਿ ਜਿਹੜੀ LAN ਦੀ ਮੈਕਸਿਮਮ ਸਪੀਡ ਜਿਹੜੀ ਹੈ ਨੈਟ, ਆਪਾਂ ਜਿਵੇਂ ਕਿ ਆਪਾਂ ਕੋਈ ਵੀ ਇੰਟਰਨੈਟ ਯੂਜ਼ ਕਰ ਰਹੇ ਹਾਂ, ਕਿਸੇ ਵੀ ਤਰ੍ਹਾਂ ਦਾ ਕੋਈ ਮੀਡੀਅਮ ਨੂੰ ਟ੍ਰਾਂਸਫਰ ਕਰ ਰਹੇ ਹਾਂ, ਤੇ ਉਹਦੀ ਜਿਹੜੀ ਸਪੀਡ ਹੈਗੀ ਹੈ 10 Mbps ਤੋਂ ਲੈ ਕੇ 100 Mbps ਤੱਕ ਹੁੰਦੀ ਹੈ। ਔਰ ਤੁਸੀਂ 100 Mbps ਹੁੰਦੀ ਹੈ। ਔਰ LAN ਜਿਹੜਾ ਬੇਸਡ ਹੈ ਵਾਈਫਾਈ ਨੈਟਵਰਕ ਟੈਕਨੋਲੋਜੀ ਇਜ਼ ਆਲਸੋ ਕਾਲਡ ਐਜ਼ ਅ ਵਾਇਰਲੈਸ ਲੋਕਲ ਏਰੀਆ ਨੈਟਵਰਕ। ਔਰ ਜਿਹੜਾ LAN ਹੈ ਉਹਦੇ ਆਪਾਂ ਬੇਸ ਤੇ ਆਪਾਂ ਵਾਈਫਾਈ ਕਨੈਕਸ਼ਨ ਵੀ ਅਵੇਲੇਬਲ ਕਰ ਸਕਦੇ ਹਾਂ। ਉਹ ਕਿਵੇਂ ਪੋਸੀਬਲ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਲਾਈਕ ਤੁਸੀਂ ਘਰੇ ਬੈਠੇ ਹੋ ਜਾਂ ਤੁਸੀਂ ਕਿਸੇ ਸੰਸਥਾ 'ਚ ਬੈਠੇ ਹੋ। ਹੁਣ ਇੱਕ ਕਨੈਕਸ਼ਨ ਲਿਆ ਆਪਾਂ, ਕੋਈ ਵੀ ਬ੍ਰੌਡਬੈਂਡ ਕਨੈਕਸ਼ਨ ਲਿਆ, ਜਿਹਦਾ ਆਪਾਂ ਲੋਕਲ ਏਰੀਆ ਨੈਟਵਰਕ ਦੇ ਬੇਸ ਤੇ ਆਪਾਂ ਚਲਾ ਰਹੇ ਹਾਂ ਉਹ ਨੈਟਵਰਕ। ਹੁਣ ਆਪਾਂ ਸਾਰੇ ਸਿਸਟਮ ਦੇ ਨਾਲ ਨੈਟਵਰਕਿੰਗ ਕਰਦੀ ਹੈ, 6 ਤੋਂ 7 ਤੋਂ 8 ਜਿੰਨੇ ਵੀ 2 ਤੋਂ ਵੱਧ ਸਿਸਟਮ ਸਾਡੇ ਕੋਲ ਹੈਗੇ ਆ ਸੰਸਥਾ ਦੇ ਵਿੱਚ, ਉਸ ਵੱਧ ਸਿਸਟਮ ਸਾਡੇ ਨਾਲ ਜੁੜੇ ਦੇ ਆਪਾਂ ਨੈਟਵਰਕਿੰਗ ਕੀਤੀ ਦੀ ਹੈ। ਹੁਣ ਆਪਾਂ ਇੱਕ ਕਨੈਕਸ਼ਨ ਲੈ ਲਿਆ, ਉਸ ਇੱਕ ਕਨੈਕਸ਼ਨ ਨੂੰ ਆਪਾਂ ਸਾਰੇ ਕਨੈਕਸ਼ਨ ਦੇ ਨਾਲ ਜੋੜਦਾ। ਜੁੜਾਂਗੇ ਤੇ ਉਹ ਥੋੜਾ ਔਖਾ ਵੀ ਹੋ ਜਾਂਦਾ, ਕਿਉਂਕਿ ਉਸ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ, ਵਾਇਰ ਦਾ ਖਰਚਾ ਜ਼ਿਆਦਾ ਹੋ ਜਾਂਦਾ, ਕੇਬਲ ਜ਼ਿਆਦਾ ਵਰਤਣੀਆਂ ਪੈਣੀਆਂ। ਤੇ ਉਸ ਕੇਬਲ ਦੇ ਵਿੱਚ ਆਪਾਂ ਇੱਕ ਵਾਈਫਾਈ ਕਨੈਕਸ਼ਨ ਲਗਾ ਲੈਂਦੇ ਹਾਂ, ਸੇਮ ਉਹੀ ਕੇਬਲ ਦੇ ਉੱਤੇ ਹੀ, ਜਿਹਦੇ ਨਾਲ ਕੀ ਆਪਾਂ ਹਰ ਇੱਕ ਸਿਸਟਮ ਦੇ ਉੱਤੇ ਇੱਕ ਵਾਈਫਾਈ ਸਲੋਟ ਹੁੰਦੀ ਹੈ ਅਵੇਲੇਬਲ, ਆਪਾਂ ਉਹ ਲਗਾ ਲੈਂਦੇ ਹਾਂ। ਔਰ ਆਪਾਂ ਹਰ ਸਿਸਟਮ ਦੇ ਉੱਤੇ ਕੇਬਲ ਦੇ ਨਾ ਹੋਣ ਦੇ ਬਾਵਜੂਦ ਵੀ ਆਪਾਂ ਵਾਈਫਾਈ ਦੇ ਨਾਲ ਕਨੈਕਟ ਕਰਕੇ ਆਪਾਂ ਸਾਰਾ ਸਿਗਨਲ ਜਾਂ ਜੋ ਵੀ ਨੈਟਵਰਕਿੰਗ ਆਪਾਂ ਪੋਸੀਬਲ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਜਿਵੇਂ ਆਪਾਂ ਗੱਲਬਾਤ ਕਰਨੀ ਹੋਵੇ ਕਿਸੇ ਵੀ ਮੀਡੀਅਮ ਦੇ ਥਰੂ ਆਪਾਂ ਪੋਸੀਬਲ ਹੈਗੀ ਹੈ। ਬਟ ਜਦੋਂ ਆਪਾਂ ਡਾਟਾ ਟ੍ਰਾਂਸਫਰ ਕਰਨਾ ਵਾ ਦੂਸਰੇ ਸਿਸਟਮ ਨਾਲ, ਉਹਦੇ ਲਈ ਸਾਨੂੰ ਕੇਬਲ ਦੀ ਲੋੜ ਪੈਣੀ ਹੀ ਹੈ, ਜੋ ਕਿ ਆਪਾਂ ਰੀਡ ਆਊਟ ਕਰਾਂਗੇ। ਜਿਵੇਂ ਕਿ ਐਗਜ਼ਾਮਪਲ ਦੇਖੋ ਬੜੀ ਵਧੀਆ ਵਾ ਲੋਕਲ ਏਰੀਆ ਨੈਟਵਰਕ ਦੇ ਵਿੱਚ, ਕਿ ਇੱਕ ਮੇਨ ਜਿਹੜੀ ਸੈਂਟਰ ਕੇਬਲ ਜਾ ਰਹੀ ਹੈ, ਜੋ ਕਿ ਸਾਰੇ ਸਿਸਟਮ ਦੇ ਨਾਲ ਜੁੜੀ ਹੋਈ ਹੈ। ਜਿਵੇਂ ਕਿ ਯੂਜ਼ਰ ਤੁਸੀਂ ਦੇਖ ਰਹੇ ਹੋ, ਸਿਸਟਮ 2 ਸਿਸਟਮ ਹੈ, 3 ਸਿਸਟਮ ਹੈ, 4 ਸਿਸਟਮ ਹੈ। ਆਪਾਂ ਨੈਟਵਰਕਿੰਗ ਜ਼ਰੂਰੀ ਨਹੀਂ ਹੈ ਕਿ ਆਪਾਂ ਸਿਸਟਮ ਦੇ ਨਾਲ ਕਰਨੀ ਹੈ। ਹੁਣ ਆਪਾਂ ਸ਼ੇਅਰਿੰਗ ਦੀ ਗੱਲ ਕਰ ਰਹੇ ਹਾਂ, ਸ਼ੇਅਰਿੰਗ ਦੇ ਵਿੱਚ ਤੁਹਾਨੂੰ ਪਤਾ ਕਿ ਸਾਰਿਆਂ ਨੂੰ ਪ੍ਰਿੰਟਰ ਸ਼ੇਅਰਿੰਗ ਆਉਂਦਾ, ਸਕੈਨਰ ਸ਼ੇਅਰਿੰਗ ਆਉਂਦਾ, ਠੀਕ ਹੈ ਨਾ। ਹੁਣ ਆਪਾਂ 6 ਜਾਂ 7 ਸਿਸਟਮ ਦੇ ਉੱਤੇ ਬੈਠੇ ਦੇ ਹਾਂ, ਹੁਣ ਆਪਾਂ ਕੋਈ ਪ੍ਰਿੰਟ ਦੇਣਾ ਹੋ, ਠੀਕ ਹੈ। ਹੁਣ ਸਾਡੇ ਕੋਲ ਇੱਕੋ ਪ੍ਰਿੰਟਰ ਹੈ, ਇੱਕ ਪ੍ਰਿੰਟਰ ਦੇ ਨਾਲ ਆਪਾਂ ਸਾਰੀ ਨੈਟਵਰਕਿੰਗ ਕੀਤੀ ਦੀ ਹੈ, ਹੋਸਟ ਨੇ ਸਾਰੀ ਨੈਟਵਰਕਿੰਗ ਕਰਕੇ ਰੱਖੀ ਹੈ। ਤੇ ਜਦੋਂ ਆਪਾਂ ਇੱਕ ਪ੍ਰਿੰਟਰ ਦੂਸਰੇ ਪ੍ਰਿੰਟਰ ਤੋਂ ਬੈਠੇ ਆ
ਅਲੋਂਗ 6 ਤੋਂ 7 ਸਿਸਟਮ ਹੈ। ਇੱਕ ਸਿਸਟਮ ਤੋਂ ਬਹਿ ਕੇ ਆਪਾਂ ਉੱਥੋਂ ਕਮਾਂਡ ਦਿੱਤੀ ਹੈ ਤੇ ਆਟੋਮੈਟਿਕਲੀ ਉਹ ਪ੍ਰਿੰਟਰ ਚੋਂ ਹੀ ਸਾਡਾ ਪ੍ਰਿੰਟ ਨਿਕਲ ਜਾਏਗਾ ਬਿਕੋਜ਼ ਆਫ ਨੈਟਵਰਕਿੰਗ। ਆਪਾਂ ਉਸ ਪ੍ਰਿੰਟਰ ਦੇ ਨਾਲ ਵੀ ਨੈਟਵਰਕਿੰਗ ਕਰਕੇ ਰੱਖੀ ਦੀ ਹੈ। ਸੋ ਆਊਟਪੁੱਟ ਲੈਣਾ। ਨੈਕਸਟ ਹੈਗਾ ਮੈਨ। ਫਸਟ ਹੀ ਲੈਨ, ਸੈਕਿੰਡ ਹੈਗਾ ਮੈਨ। ਲੈਨ ਦੇ ਵਿੱਚ ਮੈਂ ਫਿਰ ਕਲੀਅਰ ਆਊਟ ਕਰਦਾ ਕਿ ਇੱਕ ਸਿਟੀ ਦੇ ਅੰਦਰ ਹੀ ਆਪਾਂ ਆਪਣਾ ਲੈਨ ਜਿਹੜੀ ਪੋਸੀਬਲ ਕਰ ਸਕਦੇ ਹਾਂ। ਔਰ ਮੈਨ ਦੀ ਗੱਲ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ। ਇਹਦੇ ਅੰਦਰ ਕੀ ਹੈ ਕਿ ਇਹ ਆਪਾਂ ਇੱਕ ਸਿਟੀ ਨੂੰ ਵੀ ਸਪਰੈਡ ਕਰ ਸਕਦੇ ਹਾਂ। ਉਹਦੇ ਵਿੱਚ ਹੀ ਆਪਾਂ ਇੱਕ ਬਿਲਡਿੰਗ, ਇੱਕ ਦਾਇਰਾ ਹੈ ਕਿ ਉਸ ਦਾਇਰੇ ਦੇ ਅੰਦਰ ਹੀ ਆਪਾਂ ਕੰਮ ਕਰ ਸਕਦੇ ਹਾਂ। ਕੋਈ ਫਿਊ ਕਿਲੋਮੀਟਰਸ ਲਈ, ਲਾਈਕ 5 ਕਿਲੋਮੀਟਰ ਜਾਂ 1 ਤੋਂ 5 ਕਿਲੋਮੀਟਰ ਦੀ ਉਹਦਾ ਦਾਇਰਾ ਹੁੰਦਾ। ਉਸ ਤੋਂ ਬਾਅਦ ਆਪਾਂ ਨੈਟਵਰਕਿੰਗ ਕਰਨੀ ਪੋਸੀਬਲ ਨਹੀਂ ਹੁੰਦੀ। ਨੈਕਸਟ ਫਿਰ ਉਹਨਾਂ ਨੇ ਇੰਬੈਡ ਕਰਕੇ ਮੈਨ ਨੈਟਵਰਕਿੰਗ ਇੰਬੈਡ ਕਰਦੀ। ਉਹਦਾ ਕੀ ਨਾਮ ਸੀ? ਓਵਰ ਅ ਸਿਟੀ router in a man are connected using cable। ਕੰਮ ਸੇਮ ਹੀ ਕੇਬਲ ਦੇ ਥਰੂ ਹੀ ਕੰਮ ਹੋਣਾ ਹੀ, ਬਟ ਮੈਨ ਸਿਟੀ ਪੂਰੀ ਸਿਟੀ ਨੂੰ ਕਵਰ ਅਪ ਕਰਨਾ ਸ਼ੁਰੂ ਕਰਤਾ ਉਹਨਾਂ ਨੇ। 30 ਤੋਂ 50 ਕਿਲੋਮੀਟਰ ਤੱਕ ਉਹਦੀ ਜਿਹੜੀ ਆ ਦਾਇਰਾ ਬਣਾਤਾ ਉਹਨਾਂ ਨੇ ਕਿ 30 ਤੋਂ 50 ਕਿਲੋਮੀਟਰ ਤੱਕ ਆਪਾਂ ਕੇਬਲ ਪ੍ਰੋਵਾਈਡ ਕਰ ਸਕਦੇ ਹਾਂ। ਐਗਜ਼ਾਮਪਲ ਤੇ ਟੈਲੀਵਿਜ਼ਨ ਕਨੈਕਸ਼ਨ ਦਾ ਮੁੱਦਾ ਕੇਬਲ ਟੈਲੀਵਿਜ਼ਨ। ਹੁਣ ਦੇਖ ਲਓ ਕਿ ਇੱਕ ਸਿਟੀ ਦੇ ਉੱਤੇ ਆਪਾਂ ਕੇਬਲ ਜਿਹੜੀ ਲਗਾਉਂਦੇ ਆ, ਸਾਨੂੰ ਘਰਾਂ ਤੇ ਟੈਲੀਕਾਸਟ ਹੋ ਰਿਹਾ ਵਾ, ਠੀਕ ਹੈ, ਕਿਸੇ ਵੀ ਤਰ੍ਹਾਂ ਦਾ ਸਾਨੂੰ ਟੈਲੀਕਾਸਟ ਚੱਲ ਰਿਹਾ ਵਾ। ਹੁਣ ਦੇਖ ਲਓ ਕਿ ਜਿਹੜਾ ਸਰਵਿਸ ਪ੍ਰੋਵਾਈਡਰ ਹੈ, ਜਿਹੜਾ ਸਾਨੂੰ ਸਰਵਿਸ ਦੇ ਰਿਹਾ ਵਾ, ਟੈਲੀਵਿਜ਼ਨ ਦੀ ਸਰਵਿਸ ਦੇ ਰਿਹਾ ਜਾਂ ਕੇਬਲ ਦੀ ਸਰਵਿਸ ਦੇ ਰਿਹਾ ਵਾ, ਉਸ ਕੇਬਲ ਦੀ ਸਰਵਿਸ ਤੇ ਤੁਸੀਂ ਦੇਖ ਲਓ ਕਿ ਉਹ ਜੇ ਪੂਰੇ ਸਿਟੀ ਦੇ ਅੰਦਰ ਸਾਨੂੰ ਸਰਵਿਸ ਪ੍ਰਦਾਨ ਕਰ ਰਿਹਾ, ਔਰ ਸਰਵਿਸ ਪ੍ਰੋਵਾਈਡਰ ਇੱਕ ਹੀ ਹੈ। ਉਹ ਜ਼ਿਆਦਾ ਸਰਵਿਸ ਪ੍ਰੋਵਾਈਡਰ ਹੋਣਗੇ ਉਨਾ ਹੀ ਖਰਚਾ ਕੰਪਨੀ ਦਾ ਵੱਧ ਜਾਂਦਾ। ਇਸ ਕਰਕੇ ਸਰਵਿਸ ਪ੍ਰੋਵਾਈਡਰ ਉਹਨਾਂ ਨੇ ਇੱਕ ਹੀ ਰੱਖਿਆ, ਪਰ ਉਹਨਾਂ ਦਾ ਜਿਹੜਾ ਡਿਸਟੈਂਸ ਵਧਾਤਾ ਉਹਨਾਂ ਨੇ। 30 ਤੋਂ 50 ਕਿਲੋਮੀਟਰ ਤੱਕ ਤੁਸੀਂ ਉਹ ਸਪਰੈਡ ਕਰ ਸਕਦੇ ਹੋ, ਔਰ ਡਾਟਾ ਜਿਹੜਾ ਉਸ ਈਜ਼ੀਲੀ ਟਰੈਵਲ ਹੋ ਸਕਦਾ ਨੈਟਵਰਕਿੰਗ ਦੇ ਥਰੂ। ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੈਂਟਰਲ ਆਫਿਸ ਹੈਡਕੁਆਟਰ ਲਾਇਆ ਉਹਨਾਂ ਨੇ, ਇੱਕ ਵੇਅਰ ਹਾਊਸ ਲਗਾਤਾ, ਇੱਕ ਫੈਕਟਰੀ ਲਗਾਤੀ, ਇੱਕ ਰੀਜਨਲ ਬ੍ਰਾਂਚ ਆਫਿਸ ਲਗਾਤਾ, ਔਰ ਕਿਲੋਮੀਟਰ ਵੀ ਦੱਸਦੇ ਕਿ ਉਹ 10 ਕਿਲੋਮੀਟਰ ਦੇ ਅੰਦਰ, 20 ਕਿਲੋਮੀਟਰ ਦੇ ਅੰਦਰ। ओरिजिनल ਜਿਹੜਾ ਮੇਨ ਬ੍ਰਾਂਚ ਆਫਿਸ ਆ ਉਹ 160 ਕਿਲੋਮੀਟਰ ਅੰਦਰ ਹੈ। ਹੁਣ ਇਹਦੀ ਵੀ ਐਗਜ਼ਾਮਪਲ ਦਿੰਦਾ। ਹੁਣ ਦੇਖੋ ਜਿਹੜਾ 160 ਕਿਲੋਮੀਟਰ ਅੰਦਰ ਹੈ, ਹੁਣ ਇੱਕ ਮੰਨ ਲਓ ਇੱਕ ਬੈਂਕ ਦੀ ਬ੍ਰਾਂਚ ਹੈ, ਗੁਰਦਾਸਪੁਰ ਦੀ ਬ੍ਰਾਂਚ ਹੈ, ਐਗਜ਼ਾਮਪਲ ਜਿਹੜਾ ਸਟੇਟ ਬੈਂਕ ਦੀ ਬ੍ਰਾਂਚ ਹੈ ਗੁਰਦਾਸਪੁਰ, ਉਹਦਾ ਜਿਹੜਾ ਓਰੀਜਨਲ ਹੈਡ ਆਫਿਸ ਹੈ, ਜਿਹੜਾ ਮੇਨ ਕੰਟਰੋਲ ਕਰ ਰਿਹਾ ਵਾ, ਉਹ ਹੈਡ ਆਫਿਸ ਮੰਨ ਲਓ ਤੁਸੀਂ ਕੋਈ ਜਲੰਧਰ ਆ ਜਾਂ ਲੁਧਿਆਣਾ ਵਾ, ਜੋ ਕਿ ਉਹ ਵੀ ਸੇਮ ਐਜ਼ ਇਟ ਇਜ਼ 160 180 ਕਿਲੋਮੀਟਰ ਹੀ ਹੈਗਾ ਗੁਰਦਾਸਪੁਰ ਤੇ ਲਿਖਿਆ ਜਾਵੇ। ਹੁਣ ਕੰਮ ਉੱਥੇ ਵੀ ਸੇਮ ਹੋ ਰਿਹਾ, ਕੰਮ ਇੱਥੇ ਵੀ ਸੇਮ ਹੋ ਰਿਹਾ। ਕਿਵੇਂ ਪੋਸੀਬਲ ਹੈ? ਉਹ ਨੈਟਵਰਕਿੰਗ ਦੇ ਥਰੂ ਪੋਸੀਬਲ ਹੈ, ਕਿਉਂਕਿ ਨੈਟਵਰਕਿੰਗ ਸਾਰਿਆਂ ਦੀ ਆਪਸ ਵਿੱਚ ਜੁਆਇਨ ਹੋਈ ਦੀ। ਆਪਾਂ ਇੱਕ ਸੌਫਟਵੇਅਰ ਯੂਜ਼ ਕਰ ਰਹੇ ਹਾਂ ਜਿਹਦੇ ਨਾਲ ਕੀ ਹੈ ਕਿ ਸਾਰਾ ਕੁਝ ਸ਼ੇਅਰਿੰਗ ਹੋ ਰਿਹਾ ਵਾ। ਆਪਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਜਦੋਂ ਸਾਰਾ ਕੰਮ ਕਰ ਲੈਂਦੇ ਹਾਂ, ਲਾਸਟ ਵਿੱਚ ਜਦੋਂ ਬੈਂਕ ਕਲੋਜ਼ ਕਰਨਾ ਵਾ, ਉਦੋਂ ਆਪਾਂ ਡੇ ਐਂਡ ਕਰਨ ਵੇਲੇ ਆਪਾਂ ਬੈਂਕ ਨੂੰ ਕਲੋਜ਼ ਕਰਨ ਵੇਲੇ ਸਾਰਾ ਕੈਸ਼ ਆਪਾਂ ਜੋੜਦੇ ਹਾਂ। ਕਈ ਵਾਰ ਕੀ ਹੁੰਦਾ ਕੋਈ ਪ੍ਰੋਬਲਮ ਆਈ ਹੈ ਤੇ ਉਹ ਪ੍ਰੋਬਲਮ ਨੂੰ ਫੇਸ ਕਰਨਾ ਬੜਾ ਔਖਾ ਹੋ ਜਾਂਦਾ, ਤੇ ਉਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਹੈਡ ਆਫਿਸ ਫੋਨ ਕੰਟਰੋਲ ਕਰਦੇ ਹਾਂ, ਜਿਵੇਂ ਕਿ ਉਹ ਸੈਂਟਰਲ ਹੈਡਕੁਆਟਰ ਹੈ। ਫਿਰ ਆਪਾਂ ਉੱਥੇ ਕੰਟਰੋਲ ਕਰਦੇ ਹਾਂ ਤਾਂ ਉਹ ਈਜ਼ੀਲੀ ਸੇਮ ਉਹੀ ਕੰਮ ਤੋਂ ਉੱਥੋਂ ਉਹਨਾਂ ਕੋਲ ਕੰਟਰੋਲ ਹੁੰਦਾ, ਔਰ ਉਹ ਕੰਟਰੋਲ ਕਰਕੇ ਸਾਨੂੰ ਆਊਟਪੁੱਟ ਦੇ ਦਿੰਦੇ ਉਸੇ ਵੇਲੇ ਕਿ ਤੁਸੀਂ ਕਰ ਸਕਦੇ ਹੋ ਕੰਪਲੀਟ ਆਪਣਾ ਕੰਮ। ਹੁਣ ਉਹੀ ਗੱਲ ਹੈ ਨਾ ਕਿ ਨੈਟਵਰਕਿੰਗ ਪੋਸੀਬਲ ਹੈ ਕਿਤੇ ਵੀ ਚੱਲ ਜਾਓ। ਇਹ ਸਿਰਫ ਮੈਨ ਦੀ ਗੱਲ ਹੋ ਰਹੀ ਹੈ। ਅੱਗੇ ਆ ਨਾ ਮੈਨ ਜੋ ਕਿ ਹੈ ਵਾਈਡ ਏਰੀਆ ਨੈਟਵਰਕ, WAN, ਮੈਨ ਸੀ ਮੈਟਰੋਪੋਲੀਟਨ, ਤੇ ਇਹ ਹੈਗਾ ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਦੇ ਵਿੱਚ ਮੈਂ ਦੱਸਦਾ ਕਿ ਇੱਕ ਤੇ ਜਿਹੜਾ ਸੀ ਮੈਨ ਸੀ, ਉਹੀ ਸਿਟੀ ਦਾ ਦਾਇਰਾ ਰੱਖਦੇ 50 ਤੋਂ 30 ਤੋਂ 50 ਕਿਲੋਮੀਟਰ। ਔਰ ਜਿਹੜਾ ਵੈਨ ਹੈ ਵਾਈਡ ਏਰੀਆ ਨੈਟਵਰਕ ਜਿਹਨੂੰ ਕਿਹਾ ਜਾਂਦਾ, ਵਾਈਡ ਏਰੀਆ ਨੈਟਵਰਕ ਇਜ਼ ਅ ਨੈਟਵਰਕ ਦੈਟ ਕਨੈਕਟ ਕੰਪਿਊਟਰ ਓਵਰ ਲੌਂਗ ਡਿਸਟੈਂਸ। ਲੌਂਗ ਡਿਸਟੈਂਸ ਉੱਤੇ ਵੀ ਹੈ ਕੰਮ ਕਰਦਾ, ਲਾਈਕ ਸਿਟੀਜ਼ ਦੇ ਅੰਦਰ, ਕੰਟਰੀਜ਼ ਦੇ ਅੰਦਰ, ਕੰਟੀਨੈਂਟਲ ਔਰ ਵਰਲਡ ਵਾਈਡ। ਕਿਵੇਂ ਪੋਸੀਬਲ ਹੈ ਇਹ ਦੱਸਦਾ ਮੈਂ। ਵੈਨ uses public lease or private communication like to spread over long distance. WAN using telephone lines, satellite links and radio links to connect. ਹੁਣ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਜਿੱਦਾਂ ਆਪਾਂ ਟੈਲੀਫੋਨਸ ਯੂਜ਼ ਕਰ ਰਹੇ ਹਾਂ, ਟੈਲੀਫੋਨਸ ਤੱਕ ਰੇਜ਼ ਕਿੱਦਾਂ ਪਹੁੰਚਦੀਆਂ ਹਨ, ਤੁਹਾਨੂੰ ਪਤਾ ਕਿ ਸਾਡੇ ਤੱਕ ਰੇਜ਼ ਜਿਹੜੀਆਂ ਪਹੁੰਚਦੀਆਂ ਰੇਡੀਓ ਵੇਵਸ ਤੱਕ ਵੀ ਜਾਂਦੀਆਂ ਹਨ, ਠੀਕ ਹੈ। ਸਿਗਨਲ ਸਾਨੂੰ ਜਿਹੜੇ ਆ 에ਅਰ ਦੇ ਥਰੂ ਮਿਲਦੇ ਪਏ ਆ। ਇਸੇ ਕਰਕੇ ਇਹ ਵਰਲਡ ਵਾਈਡ ਦੇ ਵਿੱਚ ਅਵੇਲੇਬਲ ਹੈਗਾ। ਕਿਵੇਂ ਅਵੇਲੇਬਲ ਹੈ ਕਿ ਜਦੋਂ ਵੀ ਆਪਾਂ ਸਪੋਜ਼ ਕਰ ਲਓ ਕਿਤੇ ਉਹ ਕੰਟਰੀ 'ਚ ਜਾ ਰਹੇ ਹਾਂ, ਉੱਥੇ ਅੱਜ ਕੱਲ੍ਹ ਜਿਵੇਂ ਸਾਡਾ ਇੰਡੀਆ ਵਾ, ਇੰਡੀਆ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਮੋਸਟਲੀ ਵਾਈਫਾਈ ਸਿਟੀਜ਼ ਨਹੀਂ ਅਵੇਲੇਬਲ ਹੈਗੀਆਂ, ਬਟ ਆਪਾਂ ਜਦੋਂ ਫੋਰਨ ਜਾਂਦੇ ਹਾਂ ਉੱਥੇ ਸਾਰਾ ਕੁਛ ਹੀ ਵਾਈਫਾਈ ਹੈ। ਲਾਈਕ ਆਪਾਂ ਕਿਤੇ ਸਟੇਸ਼ਨ ਤੇ ਵੀ ਬੈਠ ਜਾਂਦੇ ਹਾਂ ਜਾਂ ਕਿਤੇ ਆਪਾਂ ਟਰੈਵਲ ਕਰ ਰਹੇ ਹਾਂ, ਲਾਈਕ ਕਿਸੇ ਵੀ ਆਪਾਂ ਕਾਰ 'ਚ ਟਰੈਵਲ ਕਰ ਰਹੇ ਹਾਂ, ਔਰ ਆਟੋਮੈਟਿਕਲੀ ਸਿਗਨਲ ਜਿਹੜੇ ਉਹਨਾਂ ਦੇ ਵਾਈਫਾਈ ਸਿਗਨਲ
ਜਿਹਦੇ ਨਾਲ ਕੀ ਹੈ ਕਿ ਸਿਗਨਲ ਆਟੋਮੈਟਿਕਲੀ ਕਨੈਕਟ ਹੋਣੇ ਸ਼ੁਰੂ ਕਰ ਦਿੰਦੇ ਆ ਔਰ ਆਪਾਂ ਜਿੱਥੇ ਵੀ ਉਹਨੂੰ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਹਾਂ ਉਹ ਸਿਗਨਲ ਸਾਨੂੰ ਸੈਟੇਲਾਈਟ ਦੇ ਥਰੂ ਮਿਲਦੇ ਰਹਿੰਦੇ ਆ ਤੇ ਕਿਸੇ ਵੀ ਤਰ੍ਹਾਂ ਆਪਾਂ ਉਹ ਆਰਾਮ ਨਾਲ ਈਜ਼ੀਲੀ ਕੰਮ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਨੈਟਵਰਕਿੰਗ ਸਾਨੂੰ ਈਜ਼ੀਲੀ ਪੋਸੀਬਲ ਆ ਹੁਣ ਤੁਸੀਂ ਦੇਖ ਲਓ ਕਿ ਆਪਾਂ ਆਊਟ ਆਫ ਸਟੇਟ ਬੈਠੇ ਆ ਜਾਂ ਆਊਟ ਆਫ ਕੰਟਰੀ ਬੈਠੇ ਆ ਆਪਾਂ ਕੋਈ ਡਾਟਾ ਉੱਥੇ ਭੇਜਣਾ ਹੋਵੇ ਤੇ ਤੁਹਾਨੂੰ ਵੀ ਪਤਾ ਈਜ਼ੀਲੀ ਆਪਾਂ ਉੱਥੋਂ ਮੇਲ ਕਰਦੇ ਆ ਜਾਂ ਸੋਸ਼ਲ ਮੀਡੀਆ ਦੇ ਥਰੂ ਕੁਛ ਵੀ ਸਾਨੂੰ ਮੀਡੀਅਮ ਲਗਾ ਸਕਦੇ ਆ ਜਿਹੜਾ ਆਪਾਂ ਮੀਡੀਆ ਬਣਾ ਸਕਿਆ ਵਾ ਆਪਣੇ ਲੈਵਲ ਤੇ ਵੀ ਔਰ ਜਿਹੜਾ ਜੋ ਬਣੇਗਾ ਵੀ ਹੈਗਾ ਉਸ ਮੀਡੀਅਮ ਦੇ ਥਰੂ ਆਪਾਂ ਆਪਣੀ ਗੱਲਬਾਤ ਜਾਂ ਜੋ ਵੀ ਆਪਾਂ ਟਰੈਵਲ ਕਰਨਾ ਜਾਂ ਡਾਟਾ ਭੇਜਣਾ ਹੈ ਜੋ ਵੀ ਭੇਜਣਾ ਹੈ ਉਹ ਆਪਾਂ ਈਜ਼ੀਲੀ ਸ਼ੇਅਰਿੰਗ ਕਰ ਸਕਦੇ ਹਾਂ the need to be able to connect any numbers of computer that any number of sites result in WAN technology to be different form of the LAN technology. It is slower and less reliable than a LAN. ਹੁਣ slower ਇਸ ਕਰਕੇ ਹੈ because ਕਿ number of users ਵੱਧ ਜਾਂਦੇ ਆ ਠੀਕ ਹੈ LAN ਦਾ LAN ਹੀ ਜਿਹੜੀ ਗੱਲ ਕਰਦੇ ਆ ਕਿ less reliable than a LAN ਤੋਂ ਥੋੜਾ ਜਿਹਾ ਘੱਟ ਕੰਮ ਕਰਦਾ ਕਿਉਂ LAN ਦਾਇਰਾ ਬਿਲਡਿੰਗ ਦੇ ਅੰਦਰ ਠੀਕ ਹੈ ਘਰ ਦੇ ਅੰਦਰ ਆ ਔਰ ਜਿਹੜਾ ਵੈਨ ਹੈ ਵੈਨ ਤੁਹਾਨੂੰ ਪਤਾ ਕਿ ਆਲ ਓਵਰ ਸਿਟੀ ਵਰਲਡ ਵਾਈਡ ਚੱਲ ਰਿਹਾ ਵਾ ਔਰ ਜਿੰਨੇ ਨੰਬਰ ਆਫ ਯੂਜ਼ਰਸ ਵਧਣਗੇ ਤੇ ਥੋੜਾ ਜਿਹਾ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਇੰਟਰਨੈਟ ਇਜ਼ ਅ ਕੰਪਲ ਐਗਜ਼ਾਮਪਲ ਆਫ ਵੈਨ ਇੰਟਰਨੈਟ ਸਭ ਤੋਂ ਵਧੀਆ ਐਗਜ਼ਾਮਪਲ ਦੇਤੀ ਉਹਨਾਂ ਨੇ ਰੋਜ਼ ਇੰਟਰਨੈਟ ਆਪਾਂ ਈਜ਼ੀਲੀ ਵਰਲਡ ਵਾਈਡ ਦੇ ਵਿੱਚ ਚਲਾਉਂਦੇ ਆ ਜਦੋਂ ਵੀ ਆਪਾਂ ਕਿਤੇ ਟਰੈਵਲ ਕਰ ਰਹੇ ਆ ਕਿਤੇ ਖੜੇ ਆ ਜਾਂ ਕਿਤੇ ਘਰੇ ਬੈਠੇ ਆ ਸੋ ਸਾਨੂੰ ਈਜ਼ੀਲੀ ਸਾਨੂੰ ਜਿਹੜੇ ਵੀ ਸਰਵਿਸ ਪ੍ਰੋਵਾਈਡਰ ਹੈਗੇ ਆ ਜਿੰਨੇ ਵੀ ਸਰਵਿਸ ਪ੍ਰੋਵਾਈਡਰ ਮਤਲਬ ਇੰਟਰਨੈਟ ਸਰਵਿਸ ISP ਜਿਹਨੂੰ ਕਹਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜੇ ਸਾਨੂੰ ਇੰਟਰਨੈਟ ਦੀ ਸੇਵਾ ਜੀਓ ਜਿਹੜੇ ਕਿ ਤੁਹਾਨੂੰ ਪਤਾ ਅੱਜ ਬਹੁਤ ਚੱਲ ਰਹੀ ਹੈ ਐਡਵਾਂਸ ਕੰਮ ਕਰ ਰਹੇ ਆ ਔਰ ਸਾਨੂੰ ਹਰ ਇੱਕ ਤਰ੍ਹਾਂ ਦਾ ਸਾਨੂੰ ਪ੍ਰੋਵਾਈਡ ਕਰ ਰਹੀ ਹੈ ਇੰਟਰਨੈਟ ਦੀ ਸੇਵਾ ਔਰ ਉਹਦੀ ਮੇਨ ਐਗਜ਼ਾਮਪਲ ਦੇ ਦਿੱਤੀ ਕਿ ਵਰਲਡ ਵਾਈਡ ਦੇ ਵਿੱਚ ਕੰਮ ਕਰ ਰਹੀ ਹੈ ਇਹ ਦੇਖੋ ਵਰਲਡ ਵਾਈਡ ਦੇ ਵਿੱਚ ਐਗਜ਼ਾਮਪਲ 'ਚ ਉਹਨਾਂ ਨੇ ਬੜਾ ਵਧੀਆ ਬਣਾਤਾ ਉਹਨਾਂ ਨੇ ਕਿ ਨਿਊਯਾਰਕ 'ਚ ਬੈਠਾ ਕੋਈ ਮਿਆਮੀ 'ਚ ਬੈਠਾ ਕੋਈ ਲੋਸ ਐਂਜਲਸ 'ਚ ਬੈਠਾ ਕੋਈ ਸਕੈਟਲ 'ਚ ਬੈਠਾ ਮਤਲਬ ਹਰ ਇੱਕ ਕੰਟੀਨੈਂਟਲ ਉਹਨਾਂ ਵਰਲਡ ਵਾਈਡ 'ਚ ਯੂਜ਼ ਕਰਦੇ ਆ ਕਿ ਦੇਖ ਲਓ ਕਿ ਡਿਫਰੈਂਟ ਹੈਗੀਆਂ ਕੰਟਰੀਜ਼ ਹੈਗੀਆਂ ਜਿੱਥੇ ਆਪਾਂ ਨੈਟਵਰਕਿੰਗ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਡਾਟਾ ਟਰੈਵਲ ਕਰਨਾ ਹੋਵੇ ਸੋ ਬਹੁਤ ਪੋਸੀਬਲ ਹੈਗਾ ਈਜ਼ੀਲੀ ਆਪਾਂ ਕਰ ਸਕਦੇ ਹਾਂ ਕਿਉਂਕਿ ਉਹਦਾ ਮੀਡੀਅਮ ਸਾਰਿਆਂ ਨੂੰ ਪਤਾ ਹੁਣ ਆਪਾਂ ਮੇਲ ਕਰਦੇ ਹਾਂ ਠੀਕ ਹੈ ਆਪਾਂ WhatsApp ਤੇ ਕੁਛ ਨਾ ਕੁਛ ਸੈਂਡ ਕਰ ਦਿੰਦੇ ਹਾਂ ਭਾਵੇਂ ਉਹ ਸਾਡਾ ਕੰਟਰੀ ਬੈਠਾ ਹੋਵੇ ਬੰਦਾ ਬਟ ਉਹ ਮੀਡੀਅਮ ਕੀ ਹੈ ਵੈਨ ਉਹਦੇ ਥਰੂ ਹੀ ਕੰਮ ਹੁੰਦਾ ਨੈਕਸਟ ਕੀ ਹੈ ਟੋਪੋਲੋਜੀਜ਼ ਦੀ ਗੱਲ ਕਰਦੇ in which computer are interconnected ਕਿ ਆਪਾਂ ਫਿਜ਼ੀਕਲੀ ਸਿਸਟਮ ਨੂੰ ਆਪਾਂ ਕਿੱਦਾਂ ਜੋੜਦਾ ਠੀਕ ਹੈ ਇਹ ਟੋਪੋਲੋਜੀਜ਼ ਦੇ ਵੀ ਆਪਾਂ ਡਿਪੈਂਡ ਕਰਦੇ ਹਾਂ ਕਿ 5 ਟੋਪੋਲੋਜੀ ਇਹਨਾਂ ਨੂੰ ਯੂਜ਼ ਕਰਦੇ ਆ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲੀ ਟੋਪੋਲੋਜੀ ਹੈ ਸਟਾਰ ਟੋਪੋਲੋਜੀ ਚ ਕੀ ਕਰਦੇ ਆ ਡਿਵਾਈਸ ਆਰ ਕਨੈਕਟਡ ਟੂ ਦ ਸੈਂਟਰਲ ਕੰਪਿਊਟਰ ਹਬ ਇੱਕ ਡਿਵਾਈਸ ਜਿਹੜੀ ਕਿ ਸੈਂਟਰਲ ਕੰਪਿਊਟਰ ਦੇ ਨਾਲ ਜੋੜ ਕੇ ਰੱਖੀ ਦੀਆਂ ਵਾ ਮਤਲਬ ਕਿ ਇੱਕ ਜਿਹਨੂੰ ਹੱਬ ਦਾ ਨਾਮ ਦਿੱਤਾ ਵਾ 4 5 6 7 8 ਜਿੰਨੇ ਵੀ ਸਿਸਟਮ ਹੈਗੇ ਆ ਉਹਨੂੰ ਆਪਸ ਵਿੱਚ ਜੋੜਿਆ ਠੀਕ ਹੈ ਉਹ ਜਿਹੜੀ ਮੇਨ ਕੇਬਲ ਆ ਉਹ ਹੱਬ ਦੇ ਨਾਲ ਜੁੜਦੀ ਮਤਲਬ ਕਿ ਮੈਂ ਹੁਣ ਉਹ ਕੰਟਰੋਲ ਆ ਮੈਂ ਤੁਸੀਂ ਐਗਜ਼ਾਮਪਲ ਤੌਰ ਤੇ ਮੈਨੂੰ ਹੱਬ ਮੰਨ ਲਓ ਠੀਕ ਹੈ ਮੈਂ ਤੁਹਾਨੂੰ ਰੀਡ ਆਊਟ ਕਰਾ ਰਿਹਾ ਤੇ ਤੁਸੀਂ ਸਾਰੇ ਜਾਣੇ ਮੇਰੇ ਨਾਲ ਜੁੜੇ ਦੇ ਠੀਕ ਹੈ ਹੁਣ ਮੈਨੂੰ ਤੁਸੀਂ ਹੱਬ ਮੰਨੋ ਇਸੇ ਤਰ੍ਹਾਂ ਹੀ ਆਪਾਂ ਸਟਾਰ ਟੋਪੋਲੋਜੀ 'ਚ ਕੰਮ ਕਰਦੇ ਹਾਂ ਇੱਕ ਸੈਂਟਰ 'ਚ ਇੱਕ ਹੱਬ ਹੋਏਗੀ ਜੋ ਕਿ 2 ਤੋਂ ਵੱਧ ਜਿੰਨੇ ਵੀ ਸਿਸਟਮ ਹੋਣਗੇ ਉਹਨਾਂ ਨੂੰ ਆਪਸ 'ਚ ਜੋੜ ਕੇ ਰੱਖੇਗਾ A star network is a particularly appropriate for organizations that require a centralized data based on the centralized processing facility. For example, a star network may be used in the banking or centralized record keeping in an online branch office environment. Example तौर पे तुसी नोट डाउन कर सकते हो देखो सेंटर च एक हब है हब ਦੇ ਨਾਲ ਆਪਾਂ 3 ਸਿਸਟਮ ਜੋੜੇ ਆ ਠੀਕ ਹੈ ਇੱਕ ਸਰਵਰ ਜੋੜਤਾ ਇੱਕ ਆਪਾਂ ਕੋਈ ਨਾ ਕੋਈ ਨੈਟਵਰਕਿੰਗ ਕੋਈ ਵੀ ਕੰਪੋਨੈਂਟ ਜੋੜਤਾ ਹਾਰਡਵੇਅਰ ਦਾ ਤੇ ਦੇਖੋ ਇਹ ਸਾਰਿਆਂ ਨੂੰ ਆਪਾਂ ਨੋਡਸ ਦਾ ਨਾਮ ਦੇਤਾ ਕੋਈ ਸੈਂਟਰ ਜਿਹੜਾ ਪੁਆਇੰਟ ਆ ਹੱਬ ਆ ਹੁਣ ਆਪਾਂ ਦੇਖ ਲਓ ਕਿ ਜਦੋਂ ਵੀ ਆਪਾਂ ਕੰਮ ਕਰਦੇ ਆ ਇੱਕ ਸਟਾਰ ਦੀ ਸ਼ੇਪ 'ਚ ਆਪਾਂ ਸਿਸਟਮ ਨੂੰ ਆਪਾਂ ਫਿਰ ਆਪਾਂ ਨੈਟਵਰਕਿੰਗ ਬਹੁਤ ਈਜ਼ੀਲੀ ਕਰ ਸਕਦੇ ਹਾਂ ਇਹਦੇ 'ਚ ਇੱਕ ਸਾਨੂੰ ਐਡਵਾਂਟੇਜ ਕੀ ਹੈ ਐਡਵਾਂਟੇਜ ਮੈਂ ਦੱਸ ਸਕਦਾ ਕਿ ਇਟ ਇਜ਼ ਈਜ਼ੀ ਟੂ ਐਡ ਨਿਊ ਔਰ ਰਿਮੂਵ ਨੋਡਸ ਮਤਲਬ ਆਪਾਂ ਕੋਈ ਵੀ ਨਵਾਂ ਇਹਦੇ ਵਿੱਚ ਸਿਸਟਮ ਆਪਾਂ ਐਡ ਆਨ ਕਰ ਸਕਦੇ ਹਾਂ ਬਿਕੋਜ਼ ਆਪਾਂ ਹੱਬ ਦੇ ਨਾਲ ਹੀ ਉਹਨੂੰ ਜੋੜਨਾ ਪਰ ਹੱਬ ਕੋਈ ਕੀ ਹੈ
ਹਬ ਤੋਂ ਹੀ ਮੇਨ ਸਪਲਾਈ ਆ ਰਹੀ ਹੈ ਜਿਹੜੀ ਨੈਟਵਰਕਿੰਗ ਕਰ ਰਹੀ ਹੈ। ਮਤਲਬ ਇੱਕ ਕੇਬਲ ਆ ਰਹੀ ਹੈ ਜਿਹੜੀ ਮੇਨ ਕੇਬਲ ਹੈ ਜਿੱਥੋਂ ਆਪਾਂ ਨੈਟਵਰਕਿੰਗ ਪੋਸੀਬਲ ਕਰਦੇ ਹਾਂ। ਉਸ ਕੇਬਲ ਦੇ ਥਰੂ ਹੀ ਆਪਾਂ 4 5 6 7 ਜਿੰਨੇ ਵੀ ਸਿਸਟਮ ਆਪਾਂ ਆਪਸ ਵਿੱਚ ਜੋੜ ਸਕਦੇ ਹਾਂ। ਹੁਣ ਹੱਬ ਦੇ ਨਾਲ 3 ਜਾਂ 4 ਸਿਸਟਮ ਜਿੱਦਾਂ ਇੱਥੇ ਜੋੜੇ ਗਏ ਆ, ਐਜ਼ ਇਟ ਇਜ਼ ਆਪਾਂ ਉਹਦੇ ਨਾਲ ਇੱਕ ਸਿਸਟਮ ਹੋਰ ਵੀ ਜੋੜ ਸਕਦੇ ਹਾਂ, ਠੀਕ ਹੈ, ਔਰ ਆਪਾਂ ਨੂੰ ਰਿਮੂਵ ਵੀ ਕਰ ਸਕਦੇ ਹਾਂ। ਕੇਬਲ ਹੀ ਉਤਾਰਨੀ ਤੇ ਕੇਬਲ ਆਪਾਂ ਜੋੜਨੀ ਹੈ, ਐਜ਼ ਇਟ ਇਜ਼ ਇਹੀ ਕੰਮ ਹੋਏਗਾ। A node's failure does not bring let down the entire world। मतलब कि ਜਿਵੇਂ ਕਿ ਇਹ ਸਿਸਟਮ ਜੁੜੇ ਦੇ ਆ, 3 ਸਿਸਟਮ ਆ, ਹੁਣ ਇਹਦੇ ਵਿੱਚ ਇੱਕ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਜਾਂ ਨੈਟਵਰਕਿੰਗ ਉਹਨੂੰ ਪੋਸੀਬਲ ਨਹੀਂ ਹੋ ਰਹੀ, ਕੋਈ ਨਾ ਕੋਈ ਇਹਦੇ ਵਿੱਚ ਨੈਟਵਰਕ ਫੇਲੀਅਰ ਆ ਗਿਆ, ਹੁਣ ਇੱਕ ਸਿਸਟਮ ਕੰਮ ਕਰਨਾ ਬੰਦ ਕਰ ਦੂਗਾ, ਇਟ ਮੀਨਸ ਕਿ ਇਹਦਾ ਇਹ ਕੰਮ ਨਹੀਂ ਹੋਏਗਾ ਕਿ ਬਾਕੀ ਸਿਸਟਮ ਵੀ ਕੰਮ ਕਰਨਾ ਬੰਦ ਕਰ ਦੇਣ। ਉਹ ਹਰ ਇੱਕ ਨੂੰ ਪਾਰਟਿਕੂਲਰ ਲੈਨ ਕੇਬਲ ਮਿਲੀ ਦੀ ਹੈ, ਪਾਰਟਿਕੂਲਰ ਨੈਟਵਰਕਿੰਗ ਹਰ ਇੱਕ ਦਾ ਵੱਖਰੀ ਵੱਖਰੀ ਹੁੰਦੀ ਹੈ। ਇਹਦਾ ਇਹ ਫਾਇਦਾ ਬਹੁਤ ਜ਼ਿਆਦਾ ਹੈ। ਕਈ ਵਾਰ ਕੀ ਹੁੰਦਾ ਕਿ ਅਸੀਂ 4 ਸਿਸਟਮ ਤੇ ਬੈਠੇ ਹਾਂ, ਇੱਕ ਸਿਸਟਮ ਸਾਡਾ ਕੰਮ ਕਰਨਾ ਬੰਦ ਕਰ ਰਿਹਾ ਵਾ, ਮੰਨ ਲਓ ਆਪਾਂ ਉੱਥੇ ਪ੍ਰਿੰਟਰ ਦੀ ਕਮਾਂਡ ਦਿੱਤੀ ਆ, ਉਹ ਪ੍ਰਿੰਟਰ ਚੁੱਕ ਨਹੀਂ ਰਿਹਾ ਕਮਾਂਡ ਬਿਕੋਜ਼ ਆਫ ਨੈਟਵਰਕ ਫੇਲੀਅਰ। ਇਸੇ ਕਰਕੇ ਫਿਰ ਉਹ ਕੀ ਕਰਾਂਗੇ ਆਪਾਂ, ਉਸ ਨੈਟਵਰਕ ਨੂੰ ਦੁਬਾਰਾ ਆਪਾਂ ਬ੍ਰੇਕ ਕਰਕੇ ਜਾਂ ਉਹਨੂੰ ਉਤਾਰ ਕੇ ਦੁਬਾਰਾ ਉਹਦਾ ਫਾਲਟ ਚੈੱਕ ਕਰਕੇ ਉਹਨੂੰ ਈਜ਼ੀਲੀ ਆਪਾਂ ਜੋੜ ਸਕਦੇ ਹਾਂ। ਇਟ ਇਜ਼ ਈਜ਼ੀ ਟੂ ਡਾਇਗਨੋਸ ਨੈਟਵਰਕ ਪ੍ਰੋਬਲਮ ਥਰੂ ਆ ਸੈਂਟਰਲ ਹਬ। ਉਹੀ ਗੱਲ ਮੈਂ ਕਰ ਰਿਹਾ ਹਾਂ ਰਿਪੀਟ ਕਿ ਆਪਾਂ ਉਹ ਜਿਹੜੀ ਕੋਈ ਵੀ ਪ੍ਰੋਬਲਮ ਆਏਗੀ ਜਿਹੜੀ ਕਿ ਆਪਾਂ ਨੈਟਵਰਕ ਫੇਲੀਅਰ ਹੋ ਰਹੀ ਹੈ, ਉਸ ਪ੍ਰੋਬਲਮ ਨੂੰ ਆਪਾਂ ਈਜ਼ੀਲੀ ਡਾਇਗਨੋਸ ਕਰ ਸਕਦੇ ਹਾਂ ਬਿਕੋਜ਼ ਇਕੱਲੇ ਸਿਸਟਮ ਨਾਲ ਜੁੜੇ ਦੇ ਹੱਬ ਨਾਲ, ਤੇ ਉਹ ਈਜ਼ੀਲੀ ਆਪਾਂ ਡਾਇਗਨੋਸ ਕਰ ਸਕਦੇ ਹਾਂ। The central hub fail, point ਕੀ ਹੈ ਇੱਥੇ ਡਿਸਐਡਵਾਂਟੇਜ ਆਉਂਦਾ ਹੈ। If the central hub fail, the whole network cease to function। देखो बड़ा इजी, बड़े आराम ਨਾਲ ਉਹਨਾਂ ਨੇ ਸਮਝਾਇਆ ਕਿ ਦੇਖੋ ਪਹਿਲੇ ਕੀ ਸੀ ਕਿ ਇੱਕ ਕੇਬਲ ਮੇਨ ਆਈ ਤੇ 4 ਸਿਸਟਮ ਜਾਂ 5 ਸਿਸਟਮ ਜੋੜੇ ਦੇ ਆ। ਹੁਣ ਐਡਵਾਂਟੇਜ ਕੀ ਇੱਕ ਸਿਸਟਮ ਕੰਮ ਕਰਨਾ ਬੰਦ ਕਰ ਦੇਗਾ ਤਾਂ ਇਟ ਮੀਨਸ ਬਾਕੀ ਸਿਸਟਮ ਚੱਲਣਗੇ। ਬਟ ਜੇ ਮੇਨ ਹੱਬ ਹੀ ਕੰਮ ਕਰਨਾ ਬੰਦ ਕਰ ਦੇ, ਸਪੋਜ਼ ਮੈਂ ਮੀਟਿੰਗ ਲੈ ਰਿਹਾ ਹਾਂ, ਠੀਕ ਹੈ, ਮੈਂ ਇੱਥੇ ਹੱਬ ਹੀ ਆ, ਮੈਨੂੰ ਐਗਜ਼ਾਮਪਲ ਤੇ ਤੁਸੀਂ ਹੱਬ, ਮੈਂ ਉਹਨੂੰ ਤੁਹਾਨੂੰ ਰੀਡ ਆਊਟ ਕਰਾ ਰਿਹਾ। ਇਨ ਕੇਸ ਕਿ ਮੇਰੀ ਇੱਥੋਂ ਕਨੈਕਟੀਵਿਟੀ ਬੰਦ ਹੋ ਜਾਏ ਜਾਂ ਮੈਨੂੰ ਜਿਹੜਾ ਇੰਟਰਨੈਟ ਮਿਲ ਰਿਹਾ ਵਾ ਜਿਹਦੇ ਥਰੂ ਮੈਂ ਤੁਹਾਡੇ ਤੱਕ ਗੱਲ ਪਹੁੰਚਾ ਰਿਹਾ, ਜੇ ਮੇਰਾ ਇੰਟਰਨੈਟ ਹੀ ਬੰਦ ਹੋ ਜਾਏ ਤੇ ਮੇਰੀ ਆਟੋਮੈਟਿਕਲੀ ਤੁਹਾਨੂੰ ਪਤਾ ਮੀਟਿੰਗ ਐਂਡ ਹੋ ਜਾਣੀ ਹੈ ਤੇ ਦੁਬਾਰਾ ਮੈਨੂੰ ਰੀਜੁਆਇਨ ਕਰਨੀ ਪਏਗੀ ਕਿਸੇ ਨਾ ਕਿਸੇ ਹੋਰ ਮੀਡੀਅਮ ਦੇ ਥਰੂ। ਐਜ਼ ਇਟ ਇਜ਼ ਏਦਾਂ ਹੀ ਹੈ ਕਿ ਜੇ ਮੇਨ ਹੱਬ, ਜਿਹੜੀ ਮੇਨ ਹੱਬ ਹੈ ਇਹਦੇ ਵਿੱਚ ਜਿੱਦਾਂ ਮੈਂ ਹੋਸਟ ਹਾਂ ਉਦਾਂ ਹੀ ਉਹ ਹੱਬ ਹੈ, ਜੇ ਹੱਬ ਕਰਨਾ ਬੰਦ ਕਰ ਦੇ ਜਾਂ ਉਹਨੂੰ ਕੋਈ ਨੈਟਵਰਕ ਫੇਲੀਅਰ ਹੋ ਜਾਏ, ਪਿੱਛੋਂ ਸਪਲਾਈ ਨਹੀਂ ਪ੍ਰੋਪਰ ਆ ਰਹੀ, ਤੇ ਇਟ ਮੀਨਸ ਪੂਰਾ ਹੋਲ ਨੈਟਵਰਕ ਫੇਲ ਹੋ ਜਾਊਗਾ। ਠੀਕ ਹੈ, ਇਹ ਬਹੁਤ ਈਜ਼ੀ ਹੈ। ਨੈਕਸਟ ਹੈ ਇਟ ਕੋਸਟ more to cable a star configuration than other topologies because more cable is required than the other topologies। ਹੁਣ ਕਹਿੰਦੇ ਕਿ ਇਹਦੀ ਕੋਸਟ ਥੋੜੀ ਜ਼ਿਆਦਾ ਵਾ ਬਿਕੋਜ਼ ਆਫ ਮੋਰ ਕੇਬਲ। ਓਬਵੀਅਸਲੀ ਸਾਨੂੰ ਪਤਾ ਹੈ ਕਿ ਜਦੋਂ ਆਪਾਂ 4 5 6 ਸਿਸਟਮ ਜਿੰਨੇ ਵੀ ਉਹਦਾ ਇਹੀ ਡਿਸਐਡਵਾਂਟੇਜ ਕਿ ਜ਼ਿਆਦਾ ਕੇਬਲਸ ਨਾਲ ਜੋੜਨੀਆਂ ਪੈਣਗੀਆਂ, ਹਰ ਇੱਕ ਨੂੰ ਪਾਰਟਿਕੂਲਰ ਵੱਖਰਾ ਵੱਖਰਾ ਕੇਬਲ ਜੋੜਨੀਆਂ ਪੈਂਦੀਆਂ, ਠੀਕ ਹੈ। ਹੁਣ ਇਕੱਲੀ ਕੇਬਲ ਸਾਰਿਆਂ ਨੂੰ ਦੇਵਾਂਗੇ ਤੇ ਉਹਦਾ ਡਿਸਐਡਵਾਂਟੇਜ ਤੇ ਇਹੀ ਹੈ ਮੇਨ ਕਿ ਕੇਬਲ ਸਾਨੂੰ ਜ਼ਿਆਦਾ ਦੀ ਲੋੜ ਪੈਂਦੀ ਹੈ, ਜ਼ਿਆਦਾ ਸਾਨੂੰ ਕੇਬਲ ਦੀ ਲੋੜ ਪਏਗੀ ਤੇ ਕੋਸਟ ਓਬਵੀਅਸਲੀ ਮਹਿੰਗੀ ਹੋ ਜਾਏਗੀ। ਇਹੀ ਮੇਨ ਡਿਸਐਡਵਾਂਟੇਜ ਹੈ। ਸੈਕਿੰਡ ਆਪਾਂ ਟੋਪੋਲੋਜੀਜ਼ ਆਪਾਂ ਪੜ੍ਹੀਏ ਉਹ ਆਉਂਦੀ ਹੈ ਬੱਸ ਟੋਪੋਲੋਜੀਜ਼। ਪਹਿਲੀ ਸੀ ਆਪਾਂ ਸਟਾਰ ਟੋਪੋਲੋਜੀ, ਸਟਾਰ ਸ਼ੇਪ ਦੇ ਵਿੱਚ ਬੱਸ ਦੇ ਸ਼ੇਪ ਵਿੱਚ। In bus topologies, a single network cables run in a building or campus, and all nodes are linked along with the communication line with 2 endpoints called the bus or backbone। This structure is very popular for the local area network। और bus topologies मैं ਦੱਸਦਾ ਕਿ ਅੱਜਕੱਲ ਇਹਨੂੰ लैब ਦੇ ਵਿੱਚ यूज करते हैं, कंप्यूटर लैब यूज कर रहे हैं, ठीक है, ਜਾਂ ਕੋਈ ਕਿਸੇ ਵੀ ਸਿਸਟਮ 'ਚ ਬੈਠੇ ਉੱਥੇ ਜ਼ਿਆਦਾਤਰ ਜਿਹੜੀਆਂ ਸਾਡੀਆਂ ਟੋਪੋਲੋਜੀਜ਼ ਯੂਜ਼ ਹੁੰਦੀਆਂ ਉਹ ਇਹੀ ਬੱਸ ਟੋਪੋਲੋਜੀਜ਼ ਯੂਜ਼ ਹੁੰਦੀਆਂ ਜ਼ਿਆਦਾਤਰ। ਤੁਸੀਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਕੰਮ ਕਿੱਦਾਂ ਹੁੰਦਾ ਹੈ। ਤੁਸੀਂ ਡਾਇਗਰਾਮ ਦੇਖ ਲਓ ਕਿ ਇੱਕ ਸੈਂਟਰ 'ਚ ਮੇਨ ਕੇਬਲ ਜਾ ਰਹੀ ਹੈ ਜਿਹਨੂੰ ਆਪਾਂ ਇੱਥੇ ਨਾਮ ਦੇ ਦਿੱਤਾ ਬੱਸ ਨੈਟਵਰਕ ਟੋਪੋਲੋਜੀਜ਼। ਮਤਲਬ ਮੇਨ ਕੇਬਲ ਜਿਹੜੀ ਸਰਵਿਸ ਪ੍ਰੋਵਾਈਡਰ ਹੋ ਰਿਹਾ ਸਾਨੂੰ ਇੰਟਰਨੈਟ ਦੀ ਸੇਵਾਵਾਂ ਦੇ ਰਹੀਆਂ, ਠੀਕ ਹੈ, ਮੇਨ ਜਿਹੜੀ ਕੇਬਲ ਜਾ ਰਹੀ ਹੈ ਉਸ ਕੇਬਲ ਦੇ ਨਾਲ ਆਪਾਂ 5 6 ਜਿੰਨੇ ਵੀ ਸਿਸਟਮ ਆਪਾਂ ਜੋੜੇ ਆ। ਹੁਣ ਐਗਜ਼ਾਮਪਲ ਜਿੱਦਾਂ ਉਹਨਾਂ ਨੇ ਬੜੀ ਵਧੀਆ ਦੱਸੀ ਹੈ ਕਿ 3 ਸਿਸਟਮ ਉੱਪਰ ਹੈ ਤੇ 2 ਸਿਸਟਮ ਉੱਪਰ ਆ। ਤੁਸੀਂ ਬੱਸ ਦੀ ਗੱਲ ਕਰ, ਬੱਸ 'ਚ 2 ਐਂਡ ਹੋਇਆ, ਇੱਕ ਹੁੰਦਾ ਇਨ, ਇੱਕ ਹੁੰਦਾ ਆਊਟ। ਇਸੇ ਤਰ੍ਹਾਂ ਇਨ ਤੋਂ ਆਪਾਂ ਡਾਟਾ ਟਰੈਵਲ ਕਰ ਰਹੇ ਹਾਂ, ਉਹ ਜਿਹੜੀ ਸਾਡੀ ਮੇਨ ਕੇਬਲ ਜਾ ਰਹੀ ਹੈ ਆਊਟ ਹੋ ਰਿਹਾ। ਏਦਾਂ ਹੀ 5 ਸਿਸਟਮ ਆਪਾਂ ਨਾਲ ਜੋੜੇ ਆ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ
ਜਿਵੇਂ ਬੱਸ ਦੀਆਂ ਜਿਹੜੀਆਂ ਸਵਾਰੀਆਂ ਹੁੰਦੀਆਂ, ਸੀਟਸ ਹੁੰਦੀਆਂ, 3 ਸਿਸਟਮ ਇੱਕ ਸਾਈਡ ਹੁੰਦੇ, 2 ਇੱਕ ਸਾਈਡ ਹੁੰਦੇ। ਏਦਾਂ ਹੀ ਦੇਖ ਸਕਦੇ ਹੋ ਕਿ 3 ਸਿਸਟਮ, ਇੱਥੇ ਸਿਰਫ 3 ਜਾਂ 5 ਸਿਸਟਮ ਦੀ ਗੱਲ ਹੋ ਰਹੀ ਹੈ। ਆਪਾਂ 3 ਤੋਂ 5 ਜਿੰਨੇ ਵੀ 2 ਤੋਂ ਬਾਅਦ ਜਿੰਨੀ ਵੀ ਨੈਟਵਰਕਿੰਗ ਹੁੰਦੀ ਹੈ ਆਪਾਂ ਪੋਸੀਬਲ ਕਰ ਸਕਦੇ ਹਾਂ। ਔਰ ਆਪਾਂ ਨੈਟਵਰਕਿੰਗ ਜਿਹੜੀ ਕਹਿੰਦੀ ਬਸ ਨੈਟਵਰਕਿੰਗ ਟੋਪੋਲੋਜੀ ਦੇ ਰੂਪ ਚ ਕਰਨੀ ਹੈ। ਇਹ ਸਾਨੂੰ ਐਡਵਾਂਟੇਜ ਵੀ ਬਹੁਤ ਹੈ ਤੇ ਡਿਸਐਡਵਾਂਟੇਜ ਜਿਹੜਾ ਆਪਾਂ ਪੜਿਆ ਸੀ ਸਟਾਰ ਦੇ ਵਿੱਚ ਕਿ ਵੱਧ ਕੇਬਲ ਯੂਜ਼ ਕਰਨੀ ਪੈਂਦੀ ਹੈ। ਇਹਦੇ ਵਿੱਚ ਕੇਬਲ ਨਹੀਂ ਯੂਜ਼ ਕਰਨੀ ਪੈਂਦੀ, ਉਹਦੇ ਨਾਲ ਹੀ ਆਪਾਂ ਸਾਰੇ ਸਿਸਟਮ ਆਪਾਂ ਜੋੜੇ ਹੋਏ ਨੇ। ਐਡਵਾਂਟੇਜ ਤੁਸੀਂ ਦੇਖ ਸਕਦੇ ਹੋ, ਰਿਲਾਇਬਲ in very small network as well as easy to use and understand। ਇਹ ਕਾਮਨ ਸੈਂਸ ਹੈ ਕਿ ਈਜ਼ੀ ਟੂ ਯੂਜ਼ ਹੋ ਜਾਂਦਾ, ਬਿਕੋਜ਼ ਸਾਰੇ ਸਿਸਟਮ ਪਾਰਟਿਕੂਲਰ ਆਪਣੀ ਆਪਣੀ ਜਗ੍ਹਾ ਦੇ ਨਾਲ ਜੁੜੇ ਹੁੰਦੇ ਆ ਕੇਬਲ ਦੇ ਨਾਲ, ਸਿੰਗਲ ਕੇਬਲ। ਰਿਕੁਆਇਰ cable to connect the computer together is less expensive than other cabling arrangement। ਇਹ ਵੀ ਕਰ ਰਹੇ ਸੀ ਕਿ ਇਹਦੇ ਲਈ ਜਿਹੜੀ ਐਡਵਾਂਟੇਜ ਉਹੀ ਉਹਦਾ ਡਿਸਐਡਵਾਂਟੇਜ ਸੀ, ਇਹਦੇ 'ਚ ਐਡਵਾਂਟੇਜ ਆ ਗਿਆ ਕਿ ਅਮਾਊਂਟ ਜਿਹੜੀ ਆ ਕੇਬਲ ਦੀ ਬਹੁਤ ਘੱਟ ਯੂਜ਼ ਹੋਏਗੀ ਤੇ ਉਹਦਾ traffic can slow a bus considering। disadvantage ਦੇਖੋ ਇਹਦਾ, heavy network traffic can slow a bus considering। ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਸ ਹੈ, ਬੱਸ ਦੇ ਅੰਦਰ ਜਿਹਨੂੰ ਤੁਹਾਨੂੰ ਪਤਾ ਜ਼ਿਆਦਾ ਬਹਿ ਜਾਂਦੇ ਤੇ ਓਬਵੀਅਸਲੀ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਹੈ, ਆਪਾਂ ਨਿਕਲਣਾ ਔਖਾ ਹੋ ਜਾਂਦਾ ਕਿ ਜਦੋਂ ਸਟੋਪ ਆਉਂਦਾ ਕਿ ਇੱਥੇ ਉਤਰਨਾ ਔਖਾ ਹੋ ਜਾਂਦਾ, ਚੜ੍ਹਨਾ ਔਖਾ ਹੋ ਜਾਂਦਾ। ਸੇਮ ਐਜ਼ ਇਟ ਇਜ਼ ਵਿੱਚ ਹੀ ਇਹਦੇ ਵਿੱਚ ਨੈਟਵਰਕਿੰਗ ਦੇ ਵਿੱਚ ਵੀ ਇਹੀ ਚੀਜ਼ਾਂ ਥੋੜ੍ਹੀਆਂ ਡਿਸਐਡਵਾਂਟੇਜ ਕਰਨੀਆਂ, ਬਿਕੋਜ਼ ਇੱਕ ਹੀ ਕੇਬਲ ਯੂਜ਼ ਹੋ ਰਹੀ ਆ, ਉਸ ਕੇਬਲ ਦੇ ਉੱਤੇ ਤੁਸੀਂ ਸਾਰੇ ਸਿਸਟਮ ਨਾਲ ਜੁੜੇ ਪਏ ਆ ਤੇ ਟ੍ਰੈਫਿਕ ਜਿਹੜਾ ਥੋੜਾ ਜ਼ਿਆਦਾ ਹੋ ਜਾਂਦਾ, ਨੰਬਰ ਆਫ ਕਰ ਰਹੇ ਆ each connection between cable weaken the electrical signal or electrical signal next ਕੀ ਹੈ ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਮਤਲਬ ਇੱਕ ਰਿੰਗ ਦੇ ਸ਼ੇਪ ਦੇ ਵਿੱਚ ਕੰਮ ਕਰਦੀ ਹੈ। ਜਿਵੇਂ ਕਿ ਇੱਕ ਰਿੰਗ ਹੁੰਦੀ ਹੈ ਗੋਲ, ਜਿਵੇਂ ਕਿ ਕੋਈ ਵੀ ਰਿੰਗ ਤੁਸੀਂ ਤੁਹਾਨੂੰ ਸਾਹਮਣੇ ਦੇਖਦੇ ਹੋ ਗੋਲ ਰਿੰਗ, ਉਸ ਗੋਲ ਰਿੰਗ ਦੇ ਨਾਲ ਹੀ ਆਪਾਂ ਹਰ ਇੱਕ ਸਿਸਟਮ ਨੂੰ ਆਪਾਂ ਜੋੜਨਾ one by one। ਜਿੱਦਾਂ ਕਿ ਲਿਖਿਆ ਗਿਆ ਹੈ, ਰਿੰਗ ਟੋਪੋਲੋਜੀ is the network cable passes from one node to another until all nodes are connected in the form of loop or ring। ਕਹਿੰਦਾ ਉਦੋਂ ਤੱਕ ਤੁਸੀਂ ਸਿਸਟਮ ਨੂੰ ਆਪਸ ਵਿੱਚ ਜੋੜਨਾ ਵਾ ਇੱਕ one by one, ਇੱਕ ਤੋਂ ਦੂਸਰੇ ਨਾਲ, ਦੂਸਰੇ ਤੋਂ ਤੀਜੇ ਨਾਲ, ਜਦੋਂ ਤੱਕ ਤੁਹਾਡੀ ਰਿੰਗ ਕੰਪਲੀਟ ਹੋ ਜਾਂਦੀ ਹੈ। ਮਤਲਬ 6 only one direction। ਇਹਦਾ ਇਹੀ ਡਿਸਐਡਵਾਂਟੇਜ ਹੈ, ਦੇਖ ਲਓ ਕਿ ਲਿਖਿਆ ਉਹਨਾਂ ਨੇ ਟ੍ਰਾਂਸਮਿਟ ਇਨ ਓਨਲੀ ਵਨ ਡਾਇਰੈਕਸ਼ਨ। ਡਾਇਰੈਕਸ਼ਨ ਚ ਹੁੰਦਾ ਯੂਜ਼ਡ ਇਨ ਲੈਨ ਔਰ ਵੈਨ। ਲੈਨ ਚ ਆਪਾਂ ਮਤਲਬ ਸਿਟੀ ਦੇ ਅੰਦਰ ਵੀ ਯੂਜ਼ ਕਰ ਸਕਦੇ ਤੇ ਸਿਟੀ ਤੋਂ ਬਾਹਰ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਬਸ ਇਹਦਾ ਡਿਸਐਡਵਾਂਟੇਜ ਮੈਂ ਤੁਹਾਨੂੰ ਦੱਸਦਾ, ਬਹੁਤ ਠੰਡੇ ਨਾ ਹੋਵੇ, ਫਲੋ ਆਫ ਨੈਟਵਰਕ। ਜਿਵੇਂ ਕਿ ਨੈਟਵਰਕ ਫਲੋ ਹੋ ਰਿਹਾ, ਇਹ ਐਗਜ਼ਾਮਪਲ ਚ ਮੈਂ ਤੁਹਾਨੂੰ ਦੱਸਦਾ, ਜਿਵੇਂ ਇਹ 4 ਸਿਸਟਮ ਜੋੜੇ ਆਪਾਂ, ਜਿਹੜਾ ਫਲੋ ਆਫ ਨੈਟਵਰਕ ਜਾ ਰਿਹਾ ਰਾਈਟ ਸਾਈਡ ਤੋਂ ਜਾ ਰਿਹਾ। ਇਹਦੇ ਵਿੱਚ ਕੀ ਹੈ ਕਿ ਜਦੋਂ ਵੀ ਇੱਕ ਸਿਸਟਮ ਤੋਂ ਦੂਜੇ ਸਿਸਟਮ ਤੱਕ ਡਾਟਾ ਮੇਰਾ ਜਾਂਦਾ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ ਤੱਕ, ਜਦੋਂ ਵੀ ਡਾਟਾ ਟਰੈਵਲ ਹੁੰਦਾ ਵਾ, ਕਿ ਮੰਨ ਲਓ ਕਿ ਇੱਕ ਸਿਸਟਮ ਤੋਂ ਦੂਜੇ ਸਿਸਟਮ 'ਚ ਡਾਟਾ ਚੱਲ ਗਿਆ, ਦੂਜੇ ਤੋਂ ਤੀਜੇ ਤੇ ਜਾਣਾ, ਬਟ ਤੀਸਰੇ ਸਿਸਟਮ ਤੇ ਜਾਂਦੇ ਜਾਂਦੇ ਮੇਰਾ ਨੈਟਵਰਕ ਫੇਲ ਹੋ ਗਿਆ। ਠੀਕ ਹੈ, ਉਹ ਜਿਹੜੀ ਸਾਡੀ ਨੈਟਵਰਕ ਹੋਈ ਦੀ ਹੈ, ਪੋਸੀਬਲ ਹੋਈ ਦੀ ਹੈ, ਬਟ ਉਹ ਫੇਲ ਹੋ ਗਈ, ਤੀਸਰੇ ਤੋਂ ਚੌਥੇ ਤੱਕ ਕੋਈ ਪਹੁੰਚਣਾ ਹੀ ਨਹੀਂ, ਦੋ ਸਿਸਟਮ ਹੀ ਕੰਮ ਕਰ ਰਹੇ ਆ, ਬਾਕੀ ਸਭ ਫੇਲ ਹੋ ਗਿਆ। ਇਹੀ ਡਿਸਐਡਵਾਂਟੇਜ ਬਹੁਤ ਜ਼ਿਆਦਾ ਮੇਨ ਤੇ ਮੰਨਿਆ ਜਾਂਦਾ ਵਾ। ਤੁਸੀਂ ਇਹ ਦੇਖ ਲਓ ਕਿ ਰਿੰਗ ਨੈਟਵਰਕ ਕੈਨ ਸਪੈਨ longer distance than other type of network। ਇਹ ਤੇ ਐਡਵਾਂਟੇਜ ਸਾਨੂੰ ਪਤਾ ਹੀ ਹੈ ਕਿ ਆਪਾਂ ਲੈਨ 'ਚ ਵੀ ਯੂਜ਼ ਕਰ ਸਕਦੇ ਹਾਂ ਤੇ ਵੈਨ 'ਚ ਵੀ ਯੂਜ਼ ਕਰ ਸਕਦੇ ਹਾਂ, ਵੈਨ 'ਚ, ਬਿਕੋਜ਼ ਆਫ ਕਿ ਨੈਟਵਰਕਿੰਗ ਜਿਹੜੀ ਹੈ ਬਹੁਤ ਜ਼ਿਆਦਾ ਪੋਸੀਬਲ ਹੈ, ਵਾਇਰ ਸਾਰਾ ਰਿੰਗ ਨੈਟਵਰਕ ਆਰ ਈਜ਼ੀਲੀ ਐਕਸਟੈਂਡੇਬਲ, ਈਜ਼ੀਲੀ ਇਹਨੂੰ ਐਕਸਟੈਂਡ ਕਰ ਸਕਦੇ ਹਾਂ। ਠੀਕ ਹੈ, ਬਟ ਡਿਸਐਡਵਾਂਟੇਜ ਇਹਦਾ ਬਹੁਤ ਜ਼ਿਆਦਾ ਲੋਸ ਚੱਲ ਰਿਹਾ ਵਾ ਕਿ ਕਿਵੇਂ ਕਿ ਰਿਲੇਟਿਵਲੀ ਐਕਸਪੈਂਸਿਵ ਐਂਡ ਡਿਫਿਕਲਟ ਟੂ ਇੰਸਟਾਲ। ਮਤਲਬ ਐਕਸਪੈਂਸਿਵ ਹੈ ਬਹੁਤ ਜ਼ਿਆਦਾ ਤੇ ਇਹਨੂੰ ਇੰਸਟਾਲ ਕਰਨਾ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ, ਜ਼ਿਆਦਾ ਸਿਸਟਮ ਨੂੰ ਜੋੜਦੇ ਹੋ। ਔਰ ਸਿਟੀਜ਼ ਦੇ ਵਿੱਚ ਵੀ ਕੰਮ ਕਰਦੀ ਆ ਸਾਡੀ ਰਿੰਗ ਟੋਪੋਲੋਜੀ ਤੋਂ ਆਪਾਂ। ਫੇਲੀਅਰ ਆਫ ਵਨ ਕੰਪਿਊਟਰ on the network can affect the whole network।
ਮਤਲਬ ਜੇ ਇੱਕ ਸਿਸਟਮ 'ਚ ਤੁਹਾਨੂੰ ਪਤਾ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀ, ਇੱਕ ਸਿਸਟਮ ਤੋਂ ਦੂਜੇ ਸਿਸਟਮ ਤੱਕ ਜਦੋਂ ਡਾਟਾ ਟਰੈਵਲ ਹੋ ਰਿਹਾ ਜਾਂ ਨੈਟਵਰਕਿੰਗ ਪੋਸੀਬਲ ਹੈ, ਜੇ ਉਹ ਫੇਲ ਹੋ ਗਈ ਜਾਂ ਉੱਥੇ ਕੰਮ ਕਰਨਾ ਜਦੋਂ ਬੰਦ ਕਰਤਾ ਕਿਸੇ ਵੀ ਤਰ੍ਹਾਂ ਤੇ ਅਗਲੇ ਸਿਸਟਮ ਤੱਕ ਸਾਡਾ ਡਾਟਾ ਪਹੁੰਚਣਾ ਹੀ ਨਹੀਂ, ਨੈਟਵਰਕਿੰਗ ਪੋਸੀਬਲ ਹੀ ਨਹੀਂ ਹੈਗੀ ਬਿਕੋਜ਼ ਆਫ ਡਾਟਾ ਫੇਲੀਅਰ ਕਰਕੇ ਜਾਂ ਨੈਟਵਰਕ ਫੇਲੀਅਰ ਕਰਕੇ। ਇਸੇ ਕਰਕੇ ਕਿ ਇਹਦਾ ਡਿਸਐਡਵਾਂਟੇਜ ਬਹੁਤ ਮੇਨ ਇਹੀ ਮੰਨਿਆ ਜਾਂਦਾ ਕਿ ਜੇ ਮੰਨ ਲਓ 4 ਸਿਸਟਮ ਆਪਸ ਵਿੱਚ ਜੋੜੇ ਆ, 2 ਤੱਕ ਕੰਮ ਕਰ ਰਿਹਾ, ਤੀਸਰੇ ਤੇ ਕਿਉਂਕਿ ਰੋਟੇਟ ਜਾਣਾ ਗੋਲ ਗੋਲ ਨੈਟਵਰਕ ਕੰਪਲੀਟ ਹੋਣਾ, ਤੇ ਉਹ ਫਿਰ ਨੈਟਵਰਕਿੰਗ ਪੋਸੀਬਲ ਹੀ ਨਹੀਂ ਹੈਗੀ। ਇਸੇ ਕਰਕੇ ਐਗਜ਼ਾਮਪਲ 'ਚ ਆਪਾਂ ਲੈ ਰਹੇ ਹਾਂ ਕਿ ਐਡਿੰਗ ਔਰ ਰਿਮੂਵਿੰਗ, ਮਤਲਬ ਕਿ ਸੇਮ ਉਹੀ ਗੱਲ ਹੈ ਕਿ ਜੇ ਮੰਨ ਲਓ ਆਪਾਂ ਇੱਕ ਸਿਸਟਮ ਉਤਾਰ ਦਿੰਦੇ ਹਾਂ, 4 ਸਿਸਟਮ ਜੋੜੇ ਦੇ, ਜਿਵੇਂ ਐਗਜ਼ਾਮਪਲ ਦੱਸੀ ਸੀ ਤੇ ਡਾਇਗਰਾਮ ਦੱਸਿਆ ਸੀ, ਚਾਰਾਂ ਵਿੱਚੋਂ ਆਪਾਂ ਇੱਕ ਸਿਸਟਮ ਉਤਾਰ ਕੇ ਦੂਸਰਾ ਸਿਸਟਮ ਜੋੜਦੇ ਹਾਂ ਤੇ ਉਹਦੇ ਨਾਲ ਕੀ ਇਹ ਸਿਸਟਮ ਸਿਗਨਲ ਬ੍ਰੇਕ ਹੋ ਗਿਆ। ਬਟ ਜਿਵੇਂ ਕਿ ਆਪਾਂ ਪਿੱਛੇ ਸਟਾਰ ਪੜਿਆ ਸੀ, ਸਟਾਰ ਦੇ ਨਾਲ ਤੇ ਹੱਬ ਹੀ ਇੱਕ ਹੱਬ ਜੁੜੀ ਦੀ ਸੀ, ਉਹਦੇ ਨਾਲ ਕੀ ਆਪਾਂ ਇੱਕ ਸਿਸਟਮ ਉਤਾਰ ਵੀ ਦਿੰਦੇ ਹਾਂ ਤੇ ਦੂਸਰਾ ਸਿਸਟਮ ਜੋੜ ਦਿੰਦੇ ਹਾਂ ਤਾਂ ਕੋਈ ਦਿੱਕਤ ਨਹੀਂ, ਬਾਕੀਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਬਟ ਇਹਦੇ 'ਚ ਕੀ ਹੈ ਕਿ ਜੇ ਇੱਕ ਸਿਸਟਮ ਆਪਾਂ ਰਿਮੂਵ ਕਰਤਾ ਜਾਂ ਦੂਸਰਾ ਐਡ ਆਨ ਕਰਨ ਲੱਗੇ ਆ ਤੇ ਉਹ ਸਾਰੇ ਕਨੈਕਸ਼ਨ ਸਾਨੂੰ ਬ੍ਰੇਕ ਹੋਣੇ ਆ ਕਿਉਂਕਿ ਨੈਟਵਰਕਿੰਗ ਫੇਲ ਹੋ ਜਾਂਦੀ, ਤੇ ਇਹੀ ਡਿਸਐਡਵਾਂਟੇਜ ਮੇਨ ਮੰਨਿਆ ਜਾਂਦਾ ਹੈ। ਨੈਕਸਟ ਹੈਗਾ ਮੈਸ਼ ਟੋਪੋਲੋਜੀਜ਼। Mesh topologies, there is a random connection of nodes using communication link. Mesh topology is a general topology for the wide area network. World wide ਦੇ ਵਿੱਚ mostly mesh topology ਚੱਲਦੀ ਹੈ because ਇਹਦਾ ਕੰਮ ਜਿਹੜਾ ਪੂਰੇ world wide ਦੇ ਵਿੱਚ ਚੱਲਦਾ ਹੈ। ਉੱਥੇ ਆਪਾਂ ਇਸ ਨੈਟਵਰਕਿੰਗ ਜਿਹੜੀ ਹੈ ਜਿਹੜੀ ਆਪਾਂ ਚੱਲਦੀ ਹੈ ਉੱਥੇ mesh topology ਦੇ ਰੂਪ ਤੇ ਹੀ ਆਪਾਂ ਨੈਟਵਰਕਿੰਗ ਪੋਸੀਬਲ ਕਰ ਸਕਦੇ ਹਾਂ। A mesh network may be fully connected or connected with one partial link. ਇੱਕ ਪਾਰਸ਼ਲ ਲਿੰਕ ਦੇ ਉੱਤੇ ਹੀ ਆਪਾਂ ਸਭ ਨੈਟਵਰਕਿੰਗ ਪੋਸੀਬਲ ਕਰ ਸਕਦੇ ਹਾਂ। ਜਿਵੇਂ ਕਿ ਹੁਣ ਆਪਾਂ ਲਿੰਕ ਇੱਕ ਭੇਜਿਆ, ਇੱਕ ਲਿੰਕ ਦੇ ਉੱਤੇ ਆਪਾਂ ਦੇਖੋ ਕਿਤੇ ਵੀ ਬਹਿ ਕੇ ਆਪਾਂ ਇੱਕ ਦੂਸਰੇ ਨਾਲ ਆਪਾਂ ਮੇਰੀ ਤੁਸੀਂ ਗੱਲ ਸੁਣ ਸਕਦੇ ਜਾਂ ਮੈਂ ਜੋ ਵੀ ਬੋਲ ਰਿਹਾ ਮੇਰੀ ਨੈਟਵਰਕਿੰਗ ਪੋਸੀਬਲ ਹੈਗੀ ਆ ਬਿਕੋਜ਼ ਇੱਕੋ ਲਿੰਕ ਦੇ ਉੱਤੇ ਹੀ ਕੰਮ ਹੋਇਆ। ਸੇਮ ਐਜ਼ ਇਟ ਇਜ਼ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ ਕਿ 6-7 ਜਿੰਨੀਆਂ ਵੀ ਬਿਲਡਿੰਗਸ ਹੁੰਦੀਆਂ ਹਰ ਇੱਕ ਨੂੰ ਆਪਸ ਵਿੱਚ ਜੋੜਿਆ ਹੁੰਦਾ ਵਾ, ਬਹੁਤ ਈਜ਼ੀਲੀ ਕੰਮ ਕਰਦਾ ਹੈ। ਹੁਣ ਦੇਖੋ ਜਿਵੇਂ ਕਿ 5 ਬਿਲਡਿੰਗਸ ਹੈਗੀਆਂ, 5 ਬਿਲਡਿੰਗ ਦਾ ਤੁਸੀਂ ਦੇਖੋ ਹਰ ਇੱਕ ਬਿਲਡਿੰਗ 5 ਬਿਲਡਿੰਗਸ ਨਾਲ ਜੁੜੀ ਦੀ ਹੈ। ਕਿਉਂ ਜੁੜੀ ਦੀ ਹੈ? ਮੈਸ਼ ਟੋਪੋਲੋਜੀ ਦੇ ਉੱਤੇ ਇਹ ਫਾਇਦਾ ਹੈਗਾ ਵਾ ਕਿ ਜੇ ਮੰਨ ਲਓ ਇੱਕ ਨੈਟਵਰਕ ਫੇਲ ਹੋ ਜਾਂਦਾ ਇੱਕ ਬਿਲਡਿੰਗ ਉੱਤੇ, ਤੁਹਾਨੂੰ ਕੋਈ ਨੈਟਵਰਕ ਨਹੀਂ ਮਿਲ ਰਿਹਾ, ਮੰਨ ਲਓ ਤੁਹਾਡਾ ਇੱਕ ਬਿਲਡਿੰਗ ਉੱਤੇ ਤੁਹਾਨੂੰ ਇੰਟਰਨੈਟ ਕਨੈਕਸ਼ਨ ਹੀ ਬ੍ਰੇਕ ਹੋ ਗਿਆ ਕਿਸੇ ਵੀ ਤਰ੍ਹਾਂ। ਹੁਣ ਸਾਡੇ ਕੋਲ 4 ਬਿਲਡਿੰਗ ਤੇ ਕੰਮ ਕਰ ਰਹੀਆਂ ਨਾ, ਹੁਣ ਚਾਰੇ ਬਿਲਡਿੰਗ ਜਿਹੜੀਆਂ ਵਾ ਉਹ ਸਾਡੀ 5ਵੀਂ ਦੇ ਨਾਲ ਵੀ ਜੁੜੀ ਦੀਆਂ। ਹੁਣ ਸਾਡਾ ਇੱਕ ਬਿਲਡਿੰਗ ਦੇ ਉੱਤੇ ਸਾਡਾ ਕਨੈਕਸ਼ਨ ਬ੍ਰੇਕ ਹੋ ਗਿਆ, ਇਟ ਮੀਨਸ ਇਹਦਾ ਇਹ ਡਿਸਐਡਵਾਂਟੇਜ ਨਹੀਂ ਹੈਗਾ, ਇਹਦਾ ਐਡਵਾਂਟੇਜ ਬਹੁਤ ਜ਼ਿਆਦਾ ਵਾ ਕਿ ਆਪਾਂ ਹਰ ਇੱਕ ਫੀਲਡ ਦੇ ਉੱਤੋਂ ਹਰ ਇੱਕ ਜਿੱਦਾਂ 4 ਬਿਲਡਿੰਗ ਜਿਹੜੀਆਂ ਕੰਮ ਕਰ ਰਹੀਏ ਉਹਦੇ ਥਰੂ ਆਪਾਂ ਕੰਮ ਲੈ ਸਕਦੇ ਹਾਂ, ਉਹਦੇ ਥਰੂ ਸਾਨੂੰ ਨੈਟਵਰਕਿੰਗ ਪੋਸੀਬਲ ਹੈਗੀ ਆ। ਸੋ ਆਪਾਂ ਉੱਥੋਂ ਵੀ ਆਰਾਮ ਨਾਲ ਈਜ਼ੀਲੀ ਗੱਲਬਾਤ ਕਰ ਸਕਦੇ ਹਾਂ। ਐਡਵਾਂਟੇਜ ਤੁਸੀਂ ਦੇਖ ਲਓ, the reliability is high as there are always alternate path available if the direct link between two nodes is down। ਮਤਲਬ ਕਿ ਜੇ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਜਿਹੜੀ ਗੱਲ ਕਰ ਰਹੇ ਸੀ ਮੈਂ ਕਨੈਕਸ਼ਨ ਬ੍ਰੇਕ ਹੋ ਜਾਂਦਾ ਵਾ ਤੇ ਉਹਦੇ ਲਈ ਆਲਵੇਜ਼ ਇੱਕ ਅਲਟਰਨੇਟ ਪਾਥ ਅਵੇਲੇਬਲ ਹੁੰਦਾ ਹੀ ਹੁੰਦਾ ਵਾ ਬਿਕੋਜ਼ ਬਿਲਡਿੰਗ ਜ਼ਿਆਦਾ ਜੁੜੀ ਦੀਆਂ ਵਾ। ਇੱਥੇ 5 ਦੱਸੀਆਂ ਆਪਾਂ ਹੋਰ ਵੀ ਬਿਲਡਿੰਗਸ ਜੁੜ ਸਕਦੀਆਂ ਨਾਲ, ਡਿਪੈਂਡ ਕਰਦਾ ਵਾ ਸਾਡੇ ਟੋਪੋਲੋਜੀ ਉੱਤੇ, ਮੈਸ਼ ਟੋਪੋਲੋਜੀ ਤੇ ਕਿੰਨੇ ਅਸੀਂ ਨੈਟਵਰਕਿੰਗ ਆਪਣਾ ਫੈਲਾਉਣਾ ਵਾ, ਬੈਡ ਕਿੰਨਾ ਫੈਲਾਉਣਾ ਆਪਾਂ, ਕਿੰਨਾ ਦੂਰ ਤੱਕ ਪਹੁੰਚਾਉਣਾ ਨੈਟਵਰਕ। ਉਹੀ ਗੱਲ ਕਰ ਰਹੇ ਕਿ ਜੇ ਮੰਨ ਲਓ 2 ਨੋਡਸ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਜਾਂ 2 ਸਿਸਟਮ ਜਿੰਨੇ ਵੀ ਸਿਸਟਮ ਬੰਦ ਕਰਦੇ ਆ ਉਹਦਾ ਸਾਨੂੰ ਡਿਸਐਡਵਾਂਟੇਜ ਕੋਈ ਨਹੀਂ, ਆਪਾਂ ਹੋਰ ਵੀ ਸਿਸਟਮ ਨਾਲ ਜੋੜ ਸਕਦੇ ਹਾਂ ਆਪਣੇ ਨਾਲ ਤੇ ਉਹਦਾ ਕੋਈ ਡਿਸਐਡਵਾਂਟੇਜ ਨਹੀਂ। yield the greatest amount of the redundancy in event that one of the nodes fail where network traffic can be redirected to another nodes। ਇਹਦਾ ਬੜਾ ਐਡਵਾਂਟੇਜ ਇਹੀ ਹੈ ਕਿ ਜੇ ਮੰਨ ਲਓ ਇੱਕ ਨੋਡਸ ਕੰਮ ਕਰਨਾ ਬੰਦ ਕਰ ਦੇ ਜਾਂ ਟ੍ਰੈਫਿਕ ਫੇਲ ਹੋ ਜਾਏ, ਟ੍ਰੈਫਿਕ ਫੇਲ ਮਤਲਬ ਬਿਕੋਜ਼ ਮੈਸ਼ ਟੋਪੋਲੋਜੀ ਹੈ ਤੇ ਨੰਬਰ ਆਫ ਯੂਜ਼ਰਸ ਜ਼ਿਆਦਾ ਹੋਏ ਨੇ, ਟ੍ਰੈਫਿਕ ਦੇ ਫੇਲ ਹੋਣ ਦੇ ਚਾਂਸਸ ਵੱਧ ਜਾਂਦੇ ਆ, ਕੋਈ ਨਾ ਕੋਈ ਨੈਟਵਰਕ ਫੇਲ ਹੋਣ ਦੇ ਚਾਂਸਸ ਵੱਧ ਜਾਣਗੇ। ਤੇ ਜੇ ਮੰਨ ਲਓ ਫੇਲ ਹੋ ਵੀ ਜਾਂਦਾ ਤੇ ਉਹਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਬਿਕੋਜ਼ ਹੋਰ ਜਿਹੜੇ ਸਾਡੇ ਨਾਲ ਜੁੜੇ ਦੇ ਆ, ਸਾਡੇ ਨਾਲ ਨੈਟਵਰਕਿੰਗ ਜਿਹੜੀ ਨਾਲ ਹੋਈ ਹੈ ਬਾਕੀ ਸਿਸਟਮ ਸੀ, ਉਹ ਸਾਨੂੰ ਈਜ਼ੀਲੀ ਸਾਨੂੰ ਆਪਣਾ ਕਨੈਕਟੀਵਿਟੀ ਪ੍ਰਦਾਨ ਕਰਕੇ ਅਸੀਂ ਆਰਾਮ ਨਾਲ ਈਜ਼ੀਲੀ ਉੱਥੇ ਵੀ ਕੰਮ ਕਰ ਸਕਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਇਹ ਮੇਨ ਐਡਵਾਂਟੇਜ ਹੈ। ਉਹਦਾ ਇੱਕੋ ਹੀ ਡਿਸਐਡਵਾਂਟੇਜ ਹੈ ਜੋ ਕਿ ਕੋਸਟ ਦਾ, ਉਹ ਜੈਨੂਅਨ ਆ, ਸਾਰਿਆਂ ਨੂੰ ਪਤਾ ਕਿ ਜੇ ਮੰਨ ਲਓ ਇੰਨੀਆਂ ਬਿਲਡਿੰਗਸ ਆਪਾਂ ਨਾਲ ਜੁੜੀ ਦੀਆਂ ਤੇ ਉਹਦੇ ਲਈ ਸਾਨੂੰ ਮੇਨਟੇਨੈਂਸ ਦਾ ਖਰਚਾ ਵੀ ਜ਼ਿਆਦਾ ਆਉਣਾ, ਠੀਕ ਕੇਬਲਸ ਦਾ ਖਰਚਾ ਵੀ ਜ਼ਿਆਦਾ ਆਉਣਾ, ਤੇ ਉਹਦਾ ਦਾ ਕੋਸਟ ਆਫ ਦਾ ਇੰਸਟਾਲੇਸ਼ਨ ਮਤਲਬ ਇੰਸਟਾਲੇਸ਼ਨ ਦਾ ਖਰਚਾ ਵੀ ਜ਼ਿਆਦਾ ਹੋ ਜਾਂਦਾ। ਇਹ ਸਭ ਖਰਚਾ ਸਾਡਾ ਜ਼ਿਆਦਾ ਹੋਣ ਕਰਕੇ ਉਹਦੀ ਦਿੱਕਤ ਆਉਣ ਲੱਗ ਪੈਂਦੀ। Next ਹੈਗਾ tree topologies। Tree topologies one of the star topologies same ਕੰਮ ਕਰਦੀ ਹੈ ਜਿਵੇਂ star topologies ਕੰਮ ਕਰ ਰਹੀ ਹੈ।
ठीक है। मैश टोपोलॉजी ਤੁਸੀਂ ਦੇਖ ਲਿਆ, ट्री टोपोलॉजीज ਕਿਵੇਂ ਆ, ਸਟਾਰ ਦੇ ਵਾਂਗ ਕੰਮ ਕਰੂਗੀ। It is an extension of star topologies. Here we divided the whole network into segments which can be easily managed and maintained. थोड़ा ਜਿਹਾ extension ਕੀਤਾ ਉਹਦੇ ਤੋਂ star topologies ਦੇ ਤੋਂ। ਕਿਵੇਂ? We divided the whole network into segment which can be easily managed. ਇਹਨੂੰ whole segment ਦੇ ਉੱਤੇ ਇਹਨੇ divide ਕਰਤਾ ਤੇ ਉਹਨੂੰ ਮੇਨਟੇਨ ਕਰਨ ਲਈ ਇਹਨਾਂ ਨੇ ਬੜਾ ਈਜ਼ੀਲੀ ਕਰਤਾ। ਤੁਸੀਂ ਦੇਖ ਸਕਦੇ ਹੋ ਐਗਜ਼ਾਮਪਲ ਤੇ ਕਿ ਜਿਵੇਂ ਕਿ ਇਹ ਦੇਖੋ ਇੱਕ ਜਿਵੇਂ ਟਰੀ ਦੀ ਸ਼ੇਪ 'ਚ ਅਸੀਂ ਸਿਸਟਮ ਜੁਆਇਨ ਕਰਦੇ ਹਾਂ 4 5 6 7 ਜਿੰਨੇ ਵੀ ਆਪਾਂ 100 ਉਹਨੂੰ ਉੱਪਰ ਤੱਕ ਆਪਾਂ ਜੁਆਇਨ ਕਰ ਸਕਦੇ ਹਾਂ। ਹੁਣ ਉਹ ਕਿਵੇਂ ਪੋਸੀਬਲ ਹੈ ਕਿ ਦੇਖੋ ਇਹਦੀ ਐਡਵਾਂਟੇਜ ਮੈਂ ਤੁਹਾਨੂੰ ਹਾਈਲਾਈਟ ਕਰ ਦਿੰਦਾ ਕਿ ਈਚ ਸੈਗਮੈਂਟ ਇਜ਼ ਪ੍ਰੋਵਾਈਡਡ ਵਿਦ ਡੈਡੀਕੇਟਿਡ ਪੁਆਇੰਟ ਟੂ ਪੁਆਇੰਟ ਵਾਇਰਿੰਗ ਟੂ ਸੈਂਟਰਲ ਹਬ। ਇੱਕ ਸੈਂਟਰਲ ਹਬ ਕੰਮ ਕਰੂਗੀ ਜਿਹੜੀ ਕਿ ਈਚ ਸੈਗਮੈਂਟ ਨੂੰ ਆਪਣਾ ਆਪਣਾ ਇੱਕ ਸਿਸਟਮ ਨੂੰ ਇੱਕ ਸੈਂਟਰਲ ਹਬ ਨਾਲ ਜੁਆਇਨ ਕਰਕੇ ਲਿਖੇਗੀ। ਜਿਵੇਂ ਕਿ ਆਪਾਂ ਸਟਾਰ ਟੋਪੋਲੋਜੀਜ਼ ਪੜ੍ਹੀ ਸੀ, error detection और correction is easy. Error detection easy हो जाएगा because of hub, because hub ने control करना same as it is ਉਹਨੇ ਤੇ hub ਨੇ ਬਹੁਤ easily ਦੇਖ ਲੈਣਾ ਕਿ ਕਿਹਨੂੰ ਨੈਟਵਰਕਿੰਗ ਨਹੀਂ ਪਹੁੰਚ ਰਹੀ ਜਾਂ ਜਿਹਨੂੰ ਨੈਟਵਰਕਿੰਗ ਨਹੀਂ ਪਹੁੰਚ ਰਹੀ ਉਹਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਮੇਰੀ ਕੋਈ ਦਿੱਕਤ ਆ ਰਹੀ ਹੈ, ਮੈਂ hub ਨਾਲ ਕੰਸਰਨ ਕਰਾਂ और मैं अपना जो भी कनेक्शन ब्रेक होया ਉਹਨੂੰ मैं चेकअप करा और easily डिटेक्शन हो जाएगा। if one segment is damaged other segment are not affected। ਇਹ ਗੱਲ ਕੌਣ ਸੀ ਵੀ ਸੇਮ ਪੜੇਗੀ ਇਹ ਤਾਂ ਓਬਵੀਅਸਲੀ ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਜਦੋਂ ਮੰਨ ਲਓ ਇੱਕ ਸਿਸਟਮ ਨਹੀਂ, ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਸਾਰੇ ਜਣੇ, ਜੇ ਇੱਕ ਤੋਂ ਨਿਕਲ ਜਾਂਦਾ ਕੋਈ ਮੀਟਿੰਗ ਦਾ ਕੋਈ ਵੀ ਜਿੱਦਾਂ ਕੋਈ ਸਟੂਡੈਂਟਸ ਉੱਥੇ ਬੈਠਾ ਉਹ ਸਟੂਡੈਂਟ ਸ਼ਾਮਿਲ ਉਹਦੇ ਨਾਲ ਬਾਕੀਆਂ ਨੂੰ ਕੋਈ ਦਿੱਕਤ ਨਹੀਂ ਹੋਣੀ। ठीक है, बाकी ਦੀ ਸਾਰੀ ਨੈਟਵਰਕਿੰਗ ਪੋਸੀਬਲ ਹੈ, ਬਾਕੀ ਸਾਰੇ ਗੱਲਬਾਤ ਮੇਰੀ ਸੁਣ ਰਹੇ ਆ, ਬਾਕੀ ਦੀ ਕਮਿਊਨੀਕੇਸ਼ਨ ਮੇਰੇ ਨਾਲ ਸਾਰਿਆਂ ਦੀ ਹੋ ਰਹੀ ਹੈ, ਮੇਰੀ ਗੱਲ ਸਾਰੇ ਤੱਕ ਪਹੁੰਚ ਰਹੀ ਹੈ ਔਰ ਉਸ ਜਿਹੜਾ ਕੋਈ ਸਟੂਡੈਂਟ ਜਿਹੜਾ ਜਾ ਰਿਹਾ ਉਹਦਾ ਕੋਈ ਦਿੱਕਤ ਨਹੀਂ ਹੋਣੀ। ਠੀਕ ਹੈ ਨਾ, ਐਜ਼ ਇਟ ਇਜ਼ ਇਦਾਂ ਹੀ ਹੈ ਜੇ ਮੰਨ ਲਓ ਸਿਸਟਮ ਸਾਰੇ ਜੁੜੇ ਦੇ ਆਪਸ ਦੇ ਵਿੱਚ, ਠੀਕ ਹੈ, ਟਰੀ ਦੀ ਸ਼ੇਪ ਦੇ ਵਿੱਚ 1 2 3 4 ਔਰ ਇੱਕ ਹੱਬ ਨੇ ਕੰਟਰੋਲ ਕੀਤੇ ਦੇ ਆ ਔਰ ਹੱਬ ਹੀ ਉਹਨੂੰ ਕੰਟਰੋਲ ਕਰੇਗਾ, ਉਹਦੇ ਨਾਲ ਕੋਈ ਦਿੱਕਤ ਨਹੀਂ ਹੁੰਦੀ। ਜੇ ਇੱਕ ਫੀਲਡ ਹੋਰ ਵੀ ਜਾਂਦਾ ਵਾ ਤਾਂ ਉਹਨੂੰ ਆਪਾਂ ਦੁਬਾਰਾ ਜੋੜ ਸਕਦੇ ਹਾਂ। expansion of network is possible as and easy ਕਿ ਆਪਾਂ ਨੈਟਵਰਕ ਨੂੰ ਹੋਰ ਐਕਸਪੈਂਸ਼ਨ ਕਰ ਸਕਦੇ ਹਾਂ ਤਾਂ ਉਹਦੀ ਕੋਈ ਦਿੱਕਤ ਨਹੀਂ ਹੈ। ਕੱਲੀ ਆਪਾਂ ਕੇਬਲ ਆਰਾਮ ਨਾਲ ਹੱਬ ਦੇ ਨਾਲ ਜੋੜ ਸਕਦੇ ਹਾਂ। ਡਿਸਐਡਵਾਂਟੇਜ ਦੇਖ ਲਓ ਜੀ, a multiple segment are connected to a central hub, the network depends heavy on the hub, its failure affect the entire network। ਗੱਲ ਫਿਰ ਉੱਥੇ ਆਉਂਦੀ ਘੁੰਮ ਫਿਰ ਕੇ ਕਿ ਜੇ ਮੰਨ ਲਓ ਹੱਬ ਫੇਲ ਹੋ ਜਾਂਦਾ, ਹੱਬ ਨੂੰ ਜਿਹੜਾ ਮੇਨ ਨੈਟਵਰਕ ਮਿਲ ਰਿਹਾ ਵਾ ਜੇ ਉਹਦੀ ਕਨੈਕਟੀਵਿਟੀ ਫੇਲ ਹੋ ਜਾਂਦੀ ਹੈ, ਨੈਟਵਰਕ ਦਾ ਫੇਲ ਹੋ ਜਾਂਦਾ ਤਾਂ ਹੋਲ ਨੈਟਵਰਕ ਕੈਨ ਬ੍ਰੇਕ ਡਾਊਨ, ਪੂਰਾ ਨੈਟਵਰਕ ਹੀ ਬ੍ਰੇਕ ਡਾਊਨ ਹੋ ਜਾਏਗਾ। ਇਹ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਮੰਨ ਲਓ 4 ਸਿਸਟਮ ਆਪਸ ਵਿੱਚ ਜੁੜੇ ਆ, ਇੱਕ ਮੇਨ ਹੋਸਟ ਹੈ, ਮੇਨ ਜਿਹੜਾ ਹੱਬ ਆ, ਜਿਹੜਾ ਮੇਨ ਹੱਬ ਦੇ ਨਾਲ 4 ਸਿਸਟਮ ਜੁੜੇ ਆ, ਜੇ ਹੱਬ ਹੀ ਕੰਟਰੋਲ ਕਰ ਰਿਹਾ, ਜੇ ਹੱਬ ਦੇ ਉੱਤੇ ਟ੍ਰੈਫਿਕ ਜ਼ਿਆਦਾ ਪੈ ਗਿਆ, ਕਿਸੇ ਤਰ੍ਹਾਂ ਦਾ ਲੋਡ ਪੈ ਰਿਹਾ, ਨੈਟਵਰਕ ਦਾ ਲੋਡ ਪੈ ਰਿਹਾ, ਜੇ ਉਹ ਕੰਮ ਕਰਨਾ ਬੰਦ ਕਰ ਦੂਗਾ ਤੇ ਐਜ਼ ਇਟ ਇਜ਼ ਬਾਕੀ ਜਿਹੜੇ 4 5 ਸਿਸਟਮ ਜਿੰਨੇ ਵੀ ਨਾਲ ਜੁੜੇ ਆ ਟਰੀ ਦੀ ਸ਼ੇਪ ਦੇ ਵਿੱਚ ਉਹ ਸਾਰੇ ਕੰਮ ਕਰਨਾ ਬੰਦ ਕਰ ਦਿੰਦੇ। Maintenance is not easy and cost are high, cost ਹਾਈ ਹੋਣੀ ਹੈ ਬਿਕੋਜ਼ ਕੇਬਲ ਜ਼ਿਆਦਾ ਲੱਗ ਜਾਣੀਆਂ। ਠੀਕ ਹੈ, ਹਰ ਇੱਕ ਨੂੰ ਇਕੱਲੇ ਨੂੰ ਕੇਬਲ ਦੇਣੀ ਪੈਂਦੀ ਹੈ ਹੋਸਟ ਨੂੰ, ਤੇ ਇਸ ਕਰਕੇ ਕੋਸਟ ਵੀ ਜ਼ਿਆਦਾ ਹੋ ਜਾਂਦੀ ਹੈ। with increase in size beyond a point the management becomes difficult। ਸਾਈਜ਼ ਦਾ ਇਨਕਰੀਜ਼ ਆਪਾਂ ਕਰ ਸਕਦੇ ਹਾਂ ਬਿਕੋਜ਼ ਟਰੀ ਦੀ ਸ਼ੇਪ ਦੇ ਵਿੱਚ ਆ ਤੇ ਆਪਾਂ ਸੋ ਉਹਨਾਂ ਨੂੰ ਹੋਰ ਵਧਾਉਂਦੇ ਰਹਿੰਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਜਿਹੜਾ ਮੈਨੇਜਮੈਂਟ ਨੂੰ ਇਹਨੂੰ ਮੈਨੇਜ ਕਰਨਾ ਉਹ ਥੋੜਾ ਡਿਫਿਕਲਟ ਹੋ ਜਾਂਦਾ ਹੈ ਟਰੀ ਦੀ ਸ਼ੇਪ 'ਚ, ਬਿਕੋਜ਼ ਉੱਪਰ ਡਿਫਿਕਲਟ ਹੋ ਜਾਂਦਾ ਟਰੀ ਦੀ ਸ਼ੇਪ ਦੇ ਵਿੱਚ, ਇਸ ਕਰਕੇ ਇਹਦਾ ਡਿਸਐਡਵਾਂਟੇਜ ਮੇਨ ਹੈ। ਨੈਕਸਟ ਹੈਗਾ ਪ੍ਰੋਟੋਕੋਲ। ਪ੍ਰੋਟੋਕੋਲ ਦੇ ਉੱਤੇ ਮੈਂ ਤੁਹਾਨੂੰ ਇੱਕ ਦੱਸਦਾ ਕਿ ਪਹਿਲੇ ਆਪਾਂ ਪੜ੍ਹੀਆਂ ਸੀ ਟੋਪੋਲੋਜੀਜ਼ ਪੜ੍ਹੀਆਂ ਸੀ ਤੇ ਨੈਟਵਰਕ ਪੜ੍ਹੇ ਸੀ ਕਿਹੜੇ ਹੁਣ ਪ੍ਰੋਟੋਕੋਲਸ ਕਿਹੜੇ ਯੂਜ਼ ਹੁੰਦੇ ਆ ਕਿ ਕਿਵੇਂ ਸਾਡੀ ਗੱਲ ਇੱਕ ਦੂਸਰੇ ਤੱਕ ਪਹੁੰਚ ਰਹੀ ਹੈ, ਕਿਸ ਵੇ ਦੇ ਥਰੂ ਪਹੁੰਚ ਰਹੀ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਨੈਟਵਰਕ ਪ੍ਰੋਟੋਕੋਲ defines rules and convention for communication between network devices। protocol specify interaction between the communication entities। ਮਤਲਬ ਕਿ ਜਿਹੜੀ ਵੀ ਸਾਡੀ ਕਮਿਊਨੀਕੇਸ਼ਨ ਹੋ ਰਹੀ ਹੈ ਆਪਸ ਦੇ ਵਿੱਚ, ਜਿਵੇਂ ਕਿ ਗੱਲਬਾਤ ਹੋ ਰਹੀ ਹੈ ਉਹ ਕਿਵੇਂ ਹੋ ਰਹੀ ਹੈ, ਕਿਵੇਂ ਪੋਸੀਬਲ ਹੈਗੀ ਆ, ਉਹਦੇ ਬਾਰੇ ਇਹਨਾਂ ਨੇ ਕਲੀਅਰ ਆਊਟ ਕੀਤਾ, ਉਹ ਆਪਾਂ ਡਿਸਕਸ ਕਰਾਂਗੇ ਕਿਸ ਵੇ ਨਾਲ। ਪੰਜ ਇਹਨਾਂ ਨੇ ਟਾਈਪਸ ਦੱਸੀਆਂ, ਉਸ 5 ਟਾਈਪਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲੀ ਜਿਹੜੀ ਆ TCP ਦੱਸਿਆ ਉਹਨਾਂ ਨੇ। TCP ਮਤਲਬ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਟਰਾਂਸਮਿਸ਼ਨ ਕਿਵੇਂ ਕੰਟਰੋਲ ਕਰ ਰਿਹਾ ਕਿ
ਦੇ ਪ੍ਰੋਟੋਕੋਲਸ ਬਾਰੇ ਆਪਾਂ ਕਲੀਅਰ ਕਰਾਂਗੇ। ਨੈਕਸਟ ਹੈਗਾ ਇੰਟਰਨੈਟ ਪ੍ਰੋਟੋਕੋਲਸ। ਨੈਕਸਟ ਉਸ ਤੋਂ ਬਾਅਦ HTTP ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਨੈਕਸਟ ਹੈ HTTPS ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਿਕਿਉਰ। ਸਭ ਤੋਂ ਪਹਿਲੇ ਆਪਾਂ TCP ਪੜਾਂਗੇ। TCP ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲਸ ਪ੍ਰੋਵਾਈਡ ਰਿਲਾਇਬਲ ਟ੍ਰਾਂਸਪੋਰਟ ਸਰਵਿਸਿਜ਼। ਇਹਦਾ ਕੰਮ ਕੀ ਹੈ? ਟ੍ਰਾਂਸਪੋਰਟ ਕਰਨਾ, ਮਤਲਬ ਕਿ ਇੱਕ ਸਿਗਨਲ ਜਿੱਦਾਂ ਵੀ ਆਪਾਂ ਗੱਲਬਾਤ ਕਰ ਰਹੇ ਹਾਂ, ਜੋ ਵੀ ਗੱਲ ਕਰ ਰਹੇ ਹਾਂ, ਸਾਡੀ ਗੱਲ ਕਿਵੇਂ ਅਗਲੇ ਤੱਕ ਪਹੁੰਚ ਰਹੀ ਹੈ, ਕਿਵੇਂ ਸਿਗਨਲ ਟ੍ਰਾਂਸਪੋਰਟ ਹੋ ਰਿਹਾ, ਕਿਵੇਂ ਸਿਗਨਲ ਸਾਡਾ ਅਗਲੇ ਤੱਕ ਪਹੁੰਚ ਰਿਹਾ ਵਾ, ਕਿਸ ਵੇ ਨਾਲ ਪਹੁੰਚ ਰਿਹਾ। ਸੈਂਡਰ ਟੂ ਰਿਸੀਵਰ, ਮਤਲਬ ਕਿ ਜਿਹੜਾ ਮੰਨ ਲਓ ਮੈਂ ਸੈਂਡਰ ਆ ਤੇ ਰਿਸੀਵਰ ਆ। ਸੈਂਡਰ ਜਿਹੜਾ ਸੈਂਡ ਕਰ ਰਿਹਾ ਆਪਣਾ ਜੋ ਵੀ ਡਾਟਾ ਹੈ, ਜੋ ਵੀ ਗੱਲਬਾਤ ਕਰਨ ਦਾ ਰਾਬਤਾ ਜੋ ਵੀ ਹੋ ਰਿਹਾ, ਉਹ ਕਿਵੇਂ ਪਹੁੰਚ ਰਿਹਾ ਅਗਲੇ ਤਰੀਕੇ ਨਾਲ। ਇੱਕ ਸੈਂਡਰ ਤੋਂ ਰਿਸੀਵਰ ਤੱਕ ਜਿਹੜਾ ਪਹੁੰਚ ਰਿਹਾ, ਉਹ ਪਹੁੰਚ ਰਿਹਾ ਇੱਕ ਪੈਕੇਜ ਦੇ ਰੂਪ ਦੇ ਵਿੱਚ, ਠੀਕ ਹੈ। TCP convert message into a set of package at the source which are then reassembled back into the message at the destination. So this TCP operates with the help of package switching techniques. ਹੁਣ ਇਹਦੇ ਬਾਰੇ ਮੈਂ ਦੱਸਦਾ ਕਿਹੜੀ ਟੈਕਨੀਕਸ ਹੁੰਦੀ ਹੈ ਪੈਕੇਜ ਸਵਿਚਿੰਗ। ਮਤਲਬ ਜਿਵੇਂ ਕਿ ਆਪਾਂ ਮੰਨ ਲਓ ਆਨਲਾਈਨ ਕੋਈ ਚੀਜ਼ ਪਰਚੇਸ ਕਰਦੇ ਹਾਂ, ਠੀਕ ਹੈ। ਆਪਾਂ ਆਨਲਾਈਨ ਕੋਈ ਆਰਡਰ ਕੀਤਾ, ਆਰਡਰ ਆਇਆ, ਪਰਚੇਸ ਕੀਤਾ, ਉਹਨਾਂ ਨੇ ਜਿੱਥੇ ਵੀ ਆਪਾਂ ਇਹ ਸਾਡੀ ਸੋਰਸ ਹੈ ਜਿੱਥੋਂ ਮੈਂ ਆਰਡਰ ਕੀਤਾ, ਇਹ ਮੇਰਾ ਸੋਰਸ ਐਡਰੈਸ ਹੈ। ਦੂਸਰਾ ਕਿਹੜਾ ਵਾ? ਡੈਸਟੀਨੇਸ਼ਨ ਐਡਰੈਸ, ਜਿੱਥੇ ਆਪਾਂ ਭੇਜਣਾ, ਠੀਕ ਹੈ। ਇਹੀ ਐਗਜ਼ਾਮਪਲ ਮੈਂ ਦਿੰਦਾ ਕਿ ਜੇ ਮੰਨ ਲਓ ਮੈਂ ਕੋਈ ਆਰਡਰ ਕੀਤਾ ਆਨਲਾਈਨ, ਉਸ ਪਾਰਸਲ ਵਾਲਿਆਂ ਨੇ ਜਿਹੜੀ ਕੰਪਨੀ ਨੂੰ ਮੈਂ ਆਰਡਰ ਕੀਤਾ ਵਾ, ਉਸ ਕੰਪਨੀ ਨੇ ਮੈਨੂੰ ਮੇਰੇ ਐਡਰੈਸ ਤੇ ਆਰਡਰ ਭੇਜਣਾ ਵਾ। ਉਸਨੇ ਕੀ ਕਰਨਾ, ਉਸ ਆਰਡਰ ਨੂੰ ਮੰਨ ਲਓ ਮੇਰੀ ਕੋਈ ਟੀ-ਸ਼ਰਟ ਹੈ ਜਾਂ ਮੇਰੀ ਸ਼ਰਟ ਹੈ, ਉਹਨੂੰ ਪੈਕ ਕਰਨਾ, ਪੈਕ ਕਰਕੇ ਉੱਤੇ ਇੱਕ ਸਟੈਂਪ ਲਗਾ ਦੇਣੀ ਜਿਹਦੇ ਉੱਤੇ ਐਡਰੈਸ ਲਿਖ ਦੇਣਾ ਉਹਨਾਂ ਨੇ ਮੇਰਾ ਤੇ ਆਪਣਾ ਵੀ, ਕਿੱਥੋਂ ਚੱਲਿਆ, ਕਿੱਥੇ ਜਾਣਾ, ਵਿਦ ਫੋਨ ਨੰਬਰ ਔਰ ਪਾਰਟਿਕੂਲਰ ਪੂਰਾ ਐਡਰੈਸ ਮੇਰਾ ਮੈਂਸ਼ਨ ਕਰਕੇ ਉਹਨਾਂ ਨੇ ਪਾਰਸਲ ਭੇਜ ਦੇਣਾ। ਸੇਮ ਇਦਾਂ ਹੀ ਟੈਕਨੀਕ ਯੂਜ਼ ਹੋ ਰਹੀ ਹੈ ਗੱਲਬਾਤ ਕਰਨ ਦਾ। ਜਿਹੜਾ ਤੁਹਾਡਾ ਮੀਡੀਅਮ ਮੇਰਾ ਥਰੂ ਕੇਬਲ ਦੇ ਥਰੂ ਜਾਂ ਜਾ ਰਿਹਾ, ਜਾਂ ਜਿਹੜੀ ਸਿਗਨਲ ਦੇ ਥਰੂ ਜਾ ਰਿਹਾ, ਉਹ ਕਿਵੇਂ ਜਾ ਰਿਹਾ, ਉਹ ਇਸੇ ਵੇ ਨਾਲ ਜਾ ਰਿਹਾ ਕਿ ਜਿਹੜੀ ਪੈਕੇਜ ਦੇ ਰੂਪ ਦੇ ਵਿੱਚ ਆਪਾਂ ਇੱਕ ਪੈਕੇਜ ਦੇ ਰੂਪ ਦੇ ਵਿੱਚ ਦਾ ਮੈਸੇਜ ਇਜ਼ ਡਿਵਾਈਡਡ ਇਨਟੂ ਸਮਾਲ ਪੈਕੇਜ, ਈਚ ਪੈਕੇਜ ਕੰਟੇਨ ਐਡਰੈਸ ਐਂਡ ਇਨਫੋਰਮੇਸ਼ਨ, ਠੀਕ ਹੈ ਜੀ। The address is used to route that package to their destination. मतलब address ਜਿਹੜਾ ਤੇ ਲਿਖਿਆ ਹੋਏਗਾ ਉਸ ਰੂਟ ਦੇ ਥਰੂ ਜਾਊਗਾ ਔਰ ਡੈਸਟੀਨੇਸ਼ਨ ਤੱਕ ਪਹੁੰਚੂਗਾ, ਠੀਕ ਹੈ। ਇਸ ਵੇ ਨਾਲ ਸਾਡਾ TCP ਪ੍ਰੋਟੋਕੋਲਸ ਕੰਮ ਕਰਦਾ ਵਾ ਕਿ ਜਿਹੜਾ ਵੀ ਸੋਰਸ ਆਫ ਐਡਰੈਸ ਹੋਏਗਾ, ਸੋਰਸ ਆਫ ਡੈਸਟੀਨੇਸ਼ਨ ਹੋਏਗਾ, ਆਪਾਂ ਉਸ ਸੋਰਸ ਤੋਂ ਆਪਾਂ ਐਡਰੈਸ ਤੋਂ ਆਪਾਂ ਉਹਦਾ ਪੈਕ ਕਰਨਾ, ਉਹਦਾ ਡਾਟਾ ਪੈਕੇਜ ਦੇ ਰੂਪ 'ਚ ਜਾਊਗਾ। ਬਿਕੋਜ਼ ਸਿਗਨਲ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਡਿਜੀਟਲ ਸਿਗਨਲ ਦੇ ਥਰੂ ਹੀ ਕੰਮ ਕਰਦਾ, ਇੱਕ ਸਿਸਟਮ ਤੋਂ ਦੂਜੇ ਸਿਸਟਮ ਤੱਕ ਜਿਹੜੀ ਗੱਲ ਜਾਂਦੀ ਆ ਉਹ 0 ਐਂਡ 1 ਲੈਂਗੁਏਜ ਹੀ ਸਮਝਦਾ, ਬਾਈਨਰੀ ਲੈਂਗੁਏਜ, ਬਟ ਉਹ ਕਨਵਰਟ ਹੋ ਕੇ ਸਾਡੇ ਤੱਕ ਐਨਾਲੌਗ ਫਾਰਮ ਦੇ ਵਿੱਚ ਪਹੁੰਚ ਜਾਂਦੀ ਹੈ। ਇਸੇ ਚੱਕਰ 'ਚ ਸਾਨੂੰ ਜਿਹੜੇ ਸਿਗਨਲ ਜਿਹੜੇ ਟਰੈਵਲ ਕਰਦੇ ਆ, ਜਿਹੜੀ 0 ਐਂਡ 1 ਪੈਕੇਜ ਦੇ ਰੂਪ ਦੇ ਵਿੱਚ ਹੀ ਟਰੈਵਲ ਕਰਦਾ ਹੈ। ਛੋਟੇ ਛੋਟੇ ਪੈਕੇਜ ਬਣ ਜਾਂਦੇ ਆ ਔਰ ਕੰਟੇਨ ਉਹਨਾਂ ਕੋਲ ਆਪਣੀ ਇੱਕ ਇਨਫੋਰਮੇਸ਼ਨ ਹੁੰਦੀ, ਇੱਕ ਐਡਰੈਸ ਹੁੰਦਾ, ਜਿਸ ਇਨਫੋਰਮੇਸ਼ਨ ਤੇ ਜਾਣਾ ਉਸ ਐਡਰੈਸ ਤੇ ਸਾਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। Next है IP, Internet Protocol. IP allows communicates. IP handles the dispatch of packets over the network. It handles the addressing of the packets and ensures that the packets reach their destination traveling through multiple network. वो देखो कि IP ਦਾ ਕੰਮ ਵੀ ਸੇਮ ਹੀ ਹੈ ਇੰਟਰਨੈਟ ਪ੍ਰੋਟੋਕੋਲ ਦਾ ਵੀ, ਜਿਵੇਂ ਕਿ TCP ਦਾ ਵਾ। ਇਹਦੇ ਵਿੱਚ ਵੀ ਕੀ ਹੈ, ਪੈਕੇਜ ਨੂੰ ਆਪਾਂ ਡਿਸਪੈਚ ਕਰਦੇ ਹਾਂ, ਇੱਕ ਪੈਕੇਜ ਨੂੰ ਡਿਸਪੈਚ ਕਰਕੇ ਆਪਾਂ ਲੈ ਕੇ ਜਾਂਦੇ ਹਾਂ, ਕਿਉਂਕਿ ਕੰਮ ਦੋਨੋਂ ਸੇਮ ਕਰਦੀਆਂ IP/TCP, दोनों काम सेम ਹੁੰਦਾ ਇਹਨਾਂ ਦਾ ਕਿ ਇੱਕ ਡੈਸਟੀਨੇਸ਼ਨ ਤੱਕ ਆਪਾਂ ਆਪਣਾ ਪੈਕੇਜ ਨੂੰ ਤਿਆਰ ਕਰਨਾ, ਉਸ ਪੈਕੇਜ ਨੂੰ ਆਪਾਂ ਸੋਰਸ ਆਫ ਡੈਸਟੀਨੇਸ਼ਨ ਤੱਕ ਪਹੁੰਚਾਉਣਾ ਔਰ ਕਿਸ ਵੇ ਨਾਲ ਪਹੁੰਚਾਉਣਾ, ਟਰੈਵਲਿੰਗ ਕਰਨੀ ਹੈ ਸੈਸ਼ਨ। ਕਿਉਂਕਿ ਦੇਖੋ 4 ਲੇਅਰ ਇੱਥੇ ਯੂਜ਼ ਹੁੰਦੀਆਂ ਵਾ TCP/IP ਦੇ ਵਿੱਚ। ਹਰ ਇੱਕ ਲੇਅਰ ਦਾ ਵੱਖਰਾ ਕੰਮ ਹੁੰਦਾ। ਨੈਟਵਰਕ ਲੇਅਰ ਦੇ ਨੈਟਵਰਕ ਨੂੰ ਲੈ ਕੇ ਜਾਣਾ, ਠੀਕ ਹੈ। ਨੈਟਵਰਕ ਦੇ ਵਿੱਚ ਆਪਾਂ ਸੈਸ਼ਨ ਲੇਅਰ ਪੈਂਦੀ ਹੈ, ਸੈਸ਼ਨ ਲੇਅਰ ਦੇ ਉੱਤੇ ਜਿਵੇਂ ਟਰਾਂਸਪੋਰਟ ਆਉਣਾ ਵਾ, ਟਰਾਂਸਪੋਰਟ ਤੇ ਕੀ ਕਰਨਾ ਵਾ ਕਿ ਉਹ ਡਾਟਾ ਨੂੰ ਟਰੈਵਲ ਕਰਕੇ ਨੈਕਸਟ ਡੈਸਟੀਨੇਸ਼ਨ ਤੱਕ ਪਹੁੰਚਾਉਣਾ। Next है FTP. FTP मतलब file transfer protocol. The file transfer protocol is a standard network protocol used to transfer computer files from one host to another. FTP is built on the client server architecture. Architecture कहते हैं कि FTP depend काम करता है कि client server ਦੇ ਵਿੱਚ ਹੀ, मतलब कि एक कंप्यूटर तो दूसरे कंप्यूटर तक मेरी जानकारी पहुंचाना, फाइल ट्रांसफर करनी है।
ठीक है, नैटवर्किंग पॉसिबल ਆਪਾਂ ਕਰ ਲਈ ਹੈ। ਕਿਸ ਵੇ ਨਾਲ ਕੀਤੀ, ਉਹਦੇ ਵਿੱਚ ਜਿਹੜੇ ਪ੍ਰੋਟੋਕੋਲਸ ਯੂਜ਼ ਹੋਇਆ ਉਹ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਯੂਜ਼ ਹੋਇਆ ਵਾ, ਜਿਹੜਾ ਕਿ ਇੱਕ ਸਿਸਟਮ ਤੋਂ ਦੂਸਰੇ ਸਿਸਟਮ ਤੱਕ ਅਸੀਂ ਕੋਈ ਵੀ ਡਾਟਾ ਟ੍ਰਾਂਸਫਰ ਕਰ ਰਹੇ ਹਾਂ, ਕਿਸੇ ਵੀ ਤਰ੍ਹਾਂ ਦੀ ਆਪਾਂ ਕੋਈ ਫਾਈਲ ਟ੍ਰਾਂਸਫਰ ਕਰ ਰਹੇ ਹਾਂ, ਉੱਥੇ ਜਿਹੜਾ ਪ੍ਰੋਟੋਕੋਲ ਯੂਜ਼ ਹੁੰਦਾ ਉਹ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਯੂਜ਼ ਹੁੰਦਾ, ਜਿਹਦਾ ਨਾਮ ਕੀ ਹੈ FTP। ਨੈਕਸਟ ਹੈਗਾ HTTP, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ is the underlying protocol used by the World Wide Web। World Wide Web ਦੇ ਉੱਤੇ hypertext transfer protocol use ਹੁੰਦਾ ਵਾ। HTTP defines how messages are formatting and transmitted and what action web servers and browsers should take in response to various command। ਹੁਣ ਜਿਹੜਾ hypertext protocols ਹੈ ਇਹਦੇ ਵਿੱਚ ਦੱਸਿਆ ਜਾਂਦਾ ਨੇ ਕਿ ਪੂਰੇ world wide ਦੇ ਵਿੱਚ ਆਪਾਂ ਆਪਣਾ ਕੋਈ ਵੀ ਤਰ੍ਹਾਂ ਦਾ ਆਪਾਂ ਕੋਈ ਵੀ ਸਰਚ ਆਊਟ ਕਰਨਾ ਵਾ। ਹੁਣ ਐਗਜ਼ਾਮਪਲ ਤੌਰ ਤੇ ਮੈਂ ਦਿੰਦਾ ਕਿ ਜਦੋਂ ਵੀ ਆਪਾਂ ਵੈਬਸਾਈਟ ਤੇ ਆਪਾਂ ਸਰਚ ਆਊਟ ਕਰਦੇ ਹਾਂ, ਠੀਕ ਹੈ, ਇੱਕ ਕਾਮਨ ਆਪਾਂ ਬਰਾਊਜ਼ਰ ਓਪਨ ਕੀਤਾ, ਕਿਸੇ ਵੀ ਤਰ੍ਹਾਂ ਦਾ ਕੋਈ ਓਪੇਰਾ ਮਿਨੀ ਲਗਾ ਲਓ ਜਾਂ ਜਿਹੜੇ ਵੀ ਆਪਾਂ ਬਰਾਊਜ਼ਰ ਓਪਨ ਕਰਦੇ ਹਾਂ, ਕੋਈ ਉਹ ਬਰਾਊਜ਼ਰ ਓਪਨ ਕੀਤਾ, ਬਰਾਊਜ਼ਰ ਤੇ ਆਪਾਂ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਉੱਤੇ ਲਿਖਿਆ ਆਉਂਦਾ HTTP ਡਾਟ, ਫਿਰ ਅੱਗੇ ਲਾਈਨ ਆਏਗੀ, ਕੋਲਨ ਆਊਗਾ, ਦੋ ਕੋਲਨ ਮਤਲਬ ਦੋ ਬਿੰਦੀਆਂ ਆਉਣਗੀਆਂ, ਉਹਦੇ ਉੱਤੇ ਅੱਗੇ ਉਹਨਾਂ ਐਡਰੈਸ ਲਿਖਿਆ ਹੋਊਗਾ। ਉਹਦਾ ਮਤਲਬ ਕੀ ਹੈ ਕਿ ਉਸ ਐਡਰੈਸ ਤੱਕ ਹੀ ਪੂਰੀ ਇਨਫੋਰਮੇਸ਼ਨ ਪਹੁੰਚਾਉਣਾ ਕਿ ਜਿਹੜਾ ਵੀ ਆਪਾਂ ਡਾਟਾ ਜਾਂ ਜਿਹੜਾ ਵੀ ਆਪਾਂ ਮੈਸੇਜ ਅੱਗੇ ਟ੍ਰਾਂਸਪੋਰਟ ਕੀਤਾ ਵਾ ਉਸ ਮੈਸੇਜ ਦੇ ਥਰੂ ਹੀ ਸਾਨੂੰ ਵੈਬਸਾਈਟ ਓਪਨ ਹੋ ਜਾਊਗੀ। ਪੂਰੇ ਵਰਲਡ ਵਾਈਡ ਦੇ ਵਿੱਚ ਵੈਬ ਦੇ ਵਿੱਚ ਜਿਹੜੇ HTTP ਪ੍ਰੋਟੋਕੋਲ ਯੂਜ਼ਰ ਹੁੰਦੇ ਆ, ਕੋਈ ਵੀ ਜਿੱਦਾਂ ਆਪਾਂ ਵੈਬਸਾਈਟ ਉੱਤੇ ਕੰਮ ਕਰਨਾ ਹੋਵੇ ਉਹਦੇ ਉੱਤੇ ਆਪਾਂ ਇਸ ਆਰਾਮ ਨਾਲ ਬਰਾਊਜ਼ਰ ਉੱਤੇ ਕੰਮ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਦਾ ਰਿਸਪੌਂਡ ਆਪਾਂ ਲੈ ਸਕਦੇ ਹਾਂ। ਲਾਈਕ ਆਪਾਂ ਕੋਈ ਵੀ ਜਿੱਦਾਂ ਹੁਣ http.www.google.com ਲਿਖਿਆ ਤੇ ਐਜ਼ ਇਟ ਇਜ਼ ਏਦਾਂ ਹੀ ਕੰਮ ਹੁੰਦਾ ਵਾ ਕਿ ਮੈਸੇਜ ਸਾਡਾ ਟਰੈਵਲ ਹੋ ਕੇ ਸਰਵਰ ਕੋਲ ਜਾਂਦਾ ਵਾ, ਸਰਵਰ ਚੈੱਕ ਕਰਦਾ ਤੇ ਫਿਰ ਸਾਨੂੰ ਰਿਸਪੌਂਡ ਕਰਕੇ ਦਿੰਦਾ ਵਾ ਕਿ ਸਾਨੂੰ ਤੁਸੀਂ ਇਹ ਜਿਹੜੀ ਵੈਬਸਾਈਟ ਹੋਊਗੀ ਉਹ ਉਹਨੂੰ ਓਪਨ ਕਰਕੇ ਦੇ ਦੂਗਾ। ਫਿਰ ਆਪਾਂ ਉੱਥੇ ਜੋ ਵੀ ਕਮਾਂਡ ਕਰਨਾ ਹੋਏਗਾ, ਜੋ ਵੀ ਉੱਤੇ ਐਕਸ਼ਨ ਲੈਣਾ ਹੋਗਾ ਆਪਾਂ ਰਿਸਪੌਂਡ ਕਰ ਸਕਦੇ ਹਾਂ। ਔਰ ਇਸ ਤੋਂ ਨਾਲ ਇੱਕ ਪ੍ਰੋਟੋਕੋਲ ਜਿਹੜਾ ਵੀ ਸਿਕਿਉਰ ਯੂਜ਼ ਹੋਇਆ ਸੀ HTTPS, ਠੀਕ ਹੈ ਜੀ। HTTPS ਉਹਦੇ ਬਾਰੇ ਵੀ ਮੈਂ ਦੱਸਾਂਗਾ ਅੱਗੇ, ਬਟ ਇਹਦੇ ਚ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ when you enter a URL in your browser, मतलब ਤੁਸੀਂ ਆਪਣੇ ਬ੍ਰਾਊਜ਼ਰ ਦੇ ਉੱਤੇ ਇੱਕ ਯੂਨੀਫਾਰਮ ਰਿਸੋਰਸ ਲੋਕੇਟਰ URL ਮਤਲਬ ਇੱਕ ਐਡਰੈਸ ਮੈਂਸ਼ਨ ਕਰਤਾ, ਜਿਹੜਾ ਵੀ ਤੁਸੀਂ ਐਡਰੈਸ ਮੈਂਸ਼ਨ ਕਰਤਾ this actually send an HTTP, ਉਹ ਜਿਹੜਾ ਐਡਰੈਸ ਆ ਉਹ ਸਿੱਧਾ ਹੀ ਸੈਂਡ ਹੋ ਜਾਏਗਾ ਹਾਈਪਰਟੈਕਸਟ, ਠੀਕ ਹੈ। ਉਹ ਕਮਾਂਡ ਪਹਿਲਾਂ ਚੈੱਕ ਕਰੂਗਾ, ਚੈੱਕ ਕਰਕੇ ਫਿਰ ਉਹ ਦੇਖਦਾ ਕਲਾਇੰਟ ਸਰਵਰ ਦਾ ਐਗਜ਼ਾਮਪਲ ਦੇਖਦਾ। ਹੁਣ ਕਲਾਇੰਟ ਕੀ ਹੈ, ਬਰਾਊਜ਼ਰ, ਵੈਬ ਬਰਾਊਜ਼ਰ ਕੀ ਹੈ ਕਿ ਰਿਸਪੌਂਡ ਕੀਤਾ ਉਹਨੇ google.com, ਇਹਦੀ ਸਪੈਲਿੰਗ ਹੁੰਦਾ GOGGL ਲਿਖਦਾ, .com ਲਿਖ ਕੇ ਉਹਨੇ ਰਿਸਪੌਂਸ ਰਿਕੁਐਸਟ ਕੀ, ਜਦੋਂ ਰਿਕੁਐਸਟ ਕੀ ਵੈਬ ਸਰਵਰ ਨੇ ਕੀ ਕਰਨਾ ਕਿ ਦੇਖਣਾ ਕਿ ਉਹਨਾਂ ਨੇ ਗੂਗਲ ਉਸ ਵੈਬ ਸਰਵਰ ਨੇ ਉਹੀ ਰਿਸਪੌਂਡ ਕਰਨਾ ਜੋ ਅਸੀਂ ਮੰਗਾਂਗੇ, ਜੋ ਆਪਾਂ ਰਿਕੁਐਸਟ ਭੇਜਾਂਗੇ। ਉਹ ਸਾਨੂੰ ਗੂਗਲ ਓਪਨ ਕਰਕੇ ਨਹੀਂ ਦੇਣਾ, ਉਹਨੇ ਸਾਨੂੰ ਗੂਗਲ ਦੀ ਵੈਬਸਾਈਟ ਖੋਲ ਕੇ ਦੇ ਦੇਗਾ ਜੇ ਉਹ ਅਵੇਲੇਬਲ ਹੋਈ, ਠੀਕ ਹੈ। ਜਾਂ ਫਿਰ ਉਹ ਗੂਗਲ ਬਾਰੇ ਹੀ ਸਾਨੂੰ ਪੁੱਛਦਾ, ਸਾਰੀ ਕਲਾਸਿਸ ਜਿਹੜੀ ਗੱਲ ਹੁੰਦੀ ਹੈ ਗੂਗਲ ਬਾਰੇ ਕੁਛ ਨਾ ਕੁਛ ਸਾਨੂੰ ਐਕਸਪਲੇਨ ਕਰਕੇ ਦੱਸ ਦੂਗਾ ਸਾਨੂੰ ਸਿਸਟਮ ਦੇ ਉੱਤੇ ਕਿ ਤੁਸੀਂ ਇਹ ਮੰਗਿਆ ਸੀ ਪਾ ਦਿੱਤਾ। ਫਿਰ ਸਾਨੂੰ ਪਤਾ ਲੱਗਣਾ ਕਿ ਨਹੀਂ ਨਹੀਂ ਸਪੈਲਿੰਗ ਮਿਸਟੇਕ ਆ, ਆਪਾਂ ਲਿਖਣ ਤੋਂ ਮਿਸਟੇਕ ਕੀਤੀ, ਆਪਾਂ ਦੁਬਾਰਾ ਉਹਨੂੰ ਰੀਚੈਕ ਕਰਕੇ google.com ਲਿਖ ਕੇ ਆਪਾਂ ਰਿਸਪੌਂਡ ਕਰਾਂਗੇ। ਜਦੋਂ ਆਪਾਂ ਰਿਕੁਐਸਟ ਭੇਜਾਂਗੇ ਨੈਕਸਟ ਪ੍ਰੋਸੈਸ ਫਿਰ ਸਰਵਰ ਦਾ ਹੋਏਗਾ, ਸਰਵਰ ਕੀ ਕਰੇਗਾ, ਚੈੱਕ ਕਰੇਗਾ ਗੂਗਲ ਮੰਗਿਆ ਇਹਨਾਂ ਨੇ, ਗੂਗਲ ਦੀ ਸਾਈਟ ਮੰਗੀ ਹੈ ਤੇ ਉਹਨਾਂ ਨੇ ਉਸ ਸਾਈਟ ਦੀ ਰਿਸਪੌਂਸ ਕਰਨੀ ਹੈ ਸਾਨੂੰ ਬਰਾਊਜ਼ਰ ਨੂੰ, ਬਰਾਊਜ਼ਰ ਕੋ ਆਊਗੀ, ਬਰਾਊਜ਼ਰ ਉਹ ਸਾਈਟ ਸਾਨੂੰ ਓਪਨ ਕਰਕੇ ਦੇ ਦੇਗਾ, ਠੀਕ ਹੈ। ਜਿਵੇਂ ਕਿ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ ਜਾਂ ਕੋਈ ਵੀ ਤੁਹਾਨੂੰ ਕੋਈ ਮੈਸੇਜ ਭੇਜ ਰਿਹਾ, ਹੈਲੋ ਭੇਜ ਰਿਹਾ, ਹੈਲੋ ਦੀ ਜਗ੍ਹਾ 'ਚ ਉਹਨੇ ਸਪੈਲਿੰਗ ਗਲਤ ਭੇਜਦੇ, ਤੁਸੀਂ ਉਹਨੂੰ ਸਹੀ ਸਪੈਲਿੰਗ ਲਿਖ ਕੇ ਭੇਜ ਦੋਗੇ, ਉਹ ਕੀ ਹੋਊਗਾ ਰਿਸਪੌਂਡ ਕਰਨਾ ਕਿ ਰਿਕੁਐਸਟ ਭੇਜੀ ਤੇ ਤੁਸੀਂ ਉਹਨੂੰ ਰਿਸਪੌਂਡ ਕਰਤਾ ਕਿ ਨਹੀਂ ਤੁਹਾਡੀ ਸਪੈਲਿੰਗ ਮਿਸਟੇਕ ਆ ਤੇ ਉਹਨੂੰ ਕਰੈਕਸ਼ਨ ਕਰ ਦਿਓ। ਏਦਾਂ ਹੀ HTTPS ਕਿਉਂ ਇੱਕ ਵੈਬਸਾਈਟਸ ਉਹਨਾਂ ਨੇ ਜਿਹਨੂੰ ਬਿਕੋਜ਼ ਦੇਖੋ ਬੈਂਕਿੰਗ ਸੈਕਟਰ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਕ੍ਰੂਸ਼ਲ ਕੰਮ ਹੁੰਦਾ ਵਾ, ਉਹਦੇ ਵਿੱਚ ਤੁਹਾਨੂੰ ਪਤਾ ਕਿ ਕਿਸੇ ਵੀ ਤਰ੍ਹਾਂ ਦੀ ਹਰ ਇੱਕ ਦੀ ਪਰਸਨਲ ਇਨਫੋਰਮੇਸ਼ਨ ਹੁੰਦੀ ਆ ਔਰ ਇੰਨਾ ਜ਼ਿਆਦਾ ਕਈਆਂ ਦਾ ਪੈਸਾ ਵੀ ਇਹਦੇ ਵਿੱਚ ਹੁੰਦਾ ਬਹੁਤ ਜ਼ਿਆਦਾ, ਤੇ ਬਹੁਤ ਵੱਡੀਆਂ ਫਰਮਸ ਹੁੰਦੀਆਂ ਵਾ ਤੇ ਉਹਦੇ ਲਈ ਸਭ ਤੋਂ ਮੇਨ ਫਿਰ ਜਦੋਂ ਸ਼ੁਰੂ ਕਰਤਾ ਉਹਨਾਂ ਨੇ ਪ੍ਰੋਟੋਕੋਲ, ਇਸ ਕਰਕੇ ਬਿਕੋਜ਼
ਅਟੈਕ ਹੋਣ ਦੇ ਚਾਂਸਸ ਹੁੰਦੇ ਆ, ਜਿਹੜੇ ਕਿ ਆਪਾਂ ਤੁਹਾਨੂੰ ਪਤਾ ਕਿ ਕਿਸੇ ਤਰ੍ਹਾਂ ਦਾ ਵੀ ਅਟੈਕ ਕਰ ਸਕਦੇ ਆ, ਜੋ ਕਿ ਅੱਜ ਕੱਲ੍ਹ ਚੱਲ ਰਿਹਾ ਵਾ, ਸਾਈਬਰ ਵੀ ਕਰ ਸਕਦੇ ਆ। ਸੋ ਉਸ ਸਿਕਿਉਰ ਰੱਖਣ ਵਾਸਤੇ ਆਫਿਸ ਇਹਨਾਂ ਨੇ ਯੂਜ਼ ਕਰਤਾ HTTP ਪ੍ਰੋਟੋਕੋਲਸ ਯੂਜ਼ ਕੀਤਾ, ਜਿਹਦੇ ਫੁੱਲ ਫਾਰਮ ਨੀਡ ਕਰ ਲਓ ਹਾਈਪਰ ਟੈਕਸਟ ਪ੍ਰੋਟੋਕੋਲ ਓਵਰ SSL ਸਿਕਿਉਰ web server to transfer display web content securely। ਇਹਦਾ ਫਾਇਦਾ ਕੀ ਹੋਇਆ ਕਿ ਜਿਹਦੀ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦੇਖ ਸਕਦੇ ਹੋ, ਉਹ ਸਿਕਿਉਰ ਤੇ ਉਹਨਾਂ ਨੇ ਐਰੋ ਅੰਡਰਲਾਈਨ ਕੀਤਾ ਹੋਇਆ। ਉਹਦਾ ਫਾਇਦਾ ਕੀ ਹੈ ਕਿ ਉੱਥੋਂ ਸਾਨੂੰ ਪਤਾ ਲੱਗ ਜਾਏਗਾ ਜਦੋਂ ਵੀ HTTPS ਲਿਖਿਆ ਆ ਜਾਵੇ, ਇਟ ਮੀਨਸ ਸਾਡੀ ਸਾਈਟ ਸਿਕਿਉਰ ਹੈ। ਸਾਨੂੰ ਜਿਹੜੇ ਪ੍ਰੋਟੋਕੋਲਸ ਯੂਜ਼ ਹੋ ਰਹੇ ਆ ਸਾਈਟ ਦੇ ਉੱਤੇ, ਜਿਹੜੀ ਵੀ ਵੈਬਸਾਈਟ ਉੱਤੇ ਪ੍ਰੋਟੋਕੋਲ ਯੂਜ਼ ਹੋ ਰਿਹਾ ਬਿਲਕੁਲ ਸਿਕਿਉਰ ਹੈ, ਉਹਦੀ ਕੋਈ ਦਿੱਕਤ ਨਹੀਂ ਹੈਗੀ, ਆਪਾਂ ਈਜ਼ੀਲੀ ਉੱਥੇ ਕੰਮ ਕਰ ਸਕਦੇ ਹਾਂ। ਔਰ ਬੈਂਕਿੰਗ ਸੈਕਟਰ ਦੇ ਵਿੱਚ ਮੋਸਟਲੀ ਇਹ ਸਿਕਿਉਰ ਵੈਬਸਾਈਟ ਹੀ ਯੂਜ਼ ਕੀਤੀ ਜਾਂਦੀ ਹੈ, ਬਿਕੋਜ਼ ਉੱਥੇ ਇੱਕ ਸੌਫਟਵੇਅਰ ਯੂਜ਼ ਹੁੰਦਾ ਜਿਹਦਾ ਨਾਮ ਹੈ ਫਿਨੈਕਲ, ਔਰ ਉਹ ਫਿਨੈਕਲ ਪੂਰੇ ਇੰਡੀਆ ਦੇ ਵਿੱਚ, ਠੀਕ ਹੈ ਜੀ, ਇੰਡੀਆ ਦੇ ਵਿੱਚ ਜਿਹੜੇ ਵੀ ਬੈਂਕ ਹੈਗੇ, ਜਿੰਨੇ ਵੀ ਬੈਂਕ ਚੱਲ ਰਹੇ, ਮਲਟੀਨੈਸ਼ਨਲ ਬੈਂਕ ਨੇ, ਜਿਹੜੇ ਵੀ ਬੈਂਕ ਚੱਲ ਰਹੇ ਪ੍ਰਾਈਵੇਟ ਸੈਕਟਰ ਬੈਂਕ, ਉਹ ਹਰ ਇੱਕ ਬੈਂਕ ਦੇ ਵਿੱਚ ਇੱਕੋ ਸੌਫਟਵੇਅਰ ਯੂਜ਼ ਹੁੰਦਾ ਜਿਹਦਾ ਨਾਮ ਆ ਫਿਨੈਕਲ, ਠੀਕ ਹੈ। ਹੁਣ ਉਹ ਦੇਖੋ ਜਿੱਦਾਂ ਵਿੰਡੋ ਦੀਆਂ ਟਾਈਪਸ ਹੁੰਦੀਆਂ ਨਾ, ਵਿੰਡੋ 7, ਵਿੰਡੋ 8, ਵਿੰਡੋ 10, ਇੱਦਾਂ ਹੀ ਫਿਨੈਕਲ ਦਾ ਚੱਲ ਰਿਹਾ, ਉਹਦਾ ਨਾਮ ਆ ਫਿਨੈਕਲ 10। ਔਰ ਉਹ ਫਿਨੈਕਲ 10 ਸੌਫਟਵੇਅਰ ਜਿਹੜਾ ਵਾ ਉਹ ਇੰਨਾ ਜ਼ਿਆਦਾ, ਮਤਲਬ ਪਹਿਲੇ ਹੀ ਫਿਨੈਕਲ 7 ਹੀ ਫਿਨੈਕਲ 10 ਚੱਲ ਰਿਹਾ। ਹੁਣ ਇਸੇ ਕਰਕੇ ਉਹਨਾਂ ਨੇ ਉਹਨੂੰ ਸਿਕਿਉਰ ਜ਼ਿਆਦਾ ਕੀਤਾ, ਬਿਕੋਜ਼ ਕਈ ਬੈਂਕ ਮਰਜ ਹੋ ਰਹੇ ਆਪਸ ਦੇ ਵਿੱਚ। ਇਹ ਸਾਰਿਆਂ ਨੂੰ ਪਤਾ ਕਿ ਕਈ ਜਿਹੜੇ ਬੈਂਕ ਆ, ਇੱਕ ਮੇਨ ਜਿਹੜੇ ਮੇਨ ਹਾਈਲਾਈਟ ਬੈਂਕ ਜਿੱਦਾਂ ਸਟੇਟ ਬੈਂਕ ਆ, ਠੀਕ ਹੈ, ਉਹਦੇ ਅੰਦਰ ਵੀ ਤੁਹਾਨੂੰ ਪਤਾ ਮਰਜ ਹੋਏ ਸੀ, ਸਟੇਟ ਬੈਂਕ ਪਟਿਆਲਾ ਸਾਰੇ ਮਰਜ ਹੋ ਗਏ। ਹੁਣ ਇੱਦਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੀ 2 ਬੈਂਕ ਮਰਜ ਹੋ ਗਏ ਆ। ਇਸੇ ਕਰਕੇ ਉਹਨਾਂ ਨੇ ਉਹ ਜਿਹੜੀ ਉਹਨਾਂ ਦੀ ਮੇਨ ਵੈਬਸਾਈਟ ਹੁੰਦੀਆਂ ਉਹਨੂੰ ਸਿਕਿਉਰ ਕਰਤਾ। ਸਿਕਿਉਰ ਕਰਨ ਵਾਸਤੇ ਫਿਰ ਉਹ ਪ੍ਰੋਟੋਕੋਲ ਸਿਕਿਉਰ ਹੋ ਗਏ, ਉਹਦੇ ਲਈ ਸਾਨੂੰ ਕਸਟਮਰ ਨੂੰ ਕੋਈ ਦਿੱਕਤ ਲੈਣ ਦੀ ਲੋੜ ਨਹੀਂ, ਬਿਕੋਜ਼ ਉਹ ਜਿਹੜੀ ਹੈਡੇਕ ਹੁੰਦੀ ਆ ਉਹ ਸਾਰੀ ਉਹਨਾਂ ਦੀ ਪ੍ਰੋਟੋਕੋਲਸ ਹੀ ਹੁੰਦੀ ਆ, ਜਿਹੜੀ ਸਰਵਿਸ ਪ੍ਰੋਵਾਈਡ ਕਰ ਰਹੇ ਆ ਸਾਨੂੰ। ਮੇਨ ਜਿਹੜਾ ਇੰਟਰਨੈਟ ਦਾ ਜਿਹੜਾ ਟੌਪਿਕ ਸੀ, ਜਿਹੜਾ ਆਪਣਾ ਆਪਾਂ ਰੀਡ ਆਊਟ ਕੀਤਾ ਨੈਟਵਰਕ, ਠੀਕ ਹੈ ਜੀ, ਕੰਪਿਊਟਰ ਨੈਟਵਰਕ, ਉਹਦੇ ਵਿੱਚ ਇਹ ਚੀਜ਼ਾਂ ਮੇਨ ਯੂਜ਼ ਹੁੰਦੀਆਂ, ਠੀਕ ਹੈ ਜੀ। ਬਾਕੀ ਜਿਹੜਾ ਆਪਾਂ ਮੇਨ ਸਟਾਰਟਿੰਗ ਦੇ ਵਿੱਚ ਜਿਵੇਂ ਕਿ ਆਪਾਂ ਰੀਡ ਆਊਟ ਕੀਤਾ ਸੀ ਕਿ ਸਭ ਤੋਂ ਪਹਿਲਾਂ ਆਪਾਂ ਜਿਹੜਾ ਮਿਸ਼ਨ ਫਤਿਹ ਚੱਲ ਰਿਹਾ ਵਾ, ਉਹ ਉਹਨਾਂ ਦੀ ਇਹੀ ਸਾਰਿਆਂ ਲਈ ਬੱਚਿਆਂ ਦੀ ਇਹੀ ਡਿਸਾਈਡ ਹੈ ਕਿ ਡਾਊਨਲੋਡ ਕਰੋ ਕੋਵਾ ਐਪ, ਉਹਦੇ ਉੱਤੇ ਤੁਸੀਂ ਲੌਗਇਨ ਕਰਨਾ ਵਾ, अपना फोन नंबर वगैरह दे के, ठीक है जी, अपना नाम वगैरह अपनी फोटोग्राफ लगा के लॉगिन कर लो। गवर्नमेंट की एक साइड है, ये ਤੁਹਾਨੂੰ ਕਰਨੀ ਹੀ ਪੈਣੀ ਹੈ, ਬਿਕੋਜ਼ ਜਦੋਂ ਵੀ ਤੁਸੀਂ ਕਿਤੇ ਆਊਟ ਆਫ ਸਟੇਟ ਜਾਓਗੇ ਜਾਂ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ, ਉਹ ਇੱਥੇ ਹਰ ਤਰ੍ਹਾਂ ਦੀ ਨੌਲੇਜ ਹੈਗੀ ਹੈ। ਕੋਈ ਤੁਸੀਂ ਡਾਕਟਰ ਨਾਲ ਕੰਸਰਨ ਕਰੋਗੇ ਉਹ ਵੀ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੇ। ਆਨਲਾਈਨ ਡਾਕਟਰ ਨਾਲ ਤੁਸੀਂ ਚੈਟ ਕਰ ਸਕਦੇ ਹੋ, ਆਨਲਾਈਨ ਵੀਡੀਓ ਕਾਨਫਰੰਸਿੰਗ ਵੀ ਹੁੰਦੀ ਹੈ ਅਵੇਲੇਬਲ ਇੱਥੇ, ਬਿਕੋਜ਼ ਸਾਈਟ ਦੇ ਉੱਤੇ ਸਾਰੀ ਇਹਨਾਂ ਨੇ ਮੈਂਸ਼ਨ ਕਰ ਦਿੰਦੇ ਆ ਕੀ ਚੱਲ ਰਿਹਾ ਵਾ, ਸਟੇਟਸ ਕੀ ਚੱਲ ਰਿਹਾ ਵਾ, ਸਾਰਾ ਕੁਝ ਇੱਥੇ ਅਵੇਲੇਬਲ ਹੈਗਾ ਵਾ। ਸੋ ਤੁਸੀਂ ਇਹ ਜਿਹੜੀ ਮਿਸ਼ਨ ਫਤਿਹ ਦਾ ਜਿਹੜਾ ਚੱਲ ਰਿਹਾ ਵਾ ਸਾਡੇ ਪੰਜਾਬ ਦਾ ਅਭਿਆਨ, ਉਹ ਤੁਸੀਂ ਇਹਦੇ ਸਾਰੇ ਜਣੇ ਜੁਆਇਨ ਹੋਵੋ, ਤਾਂ ਜੋ ਸਾਰਾ ਪੰਜਾਬ ਸਾਡਾ ਵਾ ਇਹ ਕਰੋਨਾ ਤੋਂ ਮੁਕਤ ਹੋ ਸਕੇ, ਔਰ ਆਪਾਂ ਮਿਸ਼ਨ ਫਤਿਹ ਦੇ ਇੱਕ ਕੈਂਡੀਡੇਟ ਬਣ ਸਕੀਏ, ਔਰ ਸਾਨੂੰ ਇਹਦਾ ਬਹੁਤ ਆਪਾਂ ਦਾ ਫਾਇਦਾ ਵੀ ਲੈ ਸਕੀਏ, ਜੋ ਕਿ ਸਾਨੂੰ ਸਾਰਿਆਂ ਨੂੰ ਇਹ ਜਦੋਂ ਐਪ ਯੂਜ਼ ਕਰੋਗੇ ਤੁਹਾਨੂੰ ਈਜ਼ੀਲੀ ਤੁਹਾਨੂੰ ਇਹਦੇ ਬਹੁਤ ਫਾਇਦੇ ਤੁਹਾਨੂੰ ਦਿਖਣੇ ਆ, ਠੀਕ ਹੈ। ਮੇਨ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਤੁਸੀਂ ਆਪਣੇ ਆਪ ਨੂੰ ਸਿਕਿਉਰ ਵੀ ਰੱਖ ਸਕਦੇ ਹੋ, ਤੇ ਜਾਣਕਾਰੀਆਂ ਹਰ ਇੱਕ ਤਰ੍ਹਾਂ ਦੀ ਅਵੇਲੇਬਲ ਮਿਲੇਗੀ, ਲਾਈਕ ਕਰੋਨਾ ਦੇ ਰਿਲੇਟਿਡ ਵੀ, ਪਬਲਿਕ ਸੈਕਟਰ ਦੇ ਰਿਲੇਟਿਡ। ਸੋ ਸਾਰੇ ਜਾਣੇ ਸਭ ਤੋਂ ਪਹਿਲਾਂ ਇਹ ਡਾਊਨਲੋਡ ਕਰੋ, ਔਰ ਮਿਸ਼ਨ ਫਤਿਹ ਨੂੰ ਤੁਸੀਂ ਸਾਰਿਆਂ ਨੇ ਜੁਆਇਨ ਕਰਨਾ ਉੱਥੇ ਜਾ ਕੇ। ਥੈਂਕ ਯੂ। ਤੇ ਮੇਰਾ ਅੱਜ ਦਾ ਟੌਪਿਕ ਕੰਪਲੀਟ ਹੈ, ਤੇ ਬਾਕੀ ਜੇ ਕਿਸੇ ਨੂੰ ਕੋਈ ਕੁਐਰੀ ਹੋਵੇ ਤੇ ਮੈਨੂੰ ਪੁੱਛ ਸਕਦਾ ਹੁਣ ਵੀ, ਬਾਕੀ ਮੇਰਾ ਕੰਟੈਕਟ ਵੀ ਇੱਥੇ ਹੈਗਾ ਵਾ, ਤੇ ਮੇਰੀ ਮੇਲ ਆਈਡੀ ਵੀ ਅਵੇਲੇਬਲ ਹੈ, ਤੁਸੀਂ ਮੇਲ ਪੁੱਛਣਾ ਹੋਵੇ ਤਾਂ ਪੁੱਛ ਵੀ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦਾ ਕੁਐਸਚਨ ਇਸ ਟੌਪਿਕ ਦੇ ਰਿਲੇਟਿਡ। अच्छा, FTP बारे पूछा गुरप्रीत कौर मैडम जी ने, मैसेज आया कि ते FTP बारे में दसना कि फाइल ट्रांसफर प्रोटोकॉल, जिहदी फुल फॉर्म की है फाइल ट्रांसफर प्रोटोकॉल, वो काम कितना करती है कि एक प्रोटोकॉल के रूप में काम करना इन्होंने
ਕਿਵੇਂ ਕਿ ਜਿਵੇਂ ਕਿ ਦੋ ਤੋਂ ਵੱਧ ਪੀਸੀਜ਼ ਨੂੰ ਆਪਸ ਵਿੱਚ ਸਾਡੇ ਜੁੜੇ ਦੇ ਆ, ਕਿਸੇ ਵੀ ਤਰ੍ਹਾਂ ਦੀ ਟੋਪੋਲੋਜੀ ਯੂਜ਼ ਹੋ ਸਕਦੀ ਹੈ ਇਹਦੇ ਉੱਤੇ। ਕੋਈ ਵੀ ਜਿਵੇਂ ਸਟਾਰ ਟੋਪੋਲੋਜੀ ਹੋਵੇ, ਭਾਵੇਂ ਮੈਸ਼ ਟੋਪੋਲੋਜੀ ਹੋਵੇ, ਜਿੰਨੇ ਵੀ ਪੀਸੀਜ਼ ਆਪਸ ਵਿੱਚ ਜੁੜੇ ਹੋਣਗੇ, ਉਹਦੇ ਅੰਦਰ ਜਿਹੜਾ ਡਾਟਾ ਟ੍ਰਾਂਸਫਰ ਹੋ ਰਿਹਾ ਇੱਕ ਪੀਸੀ ਤੋਂ ਦੂਜੇ ਪੀਸੀ ਤੱਕ, ਠੀਕ ਹੈ, ਜਾਂ ਕੋਈ ਵੀ ਫਾਈਲ ਟ੍ਰਾਂਸਫਰ ਹੋ ਰਹੀ ਹੈ ਕਿਸੇ ਵੀ ਤਰ੍ਹਾਂ ਦੀ, ਉਸ ਫਾਈਲ ਟ੍ਰਾਂਸਫਰ ਦੇ ਉੱਤੇ ਜਿਹੜਾ ਪ੍ਰੋਟੋਕੋਲ ਯੂਜ਼ ਹੁੰਦਾ ਉਹ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਯੂਜ਼ ਹੁੰਦਾ, ਠੀਕ ਹੈ ਜੀ। ਕਿਸੇ ਵੀ ਤਰ੍ਹਾਂ ਦੀ ਆਪਾਂ ਫਾਈਲ ਟ੍ਰਾਂਸਫਰ ਕਰਨੀ ਹੋਵੇ ਉਹ ਆਪਾਂ ਈਜ਼ੀਲੀ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਫਾਈਲ ਟ੍ਰਾਂਸਫਰ ਪ੍ਰੋਟੋਕੋਲ ਹੀ ਉਹਦੇ ਉੱਤੇ ਨਿਗਰਾਨੀ ਰੱਖਦਾ ਵਾ, ਪੂਰੀ ਉਹਨੂੰ ਰਿਸਪੌਂਸਿਬਿਲਿਟੀ ਹੁੰਦੀ ਹੈ ਪ੍ਰੋਟੋਕੋਲ ਦੀ ਕਿ ਕਿਸ ਵੇ ਨਾਲ ਡਾਟਾ ਜਿਹੜਾ ਟ੍ਰਾਂਸਫਰ ਹੋ ਰਿਹਾ ਉਹਨੂੰ ਸਿਕਿਉਰ ਕਰਕੇ ਰੱਖਦੇ ਤਾਂ। ਵੈਲਕਮ। ਇਸ ਤੋਂ ਇਲਾਵਾ ਕੋਈ ਹੋਰ ਵੀ ਕੁਐਸਚਨ ਆਊਟ ਕਰਨਾ ਚਾਹੇ ਕਰ ਸਕਦਾ ਮੈਨੂੰ, ਕੋਈ ਕੁਐਰੀ ਹੋਵੇ ਕਿਸੇ ਨੂੰ। ਪਰਮਿੰਦਰਜੀਤ ਜੀ ਸਰ, ਤੁਸੀਂ ਕੁਐਸਚਨ ਕੀਤਾ ਕਿ ਵਿੰਡੋ ਐਕਟੀਵੇਟ ਕਿਵੇਂ ਕਰ ਸਕਦੇ ਹਾਂ। ਵਿੰਡੋ ਐਕਟੀਵੇਟ ਬਾਰੇ ਵੀ ਮੈਂ ਦੱਸਦਾ, ਥੋੜਾ ਕਲੀਅਰ ਆਊਟ ਕਰਦਾ ਕਿ ਦੇਖੋ ਜਦੋਂ ਵੀ ਆਪਾਂ ਵਿੰਡੋ ਇੰਸਟਾਲ ਕਰਦੇ ਹਾਂ, ਲਾਈਕ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਪਾਇਰੇਸੀ ਚੱਲ ਰਹੀਆਂ, ਆਪਾਂ ਡਾਊਨਲੋਡ ਕਰ ਲੈਂਦੇ ਹਾਂ ਗੂਗਲ ਤੋਂ ਜਾ ਕੇ ਜਾਂ ਕਿਸੇ ਵੀ ਵੈਬਸਾਈਟ ਤੋਂ ਜਾ ਕੇ ਆਪਾਂ ਡਾਊਨਲੋਡ ਕਰਕੇ ਇੱਕ CD ਦੇ ਵਿੱਚ ਇੰਸਟਾਲ ਕਰ ਲੈਂਦੇ ਹਾਂ, ਉਹਨੂੰ ਰਾਈਟ ਕਰਕੇ ਆਪਾਂ ਇੰਸਟਾਲ ਕਰਦੇ ਹਾਂ ਆਪਾਂ ਸਿਸਟਮ ਦੇ ਉੱਤੇ। ਬਟ ਉਹਨੂੰ ਐਕਟੀਵੇਟ ਕਰਨ ਦਾ ਇੱਕ ਸਭ ਤੋਂ ਵਧੀਆ ਤਰੀਕਾ ਕੀ ਆ, ਆਨਲਾਈਨ। ਜਦੋਂ ਆਪਾਂ ਆਨਲਾਈਨ ਮੀਨਸ ਕਿ ਇੰਟਰਨੈਟ ਦੇ ਨਾਲ ਜਦੋਂ ਵੀ ਆਪਾਂ ਜੋੜਦੇ ਹਾਂ, ਸਾਨੂੰ ਉੱਥੇ ਨਾ ਕੀ ਦੀ ਲੋੜ ਬਹੁਤ ਘੱਟ ਪੈਂਦੀ, ਬਟ ਉਹਦਾ ਇੱਕ ਡਿਸਐਡਵਾਂਟੇਜ ਇਹੀ ਹੁੰਦਾ ਮੇਨ ਕਿ ਸਾਨੂੰ ਜਿਹੜਾ ਐਕਟੀਵੇਟਰ ਹੈ ਉਹਦੇ ਨਾਲ ਸਾਨੂੰ ਇੰਟਰਨੈਟ ਦੀ ਸੇਵਾ ਬਹੁਤ ਜ਼ਰੂਰੀ ਹੈ। ਜੇ ਇੰਟਰਨੈਟ ਨਾਲ ਜੁੜੇਗਾ, ਠੀਕ ਹੈ ਜੀ, ਜੇ ਸਾਨੂੰ ਇੰਟਰਨੈਟ ਦੀ ਅਵੇਲੇਬਿਲਿਟੀ ਪੂਰੀ ਹੈ ਤੇ ਉਹਦੇ ਨਾਲ ਕੀ ਹੈ ਕਿ ਅਸੀਂ ਆਰਾਮ ਨਾਲ ਵਿੰਡੋ ਐਕਟੀਵੇਟ ਕਰ ਸਕਦੇ ਹਾਂ, ਬਿਕੋਜ਼ ਆਟੋਮੈਟਿਕਲੀ ਸਾਡਾ ਜਿਹੜਾ ਇੰਟਰਨੈਟ ਦੇ ਨਾਲ ਜੁੜ ਕੇ ਉੱਥੋਂ ਜਿਹੜੀ ਐਕਟੀਵੇਟਰ ਹੈ ਉਹ ਆਟੋਮੈਟਿਕਲੀ ਡਾਊਨਲੋਡ ਹੁੰਦੇ ਰਹਿੰਦੇ ਆ ਤੇ ਇੰਸਟਾਲ ਹੁੰਦੇ ਰਹਿੰਦੇ ਆ, ਸਾਡੇ ਬੈਕਗ੍ਰਾਉਂਡ ਤੇ ਕੰਮ ਕਰਦੇ ਰਹਿੰਦੇ ਆ, ਸਾਡੇ ਸਿਸਟਮ ਦੇ ਬੈਕਗ੍ਰਾਉਂਡ ਤੇ। ਉਹਦਾ ਇੱਕ ਹੈ ਬੈਨੀਫਿਟ ਹੁੰਦਾ, ਬਟ ਇਹਦੀ ਟਰਮਸ ਐਂਡ ਕੰਡੀਸ਼ਨ ਬਹੁਤ ਘੱਟ ਹੁੰਦੀ ਹੈ ਕਿ ਲਾਈਕ 1 ਮੰਥ ਬਾਅਦ ਫਿਰ ਸਾਨੂੰ ਕਈ ਵਾਰ ਹੁੰਦਾ ਕਿ ਜੇ ਮੰਨ ਲਓ ਤੁਹਾਡਾ ਇੰਟਰਨੈਟ ਅਵੇਲੇਬਲ ਨਹੀਂ ਹੈਗਾ ਤੇ ਉਹ ਐਕਟੀਵੇਟਰ ਜਿਹੜਾ ਸਾਡਾ ਲੋਸ ਹੋਏਗਾ ਦੁਬਾਰਾ ਐਕਟੀਵੇਟ ਕਰਨ ਦੀ ਲੋੜ ਹੁੰਦੀ ਹੈ। ਬਟ ਇਹਦਾ ਸਭ ਤੋਂ ਵੱਧ ਇਹੀ ਹੈ ਕਿ ਸਾਨੂੰ ਉਹਦੇ ਨਾਲ ਕੀ ਹੈ ਕਿ ਘਰਾਂ ਵਿੱਚ ਜੇ ਮੰਨ ਲਓ ਅਸੀਂ ਘਰ ਬੈਠੇ ਹਾਂ ਜਾਂ ਕਿਸੇ ਸੰਸਥਾ ਤੇ ਬੈਠੇ ਹਾਂ ਤਾਂ ਆਪਣੇ ਸਿਸਟਮ ਨੂੰ ਆਪਾਂ ਇੰਟਰਨੈਟ ਦੇ ਨਾਲ ਜੋੜ ਕੇ ਰੱਖੀਏ। ਜਦੋਂ ਵੀ ਆਪਾਂ ਇੰਟਰਨੈਟ ਦੇ ਨਾਲ ਜੋੜ ਕੇ ਰੱਖਾਂਗੇ ਸਾਡਾ ਆਟੋਮੈਟਿਕਲੀ ਇਹਦੇ ਜਿੰਨੇ ਵੀ, ਜਿਵੇਂ ਕਿ ਤੁਸੀਂ ਐਗਜ਼ਾਮਪਲ ਤੌਰ ਤੇ ਤੁਹਾਨੂੰ ਮੈਂ ਫੋਨ ਦੀ ਦੇਦਾ, ਫੋਨ ਹੈ, ਫੋਨ ਦਾ ਆਪਾਂ ਸੌਫਟਵੇਅਰ ਜਿਵੇਂ ਡਾਊਨਲੋਡ ਕਰਦੇ ਹਾਂ ਤੇ ਉਹ ਓਬਵੀਅਸਲੀ ਜਦੋਂ ਵੀ ਆਪਾਂ ਇੰਟਰਨੈਟ ਦੇ ਨਾਲ ਜੋੜ ਕੇ ਰੱਖਾਂਗੇ ਉਦੋਂ ਆਟੋਮੈਟਿਕਲੀ ਜੇ ਕੋਈ ਅਪਡੇਟ ਆਊਗਾ ਤੇ ਸਾਨੂੰ ਸ਼ੋ ਹੋਏ ਨਾ। ਐਜ਼ ਇਟ ਇਜ਼ ਏਦਾਂ ਹੀ ਆ, ਵਿੰਡੋ ਆਪਾਂ ਇੰਸਟਾਲ ਤੇ ਕਰ ਲਈ ਹੈ ਬਟ ਉਹਨੂੰ ਐਕਟੀਵੇਟ ਕਰਨ ਲਈ ਸਾਨੂੰ ਇੰਟਰਨੈਟ ਦੀ ਲੋੜ ਪੈਂਦੀ ਹੈ। ਇੰਟਰਨੈਟ ਕੀ ਕਰਦਾ ਵੀ ਉਹ ਜਿਹੜੇ ਵੀ ਉਹਦੇ ਐਡਰੈਸਿਸ ਹੁੰਦੇ ਆ, ਜਿਹੜੇ ਵੀ ਉਹਦੀ ਆਈਪੀਜ਼ ਹੁੰਦੀਆਂ ਵਾ, ਜੋ ਉਹਦੇ ਪ੍ਰੋਟੋਕੋਲਸ ਨਾਲ ਜੁੜੇ ਹੁੰਦੇ ਆ, ਉਹ ਸਾਰਾ ਕੁਝ ਬੈਕ ਡਾਊਨਲੋਡ ਕਰਦਾ ਔਰ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਦਿੰਦਾ ਰਹੂਗਾ ਨੋਟਿਸ ਬਾਰ ਤੇ। ਉਹਨੂੰ ਤੁਸੀਂ ਆਟੋਮੈਟਿਕਲੀ ਤੁਸੀਂ ਆਰਾਮ ਨਾਲ ਈਜ਼ੀਲੀ ਇੰਸਟਾਲ ਕਰ ਸਕਦੇ ਹੋ, ਤਾਂ ਈਜ਼ੀਲੀ ਤੁਹਾਡਾ ਵਿੰਡੋ ਐਕਟੀਵੇਟ ਰਹੇਗੀ, ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ। ਬਸ ਇੱਕ ਮੇਨ ਤੁਹਾਡਾ ਇਹੀ ਹੈ ਕਿ ਤੁਹਾਡਾ ਇੰਟਰਨੈਟ ਕਨੈਕਸ਼ਨ ਤੁਹਾਡਾ ਅਵੇਲੇਬਲ ਹੋਣਾ ਚਾਹੀਦਾ। ਜੀ ਸਰ। थैंक यू। हेलो। हाँ जी सर। नजदीप जी बहुत बहुत ही अच्छा लेक्चर है। ठीक है सर, थैंक यू सर। ठीक है, ਹੁਣ ਕੁਐਸਚਨ ਤਾਂ ਕੋਈ ਆ ਨਹੀਂ ਗਿਆ, ਆਪਾਂ ਇਹਨੂੰ ਐਂਡ ਕਰੀਏ। हाँ सर देख लो, 2 क्वेश्चन आए सी मैं देख दिया, बाकी कोई और में कोई पूछना तो बाकी देख लो। चलो ठीक है सर, ठीक है जी, ठीक है, थैंक यू जी, थैंक यू। थैंक यू सर।